explain it again. So in this video, we are sharing ਕਿ dangerous goods ਜੋ ਹੈ ਉਹਨਾਂ ਨੂੰ ਆਪਾਂ Amazon ਦੇ ਉੱਤੇ ਕਿੱਦਾਂ ਸੈਲ ਕਰ ਸਕਦੇ ਹਾਂ ਐਂਡ ਉਹਦਾ ਕੀ ਪ੍ਰੋਸੈਸ ਹੈ, ਸੇਫਟੀ ਡੇਟਾ ਸ਼ੀਟ ਕੀ ਹੁੰਦੀ ਹੈ, ਐਗਜ਼ੈਂਪਸ਼ਨ ਸ਼ੀਟ ਕੀ ਹੁੰਦੀ ਹੈ। ਅੱਜ ਇਸ ਸੈਸ਼ਨ ਦੇ ਵਿੱਚ ਆਪਾਂ ਡਿਸਕਸ ਕਰ ਰਹੇ ਹਾਂ। ਸੋ ਤੁਸੀਂ ਕੀ ਕਰਨਾ ਹੈ, Amazon ਦੀ ਹੋਮ ਵਿੰਡੋ ਤੇ ਜਾਣਾ ਹੈ। Amazon ਦੀ ਜਦੋਂ ਹੋਮ ਵਿੰਡੋ ਤੇ ਜਾਂਦੇ ਹੋ ਤਾਂ ਤੁਸੀਂ ਇੱਥੇ ਟਾਈਪ ਕਰਨਾ ਹੈ ਹੈਜ਼ਮਤ ਰਿਵਿਊ ਔਰ ਡੇਂਜਰਸ ਗੁੱਡਸ। ਕੁਝ ਵੀ ਤੁਸੀਂ ਟਾਈਪ ਕਰ ਸਕਦੇ ਹੋ, ਦੋਨੋਂ ਵੇਜ਼ ਦੇ ਨਾਲ ਤੁਹਾਨੂੰ Amazon ਉਹਦਾ ਹਾਈਪਰਲਿੰਕ ਦੇ ਦੇਗਾ। ਸੋ ਡੇਂਜਰਸ ਗੁੱਡਸ ਜਦੋਂ ਤੁਸੀਂ ਟਾਈਪ ਕਰਦੇ ਹੋ ਤਾਂ ਰਾਈਟ ਸਾਈਡ ਦੇ ਉੱਤੇ ਤੁਹਾਨੂੰ ਡੇਂਜਰਸ ਗੁੱਡ ਆਇਡੈਂਟੀਫਿਕੇਸ਼ਨ ਗਾਈਡ ਮਿਲ ਜਾਂਦਾ ਹੈ। ਇਹਦੇ ਤੇ ਤੁਸੀਂ ਕਲਿੱਕ ਕਰ ਸਕਦੇ ਹੋ ਜਾਂ ਤੁਸੀਂ ਡੇਂਜਰਸ ਗੁੱਡ ਰਿਕੁਆਇਰਿੰਗ ਇਨਫੋਰਮੇਸ਼ਨ ਐਂਡ ਡਾਕੂਮੈਂਟੇਸ਼ਨ ਕਿਸੇ ਵੀ ਲਿੰਕ ਤੇ ਅਗਰ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਇਹ ਉਸ ਪੇਜ ਦੇ ਉੱਤੇ ਲੈ ਜਾਏਗਾ ਜਿਹੜਾ ਕਿ ਮੈਂ ਪ੍ਰੀਵੀਅਸਲੀ ਦਿਖਾ ਰਿਹਾ ਸੀ। ਸੋ ਇਹ ਪੇਜ ਹੁੰਦਾ ਹੈ ਮੈਨੇਜ ਡੇਂਜਰਸ ਗੁੱਡਸ ਕਲਾਸੀਫਿਕੇਸ਼ਨ। ਤੁਸੀਂ ਇਹਨੂੰ ਬੁੱਕਮਾਰਕ ਵੀ ਕਰ ਸਕਦੇ ਹੋ। ਜਦੋਂ ਵੀ ਕੋਈ ਪੇਜ Amazon ਤੇ ਤੁਹਾਨੂੰ ਫਾਈਂਡ ਆਊਟ ਕਰਨ 'ਚ ਪ੍ਰੋਬਲਮ ਆਉਂਦੀ ਹੈ, ਆਈ ਹਾਈਲੀ ਰეკਮੈਂਡ ਕਿ ਤੁਸੀਂ ਉਹਨੂੰ ਬੁੱਕਮਾਰਕ ਕਰੋ। ਹੁਣ ਇੱਕ ਬੁੱਕਮਾਰਕ ਦਾ ਕੀ ਮਤਲਬ ਹੁੰਦਾ ਹੈ, ਜਸਟ ਫॉर ਦੋ ਸਟੂਡੈਂਟ ਜਿਨ੍ਹਾਂ ਨੂੰ ਨਹੀਂ ਪਤਾ, ਬੁੱਕਮਾਰਕ ਦਾ ਮਤਲਬ ਹੁੰਦਾ ਕਿ ਆਪਾਂ ਇਹਨੂੰ ਐਜ਼ ਅ ਫੇਵਰਿਟ ਸਿਲੈਕਟ ਕਰ ਲੈਂਦੇ ਹਾਂ। ਤਾਂ ਹੁਣ ਤੁਸੀਂ ਦੇਖੋ ਇੱਥੇ ਮੈਂ ਬੁੱਕਮਾਰਕ ਐਡਿਟ ਕੀਤਾ, ਜੇ ਮੈਂ ਇਹਨੂੰ ਡਨ ਕਰਾਂ ਤਾਂ ਇਫ ਆਈ ਓਪਨ ਅ ਨਿਊ ਪੇਜ ਇਟ ਵਿਲ ਬੀ ਐਡਿਟ ਹੇਅਰ ਐਂਡ ਆਈ ਕੈਨ ਜਸਟ ਸਟ੍ਰੇਟ ਅਵੇ ਕਲਿੱਕ ਔਨ ਮਾਈ ਬੁੱਕਮਾਰਕ। ਜਿੱਦਾਂ ਕਿ ਆ ਫੁਲਫਿਲਮੈਂਟ ਰਿਪੋਰਟਸ ਹੈ ਤਾਂ ਮੈਨੂੰ ਸੇਮ ਉਸੇ ਪੇਜ ਤੇ ਲੈ ਜਾਏਗਾ। ਮੈਨੂੰ ਦੁਬਾਰਾ ਜਿਹੜਾ ਆ ਸਰਚ ਦੇ ਵਿੱਚ ਉਹਨੂੰ ਫਾਈਂਡ ਆਊਟ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਜਿੱਦਾਂ ਕਿ ਮੈਂ ਦੱਸ ਰਿਹਾ ਸੀ ਬਿਫੋਰ ਦਿਸ ਕਿ ਜਿਹੜੇ ਆ 31 ਏਸਿਨਸ ਆ ਅਸੀਂ ਡੇਂਜਰਸ ਗੁੱਡਸ ਦੇ ਵਿੱਚ ਅਪਲਾਈ ਕੀਤੇ ਐਂਡ ਵੀ ਗॉट them approved to sell on Amazon। ਸੋ ਇਹ ਕਿਸ ਤਰੀਕੇ ਨਾਲ ਕਰਨਾ ਹੈ, ਇਹ ਪ੍ਰੋਸੈਸ ਆਪਾਂ ਹੁਣ ਡਿਸਕਸ ਕਰਾਂਗੇ। ਬਟ ਮੈਂ ਦੱਸ ਰਿਹਾ ਸੀ ਕਿ ਜਿੱਦਾਂ ਹੁਣ ਇੱਕ ਫਾਸਫੋਰਿਕ ਐਸਿਡ ਸੋਲੂਸ਼ਨ ਸੀਗਾ, ਇਹਦਾ ਅਸੀਂ SDS ਸਰਟੀਫਿਕੇਟ ਅਪਲੋਡ ਕੀਤਾ ਤੇ Amazon ਨੇ ਉਹਨੂੰ ਕਲਾਸੀਫਾਈਡ ਕਰਦਾ ਕਿ ਯੈਸ ਦਿਸ ਇਜ਼ ਅ ਡੇਂਜਰਸ ਗੁੱਡ ਬਟ ਯੂ ਕੈਨ ਸਟਿਲ ਸੈਂਡ ਇਟ ਟੂ FBA। ਐਕਚੁਅਲ ਦੇ ਵਿੱਚ ਇਹਦਾ ਰੀਜ਼ਨ ਕੀ ਹੁੰਦਾ ਹੈ, Amazon ਕੀ ਚਾਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਇਨਫੋਰਮੇਸ਼ਨ ਦਿਓ ਪ੍ਰੋਡਕਟ ਦੀ ਤਾਂ ਕਿ ਉਹ ਆਪਣੇ ਫੁਲਫਿਲਮੈਂਟ ਸੈਂਟਰ ਦੇ ਵਿੱਚ ਉਹਦਾ ਦੀ ਫੈਸਿਲਿਟੀ ਯੂਜ਼ ਕਰ ਸਕਣ ਕਿ ਲੈਟਸ ਸੇ ਇਹ ਫਾਸਫੋਰਿਕ ਐਸਿਡ ਜਿਹੜਾ ਆ ਫਾਇਰ ਕੈਚ ਕਰ ਲੈਂਦਾ ਉਹਨਾਂ ਦੇ ਵੇਅਰਹਾਊਸ ਦੇ ਵਿੱਚ। ਸੋ ਦੇ ਨੀਡ ਟੂ ਹੈਵ ਸਮ ਸੌਰਟ ਆਫ ਅ ਸਿਸਟਮ in their warehouse ताकि their property is safe, their people are safe। ਕਿ ਅਗਰ ਉਹ ਫਾਸਫੋਰਿਕ ਐਸਿਡ ਨੂੰ ਸਟੋਰ ਕਰ ਰਹੇ ਆ ਤੁਹਾਡੇ ਬਿਹਾਫ ਤੇ ਫੁਲਫਿਲਮੈਂਟ ਸੈਂਟਰ ਦੇ ਵਿੱਚ, they have proper system if something goes wrong in the warehouse ਕਿਉਂਕਿ ਉੱਥੇ every kind of product is there in fulfillment center। The reason sometimes Amazon classified some of the product as dangerous is that कि let's say ਫਾਸਫੋਰਿਕ ਐਸਿਡ ਜਿਹੜਾ ਆ ਹਾਈਡਰੋਕਲੋਰਿਕ ਐਸਿਡ ਦੇ ਨਾਲ ਅਗਰ ਉੱਥੇ ਮਿਕਸ ਹੋ ਗਿਆ then what will happen। so they need to have this type of information ਤਾਂ ਕਿ ਜਿਹੜੇ ਡੇਂਜਰਸ ਗੁੱਡਸ ਵਾਲੇ ਪ੍ਰੋਡਕਟ ਹੁੰਦੇ ਨੇ ਉਹ ਸਪੈਸੀਫਿਕ ਫੁਲਫਿਲਮੈਂਟ ਸੈਂਟਰ ਦੇ ਵਿੱਚ ਸਟੋਰ ਕਰਦੇ ਨੇ। ਸੋ ਸੈਕੰਡ ਪ੍ਰੋਡਕਟ ਸੀਗਾ, ਮੈਂ ਦੱਸ ਰਿਹਾ ਸੀ ਕਿ ਅਰੋਮਾ ਡਿਫਿਊਜ਼ਰ ਸੀ, ਉਹਨੂੰ Amazon ਨੇ ਨਾਨ ਡੇਂਜਰਸ ਕਰਤਾ। ਥਰਡ ਪ੍ਰੋਡਕਟ ਸੀਗਾ ਡੌਗ ਬਾਰਕ ਕਾਲਰ, ਉਹਦੇ ਵਿੱਚ Amazon ਨੇ ਕਿਹਾ ਕਿ ਤੁਹਾਡੇ ਮਲਟੀਪਲ ਪ੍ਰੋਡਕਟਸ ਨੇ ਸੋ ਤੁਸੀਂ ਐਗਜ਼ੈਂਪਸ਼ਨ ਸ਼ੀਟ ਨਹੀਂ ਕਰ ਸਕਦੇ, ਸਾਨੂੰ SDS ਸਰਟੀਫਿਕੇਟ ਦਿਓ। ਹੁਣ ਇੱਥੇ ਦੋ ਚੀਜ਼ਾਂ ਸਮਝਣੀਆਂ ਨੇ, ਵਨ ਇਜ਼ ਐਗਜ਼ੈਂਪਸ਼ਨ ਸ਼ੀਟ ਕੀ ਹੁੰਦੀ ਹੈ ਤੇ SDS ਸਰਟੀਫਿਕੇਟ ਕੀ ਹੁੰਦਾ। ਹੁਣ ਤੁਹਾਡੇ ਰਾਈਟ ਸਾਈਡ ਤੇ ਹੈਲਪ ਐਂਡ ਸਪੋਰਟ ਦੇ ਵਿੱਚ ਬਾਟਮ ਦੇ ਉੱਤੇ ਦੋ ਸ਼ੀਟਸ ਦਿੱਤੀਆਂ ਹੋਈਆਂ ਨੇ। ਸੋ ਦ ਵਨ ਇਜ਼ ਫਰਸਟ ਵਨ ਐਗਜ਼ੈਂਪਸ਼ਨ ਸ਼ੀਟ ਫॉर ਬੈਟਰੀ ਐਂਡ ਬੈਟਰੀ ਪਾਵਰਡ ਪ੍ਰੋਡਕਟਸ। ਦ ਸੈਕੰਡ ਇਜ਼ ਐਗਜ਼ੈਂਪਸ਼ਨ ਸ਼ੀਟ ਫॉर ਪ੍ਰੋਡਕਟਸ ਵਿਦਆਊਟ ਹਾਰਮਫੁਲ ਕੈਮੀਕਲਸ। ਹੁਣ ਜਿਹੜੀ ਪਹਿਲੀ ਵਾਲੀ ਸ਼ੀਟ ਹੈ ਉਹ ਤੁਸੀਂ ਉਦੋਂ ਯੂਜ਼ ਕਰਨੀ ਹੈ ਜਦੋਂ ਤੁਹਾਡੇ ਕੋਲ ਕੋਈ ਬੈਟਰੀ ਵਾਲਾ ਪ੍ਰੋਡਕਟ ਹੈ ਐਂਡ ਜਾਂ ਬੈਟਰੀ ਪਾਵਰਡ ਪ੍ਰੋਡਕਟ ਹੈ ਜਿਹਨੂੰ ਤੁਸੀਂ ਚਾਰਜ ਕਰਦੇ ਹੋ। ਲੈਟਸ ਸੇ ਯੂ ਆਰ ਸੈਲਿੰਗ ਵਾਇਰਲੈਸ ਚਾਰਜਿੰਗ ਸਟੇਸ਼ਨ, ਯੂ ਆਰ ਸੈਲਿੰਗ ਅ ਚਾਰਜਰ, ਯੂ ਆਰ ਸੈਲਿੰਗ ਸਮਥਿੰਗ ਇਲੈਕਟ੍ਰੋਨਿਕਸ, ਤਾਂ ਉਹਦੇ ਲਈ ਤੁਹਾਨੂੰ ਆਹ ਵਾਲੀ ਐਗਜ਼ੈਂਪਸ਼ਨ ਸ਼ੀਟ ਜਿਹੜੀ ਆ ਅਪਲੋਡ ਕਰਨੀ ਪਏਗੀ। ਸੋ ਆਈਲ ਕਲਿੱਕ ਔਨ ਦੈਟ, ਤਾਂ ਫਾਈਲ ਜਿਹੜੀ ਆ ਡਾਊਨਲੋਡ ਹੋ ਗਈ। ਇਹਨੂੰ ਮੈਂ ਓਪਨ ਕਰਦਾ ਵਿਦ ਇਨ ਅ ਸੈਕਿੰਡ। The second one is exemption sheet for product without harmful chemicals। so ਅਗਰ ਕੋਈ ਤੁਹਾਡੇ ਕੋਲ ਪ੍ਰੋਡਕਟ ਹੈ, ਫॉर ਐਗਜ਼ਾਮਪਲ ਫਾਸਫੋਰਿਕ ਐਸਿਡ ਸੀਗਾ, ਉਹਦੇ ਲਈ ਅਸੀਂ ਇਹ ਵਾਲੀ ਐਗਜ਼ੈਂਪਸ਼ਨ ਸ਼ੀਟ ਅਪਲੋਡ ਕੀਤੀ। ਸੋ ਇਹ ਹੋ ਗਈਆਂ ਦੋ ਤਰ੍ਹਾਂ ਦੀਆਂ ਐਗਜ਼ੈਂਪਸ਼ਨ ਸ਼ੀਟਸ। ਦ ਥਰਡ ਵਨ ਇਜ਼ SDS ਸਰਟੀਫਿਕੇਟ ਸੇਫਟੀ ਡੇਟਾ ਸ਼ੀਟ। ਮੈਂ ਆਪਣੀ ਈਮੇਲ ਚੈੱਕ ਕਰਦਾ, ਆਈ ਥਿੰਕ ਆਈ ਸ਼ੁੱਡ ਹੈਵ ਵਨ ਇਨ ਮਾਈ ਈਮੇਲ, ਤਾਂ ਮੈਂ ਉਹਦੀ ਵੀ ਤੁਹਾਨੂੰ ਐਗਜ਼ਾਮਪਲ ਦਿਖਾਣਾ। ਬਟ ਲੈਟਸ ਜੰਪ ਟੂ ਪਹਿਲਾਂ ਜਿਹੜੀ ਐਗਜ਼ੈਂਪਸ਼ਨ ਸ਼ੀਟ ਫॉर ਬੈਟਰੀ ਐਂਡ ਬੈਟਰੀ ਪਾਵਰਡ ਪ੍ਰੋਡਕਟਸ, ਉਹ ਕਿੱਦਾਂ ਦੀ ਹੁੰਦੀ ਹੈ। So we'll open it in Excel।
ਸੋ ਆਈ ਸੌ ਅ ਮੈਸੇਜ ਆਪਣੇ ਪ੍ਰਾਈਵੇਟ WhatsApp ਗਰੁੱਪ ਦੇ ਵਿੱਚ ਮੈਂ ਇੱਕ ਮੈਸੇਜ ਦੇਖਿਆ ਸੀ, ਕਿਸੇ ਨੇ ਪਾਇਆ ਸੀ ਬੈਟਰੀ ਜਾਂ ਬੈਟਰੀ ਪਾਵਰਡ ਰਿਲੇਟਡ ਪ੍ਰੋਡਕਟਸ ਦੇ ਲਈ। ਸੋ ਆਈ ਥਿੰਕ ਇਹ ਪ੍ਰੋਬਲਮ ਉਹਨਾਂ ਦੀ ਸੋਲਵ ਹੋ ਜਾਏਗੀ ਇਫ ਯੂ ਲਿਸਨ ਟੂ ਦਿਸ ਵੀਡੀਓ ਪ੍ਰੋਪਰਲੀ। ਸੋ ਇਸ ਤਰ੍ਹਾਂ ਦੀ ਹੁੰਦੀ ਹੈ ਐਗਜ਼ੈਂਪਸ਼ਨ ਸ਼ੀਟ। ਤੁਸੀਂ ਦੇਖੋ ਇੱਥੇ Amazon ਨੇ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ ਕਿਹੜੀ ਵਾਟ ਆਰ ਡੇਂਜਰਸ ਗੁੱਡਸ ਕੀ ਹੁੰਦੀਆਂ ਨੇ। ਇੱਥੇ ਲੈਪਟਾਪ, ਮੋਬਾਈਲ ਫੋਨਸ ਜਾਂ ਚਾਰਜਰ, ਕੈਮਰਾ, ਸਾਰਾ ਕੁਝ ਐਕਸਪਲੇਨ ਕੀਤਾ ਹੋਇਆ। ਹੁਣ ਤੁਸੀਂ ਕੀ ਕਰਨਾ ਹੈ, ਲੈਟਸ ਸੇ ਯੂ ਵਾਂਟ ਟੂ ਸੈਲ ਵਾਇਰਲੈਸ ਚਾਰਜਰ, ਜਾਂ ਮੈਂ ਇੱਕ ਐਗਜ਼ਾਮਪਲ ਦੇ ਸਕਦਾ ਬਗ ਜ਼ੈਪਰ। ਬਗ ਜ਼ੈਪਰ ਅਗਰ ਤੁਸੀਂ ਸੈਲ ਕਰ ਰਹੇ ਹੋ, ਬਿਫੋਰ Amazon ਆਸਕ ਯੂ, ਤੁਸੀਂ ਉਸ ਤੋਂ ਪਹਿਲਾਂ ਹੀ ਇਹ ਐਗਜ਼ੈਂਪਸ਼ਨ ਸ਼ੀਟ ਜਿਹੜੀ ਆ ਅਪਲੋਡ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਇਨ ਫਿਊਚਰ ਕੋਈ ਪ੍ਰੋਬਲਮ ਹੀ ਨਾ ਆਵੇ। ਲੈਟਸ ਸੇ ਇਫ ਅ ਕਸਟਮਰ ਕੰਪਲੇਨਸ ਅਬਾਊਟ ਦਾ ਪ੍ਰੋਡਕਟ, Amazon ਤੁਹਾਡੀ ਲਿਸਟਿੰਗ ਨਹੀਂ ਸਸਪੈਂਡ ਕਰੇਗਾ, ਕਿਉਂਕਿ ਉਹਨਾਂ ਕੋਲ ਆਲਰੇਡੀ ਤੁਹਾਡੀ ਐਗਜ਼ੈਂਪਸ਼ਨ ਸ਼ੀਟ ਹੈਗੀ ਹੈ, ਵਿਚ ਮੀਨਸ ਕਿ ਉਹਨਾਂ ਕੋਲ ਆ ਸਾਰੀ ਇਨਫੋਰਮੇਸ਼ਨ ਹੈਗੀ ਹੈ ਕਿ ਜਿਹਦੇ ਥਰੂ ਉਹ ਚੈੱਕ ਕਰ ਸਕਣ ਕਿ ਤੁਹਾਡਾ ਪ੍ਰੋਡਕਟ ਦੇ ਵਿੱਚ ਕਿਹੜੀ ਕੈਮੀਕਲ ਕੰਪੋਜੀਸ਼ਨ ਹੈ, ਉਸ ਪ੍ਰੋਡਕਟ ਦੇ ਵਿੱਚ ਬੈਟਰੀ ਜਿਹੜੀ ਆ ਵਿਦ ਦਾ ਪ੍ਰੋਡਕਟ ਹੈ ਔਰ ਵਿਦਆਊਟ ਅ ਪ੍ਰੋਡਕਟ ਹੈ, ਉਹਦੇ ਵਾਟ ਆਵਰਸ ਕੀ ਨੇ, ਉਹਦਾ ਟਾਈਟਲ ਕੀ ਹੈ, ਬਾਕਸ ਦੇ ਵਿੱਚ ਕੀ ਕੀ ਇਨਕਲੂਡ ਹੈ, ਉਹ ਸਾਰੀ ਇਨਫੋਰਮੇਸ਼ਨ ਤੁਸੀਂ ਇੱਥੇ ਦੇਣੀ ਹੈ। ਹੁਣ ਜਿਹੜੇ ਇੱਥੇ ਰੈੱਡ ਕਲਰ ਦੇ ਮਾਰਕਸ ਨੇ, ਦੇ ਆਰ ਕੰਪਲਸਰੀ, ਇਹ ਤੁਹਾਨੂੰ ਕੰਪਲਸਰੀ ਮੈਂਸ਼ਨ ਕਰਨੇ ਆ। ਜਿਹੜੀ ਬਾਕੀ ਵਾਈਟ ਕਾਲਮਸ ਨੇ, ਜਿਹੜੇ ਆਹ ਵਾਲੇ ਕਾਲਮਸ ਨੇ, ਦੇ ਆਰ ਨਾਟ ਕੰਪਲਸਰੀ। ਬਟ ਜਿੰਨੀ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਹੈ, ਮੇਕ ਸ਼ੋਰ ਯੂ ਫੁਲਫਿਲ ਦਿਸ, ਤਾਂ ਕਿ ਯੂ ਪ੍ਰੋਵਾਈਡ Amazon ਐਜ਼ ਮਚ ਐਜ਼ ਇਨਫੋਰਮੇਸ਼ਨ। ਐਂਡ ਇੱਥੇ ਤੁਸੀਂ ਆਪਣਾ ਫਰਸਟ ਨੇਮ ਤੇ ਲਾਸਟ ਨੇਮ ਪ੍ਰੋਵਾਈਡ ਕਰਨਾ ਹੈ। ਸੋ ਫॉर ਐਗਜ਼ਾਮਪਲ ਲੈਟਸ ਸੇ ਆਪਣਾ ਨਾਮ ਟਾਈਪ ਕਰ ਦੇਣਾ ਇੱਥੇ, ਆਮ ਡੂਇੰਗ ਇਟ ਫॉर। ਸੋ ਇੱਥੇ ਜਦੋਂ ਤੁਸੀਂ ਦੇਖੋ ਮੈਂ ਆਪਣਾ ਨਾਮ ਟਾਈਪ ਕੀਤਾ, ਤਾਂ ਇਹ ਕਾਲਮ ਜਿਹੜਾ ਹੈ, ਸੌਰੀ, ਜਿਹੜਾ ਸੈੱਲ ਹੈ ਉਹ ਵਾਈਟ ਕਲਰ ਦਾ ਹੋ ਗਿਆ, ਵਿਚ ਮੀਨਸ ਕਿ Amazon ਦੀ ਜਿਹੜੀ ਰਿਕੁਆਇਰਮੈਂਟ ਉਹ ਪੂਰੀ ਹੋ ਗਈ, ਰਾਈਟ। ਸੋ ASIN, ਸੋ ਫਰਸਟ ਥਿੰਗ ਇਜ਼ ਤੁਹਾਨੂੰ ਇੱਥੇ ASIN ਮੈਂਸ਼ਨ ਕਰਨਾ ਹੈ। ਸੋ ਅਗਰ ASIN ਮੈਂਸ਼ਨ ਕਰਨਾ ਹੈ ਤਾਂ ਤੁਸੀਂ ਕੀ ਕਰੋਗੇ, ਆਪਣਾ ਜਿਹੜਾ ਵੀ ਤੁਹਾਡਾ ASIN ਹੈ ਉਹਦੇ ਵਿੱਚ ਜਾਓਗੇ, ਸੌਰੀ ਯਾ ਦੇयर ਯੂ ਗੋ। ਫॉर ਐਗਜ਼ਾਮਪਲ ਮੈਂ ਆ ਸੈਲ ਕਰ ਰਿਹਾ ਵੇ ਪ੍ਰੋਟੀਨ ਪਾਊਡਰ, ਸੋ ਇਹਦਾ ASIN ਨੰਬਰ ਮੈਂ ਕਾਪੀ ਕਰੂੰਗਾ, ਇੱਥੇ ਮੈਂ ਇਹਨੂੰ ASIN ਨੂੰ ਪੇਸਟ ਕਰ ਦੂੰਗਾ। ਸੋ ਪੇਸਟ ਵੈਲਿਊਜ਼ ਓਨਲੀ, ਐਂਡ ਦੈਨ ਜੋ ਵੀ ਤੁਸੀਂ ਉਹਦਾ ਟਾਈਟਲ ਰੱਖਿਆ ਉਹ ਤੁਸੀਂ ਟਾਈਟਲ ਪਾ ਦਿਓਗੇ ਇੱਥੇ। ਸੋ ਟਾਈਟਲ ਕਿਹੜਾ ਹੋਏਗਾ, ਜਿਹੜਾ ਤੁਸੀਂ ਡੀਟੇਲ ਪੇਜ ਦੇ ਉੱਤੇ ਟਾਈਟਲ ਆਪਣੇ ਪ੍ਰੋਡਕਟ ਦਾ ਪਾਇਆ ਹੋਇਆ, ਉਹ ਵਾਲਾ ਟਾਈਟਲ ਪਾਓਗੇ ਤੁਸੀਂ। ਸੋ ਯੂ ਵਿਲ ਕਾਪੀ ਦਿਸ ਐਂਡ ਦੈਨ ਯੂ ਵਿਲ ਪੇਸਟ ਇਟ ਹੇਅਰ। ਸੋ ਦੇਖੋ ਹੁਣ ਮੈਂ ਜਦੋਂ ASIN ਪਾਇਆ, ਟਾਈਟਲ ਪਾਇਆ, ਇਹਨਾਂ ਦਾ ਕਲਰ ਚੇਂਜ ਹੋ ਗਿਆ। ਵਾਟ ਇਜ਼ ਇਨ ਦ ਬਾਕਸ, ਕਿ ਤੁਹਾਡੇ ਬਾਕਸ ਦੇ ਵਿੱਚ ਕੀ ਹੈ। ਸੋ ਇਟਸ ਅ ਵੇ ਪ੍ਰੋਟੀਨ ਪਾਊਡਰ, ਰਾਈਟ। ਐਂਡ ਦੈਨ ਲੈਟਸ ਸੇ ਤੁਹਾਡੇ ਪ੍ਰੋਡਕਟ ਦੇ ਵਿੱਚ ਨਾਲ ਥੈਂਕ ਯੂ ਕਾਰਡ ਹੈ, ਤਾਂ ਤੁਸੀਂ ਥੈਂਕ ਯੂ ਕਾਰਡ ਪਾ ਦਿਓ। ਲੈਟਸ ਸੇ ਤੁਹਾਡੇ ਪ੍ਰੋਡਕਟ ਦੇ ਵਿੱਚ ਇੱਕ USB ਕੇਬਲ ਹੈ ਨਾਲ, ਤੁਸੀਂ ਉਹ ਵੀ ਲਿਖ ਦਿਓ। ਜੋ ਜੋ ਤੁਹਾਡੇ ਪ੍ਰੋਡਕਟ ਦੀ ਪੈਕੇਜਿੰਗ ਦੇ ਵਿੱਚ ਹੈ ਉਹ ਸਾਰਾ ਤੁਸੀਂ ਇੱਥੇ ਮੈਂਸ਼ਨ ਕਰਨਾ ਹੈ। ਨੈਕਸਟ, ਆਰ ਬੈਟਰੀਜ਼ ਸੋਲਡ ਵਿਦ ਦ ਪ੍ਰੋਡਕਟ ਔਰ ਇਜ਼ ਦ ਪ੍ਰੋਡਕਟ ਅ ਬੈਟਰੀ। ਅਗਰ ਬੈਟਰੀ ਜਿਹੜੀ ਆ ਪ੍ਰੋਡਕਟ ਦੇ ਨਾਲ ਤੁਸੀਂ ਸੈਲ ਕਰ ਰਹੇ ਹੋ ਜਾਂ ਪ੍ਰੋਡਕਟ ਦੇ ਅੰਦਰ ਬੈਟਰੀ ਹੈ, ਤਾਂ ਤੁਸੀਂ ਇੱਥੇ ਯੈਸ ਕਰੋਗੇ। ਮੋਸਟ ਆਫ ਦ ਕਾਮਨ ਪੀਪਲ ਥਿੰਕ ਦੈਟ ਕਿ ਅਗਰ ਤੁਸੀਂ ਬੈਟਰੀ ਰਿਲੇਟਡ ਜਾਂ ਕੈਮੀਕਲ ਰਿਲੇਟਡ ਪ੍ਰੋਡਕਟ Amazon ਤੇ ਸੈਲ ਕਰਦੇ ਹੋ ਤਾਂ ਉਹਦਾ ਕੋਈ ਵੇ ਅਰਾਊਂਡ ਨਹੀਂ ਹੈ ਉਹਨਾਂ ਨੂੰ ਅਪਰੂਵ ਕਰਾਉਣ ਦਾ। ਬਟ ਥੀਸ ਆਰ ਦਾ 2-3 ਥਿੰਗਸ ਜਿਹੜੀਆਂ ਤੁਸੀਂ ਕਰਨੀਆਂ, ਜਿਹੜੀਆਂ ਮੈਂ ਹੁਣ ਤੁਹਾਨੂੰ ਸ਼ੋਅ ਕਰਨ ਲੱਗਿਆ, ਜਿਹਦੇ ਨਾਲ ਤੁਸੀਂ ਕੋਈ ਵੀ ਪ੍ਰੋਡਕਟ Amazon ਤੇ ਸੈਲ ਕਰ ਸਕਦੇ ਹੋ। ਸੋ ਬੈਟਰੀ ਸਾਡੇ ਪ੍ਰੋਡਕਟ 'ਚ ਹੈਗੀ ਆ, ਸੋ ਵੀ ਕਾਲਡ ਇਟ ਯੈਸ, ਰਾਈਟ। ਉਸ ਤੋਂ ਬਾਅਦ ਕੈਮੀਕਲ ਕੰਪੋਜੀਸ਼ਨ। ਹੁਣ ਇਹ ਚੀਜ਼ ਤੁਸੀਂ ਕਿੱਥੋਂ ਪਤਾ ਕਰਨੀ ਹੈ, ਇਹ ਤੁਸੀਂ ਆਪਣੇ ਸਪਲਾਇਰ ਤੋਂ ਪੁੱਛਣੀ ਹੈ ਕਿ ਤੁਹਾਡੇ ਪ੍ਰੋਡਕਟ ਦੀ ਜਿਹੜੀ ਕੈਮੀਕਲ ਕੰਪੋਜੀਸ਼ਨ ਆ ਉਹ ਕੀ ਹੈ। ਮੋਸਟਲੀ ਜਿਹੜੀਆਂ ਬੈਟਰੀਜ਼ ਹੁੰਦੀਆਂ ਨੇ, ਆਈ ਥਿੰਕ AA, AAA, ਸਮਥਿੰਗ ਲਾਈਕ ਦਿਸ, ਲਿਥੀਅਮ ਆਇਨ ਜਾਂ ਕੋਬਾਲਟ ਦੇ ਰਿਲੇਟਡ ਹੁੰਦੀਆਂ ਨੇ। ਸੋ ਲੈਟਸ ਸੇ ਮੇਰੀ ਬੈਟਰੀ ਪ੍ਰੋਡਕਟ ਦੀ ਬੈਟਰੀ ਹੈ ਲਿਥੀਅਮ ਆਇਨ, ਸੋ ਮੈਂ ਲਿਥੀਅਮ ਆਇਨ ਮੈਂਸ਼ਨ ਕਰ ਦੂੰਗਾ। ਬੈਟਰੀ ਦੀ ਜਿਹੜੀ ਪੈਕੇਜਿੰਗ ਹੈ ਉਹ ਕਿਸ ਤਰ੍ਹਾਂ ਦੀ ਹੈ, in equipment, with equipment, standalone, mostly standalone ਹੁੰਦੀਆਂ ਨੇ। so I'll call it standalone। number of cells ਕਿੰਨੇ ਨੇ ਬੈਟਰੀ ਦੇ ਵਿੱਚ, ਇਹ ਵੀ ਤੁਹਾਨੂੰ ਇਨਫੋਰਮੇਸ਼ਨ ਤੁਹਾਡੇ ਸਪਲਾਇਰ ਤੋਂ ਮਿਲੇਗੀ। if multiple cell then you put multiple, if single cell you put single, most of the time it's multiple cells। watt hours, very easy, your supplier will tell you। spillability, ਕਿ ਜਿਹੜੀ ਬੈਟਰੀ ਹੈ ਲੈਟਸ ਸੇ ਅਗਰ ਕੁਝ ਇਹਨੂੰ ਹੁੰਦਾ ਤਾਂ ਉਹ ਸਪਿਲ ਹੁੰਦੀ ਹੈ ਜਾਂ ਨਹੀਂ, ਤਾਂ ਆਈ ਥਿੰਕ ਇੱਥੇ ਉਹ ਆਪਸ਼ਨ ਹੈ ਹੀ ਨਹੀਂ ਹੈ। ਬਲੈਕ ਦਾ ਮਤਲਬ ਕਿ ਯੂ ਡੋਂਟ ਨੀਡ ਟੂ ਪੁੱਟ ਦੈਟ, ਸੋ ਇੱਥੇ ਲਿਖਿਆ ਆ ਗਿਆ ਕੰਪਲੀਟ। ਗ੍ਰੀਨ ਦਾ ਮਤਲਬ ਕਿ ਤੁਸੀਂ ਸਾਰੀ ਇਨਫੋਰਮੇਸ਼ਨ ਦੇਤੀ ਹੈ, that's it, you don't need to provide any other information, right? So what you will do, you go to file, save as, download a copy, ਇਹਦੀ ਕਾਪੀ ਇੱਕ ਡਾਊਨਲੋਡ ਕਰੋਗੇ। then you will again go back to
ਮੈਨੇਜ ਡੇਂਜਰਸ ਗੁੱਡਸ ਦੀ ਜਿਹੜੀ ਸਕਰੀਨ ਸੀ ਉੱਥੇ ਜਾਓਗੇ। ਇੱਥੇ ਦੇਖੋ, ਇੱਥੇ ਇੱਕ ਆਪਸ਼ਨ ਹੈ ਅਪਲੋਡ ਡਾਕੂਮੈਂਟ। ਸੋ ਜਦੋਂ ਤੁਸੀਂ ਅਪਲੋਡ ਡਾਕੂਮੈਂਟ ਤੇ ਕਲਿੱਕ ਕਰੋਗੇ, ਸਭ ਤੋਂ ਪਹਿਲਾਂ ਤੁਸੀਂ ਆਪਣਾ ਏਸਿਨ ਨੰਬਰ ਪਾਓਗੇ ਇੱਥੇ, ਜਿਹੜੇ ਏਸਿਨ ਦੇ ਲਈ ਤੁਸੀਂ ਬੈਟ ਆਪਣੀ ਜਿਹੜੀ ਹੈ ਐਗਜ਼ੈਂਪਸ਼ਨ ਸ਼ੀਟ ਅਪਲੋਡ ਕਰਨੀ ਹੈ। ਸੋ ਆਪਣੇ ਕੇਸ ਦੇ ਵਿੱਚ ਸੀਗੀ ਉਹ this one. So let's say this is the one. So you provide the ASIN number, ਉਸ ਤੋਂ ਬਾਅਦ ਉਹ ਜਿਹੜੀ ਫਾਈਲ ਸੀ ਉਹਨੂੰ ਤੁਸੀਂ ਇੱਥੇ ਅਪਲੋਡ ਕਰ ਦੇਣਾ, ਜਿਹੜੀ ਵੀ ਫਾਈਲ ਸੀ, ਐਂਡ ਦੈਨ ਲੈਂਗੁਏਜ ਜਿਹੜੀ ਡਾਕੂਮੈਂਟ ਦੀ ਉਹ ਇੰਗਲਿਸ਼ ਹੈ, ਐਂਡ ਦੈਟਸ ਇਟ, ਅਪਲੋਡ। ਮੈਂ ਅਪਲੋਡ ਨਹੀਂ ਕਰੂੰਗਾ ਕਿਉਂਕਿ my product is a different one. I just wanted to show you. ਜਦੋਂ ਤੁਸੀਂ ਅਪਲੋਡ ਕਰ ਦੋਗੇ, it will take 2 business days to get your product classified as non dangerous. ਹੁਣ ਮੈਂ ਇਹਦੀ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ। ਅੱਜ ਜਿੰਨੇ, ਇੱਕ ਐਗਜ਼ਾਮਪਲ ਨਹੀਂ ਆ, ਬਹੁਤ ਐਗਜ਼ਾਮਪਲ ਹੈ। ਅਸੀਂ ਫੌਕਸਟੈਲ ਜਾਂ ਟੀਵੀਜ਼ ਦੇ ਰਿਮੋਟ ਸੈਲ ਕਰਦੇ ਹਾਂ, ਤਾਂ ਸਾਰੇ ਪ੍ਰੋਡਕਟ ਅਸੀਂ ਕਲਾਸੀਫਾਈਡ ਕਰਵਾਏ ਹੋਏ ਨੇ ਐਮਾਜ਼ਨ ਤੋਂ, ਸੇਫਟੀ ਡੇਟਾ ਸ਼ੀਟ ਅਪਲੋਡ ਕਰਕੇ ਕਿ ਦੇ ਆਰ ਨਾਨ ਡੇਂਜਰਸ, ਵੀ ਕੈਨ ਸੈਲ ਦੋਜ਼ ਪ੍ਰੋਡਕਟਸ। ਸੋ ਦੈਟਸ ਹਾਊ ਯੂ ਨੀਡ ਟੂ ਡੂ ਇਟ ਫॉर ਬੈਟਰੀ ਐਂਡ ਬੈਟਰੀ ਪਾਵਰਡ ਪ੍ਰੋਡਕਟਸ। ਹੁਣ ਮੈਂ ਸੈਕੰਡ ਸ਼ੀਟ ਡਾਊਨਲੋਡ ਕਰਨ ਲੱਗਿਆ ਜਿਹੜਾ ਹੈਗਾ ਵਿਦਆਊਟ ਹਾਰਮਫੁਲ ਕੈਮੀਕਲਸ। ਸੋ I'll download this. So this is the information for ਜਿਹੜੇ ਪ੍ਰੋਡਕਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ potential chemical ਹੈ but it's not harmful. So it's upon you ਕਿ ਤੁਸੀਂ ਕਿਸ ਤਰੀਕੇ ਦੇ ਨਾਲ Amazon ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੋ। We have done a lot of products ਜਿਨ੍ਹਾਂ ਦੇ ਵਿੱਚ chemicals ਹੁੰਦੇ ਵੀ ਨੇ। We have ਮਤਲਬ got approved so many products which have harmful chemicals. The only thing is ਕਿ ਤੁਸੀਂ Amazon ਨੂੰ ਸਾਰਾ ਕੁਝ ਦੱਸ ਦਿਓ ਜੋ ਵੀ ਤੁਹਾਡੇ ਪ੍ਰੋਡਕਟ ਦੇ ਵਿੱਚ ਹੈਗਾ। ਹੁਣ ਫॉर एग्जांपल ਅਗੇਨ ਤੁਸੀਂ ਆਪਣਾ ਇੱਥੇ ਨਾਮ ਪੁੱਟ ਕਰਨਾ, ਰਾਈਟ। ਯਾ ਦ ਨੈਕਸਟ ਥਿੰਗ, ਹੁਣ ਇੱਥੇ ਡਜ਼ ਯੋਰ ਪ੍ਰੋਡਕਟ ਬੀਅਰ ਅ ਵਾਰਨਿੰਗ, ਐਕਸਪਲੋਸਿਵ ਦੀ ਵਾਰਨਿੰਗ ਤੁਹਾਡੇ ਪ੍ਰੋਡਕਟ ਦੇ ਉੱਤੇ ਹੈ ਜਾਂ ਨਹੀਂ ਹੈ। ਅਗਰ ਤੁਹਾਡੇ ਪ੍ਰੋਡਕਟ ਦੇ ਉੱਤੇ ਐਕਸਪਲੋਸਿਵ ਦੀ ਵਾਰਨਿੰਗ ਹੈ, then you will put yes. Don't worry, ਅਗਰ ਤੁਹਾਡੇ ਪ੍ਰੋਡਕਟ ਦੇ ਉੱਤੇ ਸਾਰੇ ਦੇ ਸਾਰੇ ਸਾਈਨ ਵੀ ਹੈਗੇ ਨੇ, then even don't worry about it, because Amazon want to know ਕਿ ਕਿੱਦਾਂ ਦਾ ਪ੍ਰੋਡਕਟ ਉਹਨਾਂ ਦੇ ਵੇਅਰਹਾਊਸ 'ਚ ਆ ਰਿਹਾ ਹੈ, ਐਂਡ ਉਹ ਪ੍ਰੋਡਕਟ ਉਹਨਾਂ ਨੇ ਕਿਸ ਜਗ੍ਹਾ ਤੇ ਰੱਖਣਾ ਹੈ। ਮੈਂ ਐਕਚੁਅਲ 'ਚ ਇੱਕ ਵਾਰੀ Amazon ਦੇ ਫੁਲਫਿਲਮੈਂਟ ਸੈਂਟਰ ਦਾ ਟੂਰ ਕੀਤਾ ਸੀ when Amazon came to Australia in Sydney। ਤਾਂ ਉਹਨਾਂ ਨੇ ਕੀ ਕੀਤਾ ਹੁੰਦਾ, ਉਹਨਾਂ ਨੇ ਸਪੈਸੀਫਿਕ ਜਗ੍ਹਾ ਬਣਾਈ ਹੁੰਦੀ ਹੈ ਹਰ ਪ੍ਰੋਡਕਟ ਵਾਸਤੇ। ਫॉर ਐਗਜ਼ਾਮਪਲ ਜਿੰਨੇ ਵੀ ਕੈਮੀਕਲ ਰਿਲੇਟਡ ਪ੍ਰੋਡਕਟ ਨੇ, ਉਹਨਾਂ ਨੇ ਉਹਦਾ ਇੱਕ ਸੈਕਸ਼ਨ ਅਲੱਗ ਕੀਤਾ ਹੁੰਦਾ ਕਿ ਲੈਟਸ ਸੇ ਅਗਰ ਉੱਥੇ ਕੋਈ ਫਾਇਰ ਹੋ ਵੀ ਜਾਵੇ ਤਾਂ ਉਹਦੇ ਉਹਨਾਂ ਨੇ ਅਰਾਊਂਡ ਜਿੱਦਾਂ ਵਾਟਰ ਸਿਸਟਮ ਜਾਂ ਜਿਹੜਾ ਉਹਨੂੰ ਕੰਟਰੋਲ ਕਰਨ ਦਾ ਜਿਹੜਾ ਇੱਕ ਇਨਫਰਾਸਟ੍ਰਕਚਰ ਹੈ, ਉਹਦੇ ਅਰਾਊਂਡ ਉਹਨਾਂ ਨੇ ਗੇਟਸ ਲਗਾਏ ਹੁੰਦੇ ਨੇ ਕਿ ਤਾਂ ਕਿ ਐਗਜ਼ਿਟ ਕਰਨ ਦੇ ਲਈ ਆਸਾਨ ਹੋਵੇ। ਇਸੇ ਕਰਕੇ ਉਹ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਤੋਂ ਮੰਗਦੇ ਨੇ ਕਿ ਸਾਨੂੰ ਦੱਸੋ ਕਿ ਅਗਰ ਤੁਹਾਡਾ ਪ੍ਰੋਡਕਟ ਐਕਸਪਲੋਸਿਵਸ ਹੈ, ਫਲੇਮੇਬਲ ਹੈ, ਆਕਸੀਡਾਈਜ਼ਰ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰੇ ਕੋਲ ਇੱਕ ਪ੍ਰੋਡਕਟ ਹੈ, ਉਹਦਾ ਨਾਮ ਹੈ, I always forget the name, ਇੱਕ ਸੈਕਿੰਡ। Yep, this is a air duster. So ਇਹ ਕੀ ਹੈ, ਕੰਪਰੈਸਡ 에ਅਰ ਡਸਟਰ ਕਲੀਨਰ ਹੈ। ਇਹ ਕੰਪਿਊਟਰ ਪੀਸੀ ਕੀਬੋਰਡਸ ਨੂੰ ਕਲੀਨ ਕਰਨ ਦੇ ਲਈ ਕੰਮ ਆਉਂਦਾ ਹੈ। ਸੋ ਅਸੀਂ ਇਹਨੂੰ ਵੀ ਅਪਰੂਵਡ ਕਰਾਇਆ ਏਸੀ ਡੇਂਜਰਸ ਗੁੱਡਸ ਦੇ ਨਾਲ, ਏਸੀ ਫਾਈਲ ਦੇ ਨਾਲ। ਸੋ ਇਹਦੇ ਤੇ ਸਾਡੇ 3 ਤਰ੍ਹਾਂ ਦੇ ਆਈ ਥਿੰਕ ਐਕਸਪਲੋਸਿਵਸ ਦੇ ਜਾਂ ਫਲੇਮੇਬਲ ਦੇ ਜਿਹੜੇ ਸਾਈਨ ਸੀਗੇ, ਜਿਹੜੇ ਸਾਈਨ ਹੈ ਤੁਸੀਂ ਉਹਨਾਂ ਨੂੰ ਯੈਸ ਕਰ ਦਿਓ, ਰਾਈਟ। ਐਂਡ ਉਸ ਤੋਂ ਬਾਅਦ ਇੱਥੇ ਤੁਸੀਂ ਉਹਦਾ ਏਸੀ ਨੰਬਰ ਪਾ ਦਿਓ। ਜਿਹੜੇ ਪ੍ਰੋਡਕਟ ਤੁਸੀਂ ਅਪਰੂਵ ਕਰਾਉਣਾ ਚਾਹੁੰਦੇ ਹੋ ਉਹਨਾਂ ਦਾ ਏਸੀ ਨੰਬਰ ਪਾ ਦਿਓ ਇਨ ਆਲ ਦ ਰੈਡ ਸਾਈਨਸ। ਦੈਨ ਉਸ ਤੋਂ ਬਾਅਦ ਜਿਹੜਾ ਤੁਹਾਡਾ ਏਸੀ ਨਾ, ਅਗੇਨ ਉਹਨੂੰ ਇੱਥੇ ਪੁੱਟ ਕਰ ਦਿਓ ਉਹਦਾ ਪ੍ਰੋਡਕਟ ਨੇਮ, ਰਾਈਟ। ਉਹਦਾ ਪ੍ਰੋਡਕਟ ਨੇਮ ਪਾ ਦਿਓ, ਜਿੱਦਾਂ ਮੈਂ ਪ੍ਰੀਵੀਅਸ ਦੇ ਵਿੱਚ ਦੱਸਿਆ ਸੀ ਕਿ ਉਹਦਾ ਪੂਰਾ ਟਾਈਟਲ। ਇਜ਼ ਯੋਰ ਪ੍ਰੋਡਕਟ ਸੋਲਡ ਵਿਦ ਅ ਮੈਗਨੇਟ, ਅਗਰ ਉਹਦੇ ਵਿੱਚ ਮੈਗਨੇਟ ਹੈਗੀ ਹੈ। ਇਹ ਕਿਹਨੂੰ ਪੁੱਛੋਗੇ ਤੁਸੀਂ, ਅਗੇਨ ਫਰੋਮ ਯੋਰ ਸਪਲਾਇਰ, ਰਾਈਟ। ਉਹ ਤੁਹਾਨੂੰ ਦੱਸ ਦੇਣਗੇ। ਮੈਗਨੇਟ ਦੀ ਪੁੱਲ ਫੋਰਸ ਤੁਹਾਨੂੰ ਸਪਲਾਇਰ ਦੱਸੇਗਾ। ਫੁੱਲ ਇਨਗਰੀਡੀਐਂਟ ਲਿਸਟ ਤੁਸੀਂ ਸਪਲਾਇਰ ਤੋਂ ਪੁੱਛ ਸਕਦੇ ਹੋ। ਡਜ਼ ਯੋਰ ਪ੍ਰੋਡਕਟ ਕੰਟੇਨ ਕੰਪਰੈਸਡ ਗੈਸ, ਅਗਰ ਇਹ ਹੈਗੀ ਆ ਸਪਲਾਇਰ ਨੂੰ ਪੁੱਛੋ, ਅਗਰ ਹੈਗੀ ਆ ਦੈਨ ਯੈਸ। ਸੋ ਜਦੋਂ ਤੁਸੀਂ ਕਰ ਲਿਆ, ਅਗੇਨ ਡਾਊਨਲੋਡ ਅ ਕਾਪੀ,
go back to your safe manage dangerous goods classification, upload the document, specify the ASIN, choose the file and upload. That's it. Once you're done, 1 to 2 business days, and you will get your dangerous goods classified. ਸੋ ਇਹ ਹੁੰਦੇ ਨੇ ਦੋ ਤਰੀਕੇ ਜਿਹੜੇ ਤੁਸੀਂ ਜਿਸ ਵੇ ਦੇ ਨਾਲ ਤੁਸੀਂ ਆਪਣੀਆਂ ਡੇਂਜਰਸ ਗੁੱਡਸ ਨੂੰ ਜਿਹੜਾ ਹੈ ਕਲਾਸੀਫਾਈਡ ਕਰਾ ਸਕਦੇ ਹੋ, ਰਾਈਟ। ਇਟਸ ਈਜ਼ੀ, ਇਟਸ ਨਾਟ ਡਿਫਿਕਲਟ, ਸਿਰਫ ਇਹ ਬੇਸਿਕ ਇਨਫੋਰਮੇਸ਼ਨ ਪਾ ਕੇ ਤੁਸੀਂ ਫਾਈਲ ਨੂੰ ਅਪਲੋਡ ਕਰਨਾ ਹੈ ਐਂਡ ਯੂ ਕੈਨ ਗੈਟ ਇਟ ਅਪਰੂਵਡ, ਰਾਈਟ। ਉਸ ਤੋਂ ਬਾਅਦ ਆ ਗਈ ਲਾਸਟ ਚੀਜ਼ ਜਿਹੜੀ ਕੀ ਹੁੰਦੀ ਹੈ ਸੇਫਟੀ ਡੇਟਾ ਸ਼ੀਟ। ਹੁਣ ਆਈ ਵਾਂਟ ਯੂ ਟੂ ਰੀਡ ਦਿਸ definition ki safety data sheet hundi ki hai. Safety data sheet are for chemical based product that might be registered as dangerous goods. If you cannot obtain an SDS for your product and it does not contain any harmful chemicals such as alcohol, acid or sodium, you can upload an exemption sheet for products without harmful chemicals. So let me see if my team they will, I think I should got a lot of SDS with me. Actually मेरे को इतने है नहीं है, but I think I should have something here. So SDS sheet basically ਤੁਹਾਡਾ supplier provide ਕਰਦਾ ਹੈ ਤੁਹਾਨੂੰ। ਉਹਦੇ ਵਿੱਚ information ਲਿਖੀ ਹੁੰਦੀ ਹੈ from an accredited authority। ਜਿਹੜੀਆਂ authorities normally ਹੁੰਦੀਆਂ ਨੇ CE and there are another 2 authorities। ਔਰ normally ਸਾਰੇ suppliers ਦੇ ਕੋਲ ਜਿਹੜਾ safety data sheet ਹੁੰਦੀ ਹੈ ਹਰ product ਦੀ। ਸੋ ਤੁਸੀਂ ਆਪਣੇ supplier ਨੂੰ ਕਹਿਣਾ ਕਿ I need safety data sheet for this product, send me the sheet, I want to upload to Amazon। ਤਾਂ ਤੁਸੀਂ ਉਹ ਸ਼ੀਟ ਜਿਹੜੀ ਆ ਲਿਆ ਕੇ ਉਹ ਆਪਣੇ ਮੈਨੇਜ ਡੇਂਜਰਸ ਗੁੱਡਸ ਦੇ ਵਿੱਚ ਜਿਹੜੀ ਆ ਅਪਲੋਡ ਕਰਨੀ ਹੈ ਐਂਡ ਦੈਟਸ ਇਟ, ਯੂ ਕੈਨ ਗੈਟ ਯੋਰ ਪ੍ਰੋਡਕਟ ਅਪਰੂਵਡ ਫॉर ਦੀ ਡੇਂਜਰਸ ਗੁੱਡਸ। 99% ਆਫ ਦਾ ਟਾਈਮ ਤੁਹਾਨੂੰ ਸੇਫਟੀ ਡੇਟਾ ਸ਼ੀਟ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਤੁਸੀਂ ਸਿਰਫ ਐਗਜ਼ੈਂਪਸ਼ਨ ਸ਼ੀਟ ਜਿਹੜੀ ਮੈਂ ਤੁਹਾਨੂੰ ਦਿਖਾਈ ਇੱਥੇ ਉਹਨੂੰ ਅਪਲੋਡ ਕਰਕੇ ਹੀ ਤੁਸੀਂ ਜਿਹੜਾ ਆ ਅਪਰੂਵਲ ਲੈ ਸਕਦੇ ਹੋ ਪ੍ਰੋਡਕਟਸ ਦੀ। ਬਟ ਇਫ ਇਟਸ ਰਿਕੁਆਇਰਡ, just tell your supplier or sourcing agent to give you the safety data sheet and then you just upload it and you will get your product approved। So that's the process for like uploading the products ਜਿਹੜੇ dangerous ਹੁੰਦੇ ਨੇ Amazon ਦੇ ਉੱਤੇ sell ਕਰਨ ਦਾ ਜਿਹੜਾ process ਹੈ dangerous goods ਦਾ। That's it। And so let's jump to the next topic which I want to discuss today। अगर जो भी थोड़े क्वेश्चंस ने प्लीज नोट डाउन करके रखियो। आई विल टेक ऑल द क्वेश्चंस टुगेदर। ਅੱਜ ਮੈਂ ਗੱਲ ਕਰਨੀ ਹੈ Amazon ਦੇ ਜਿਹੜਾ ਕੈਂਪੇਨ ਮੈਨੇਜਰ ਹੁੰਦਾ। ਫॉर एग्जांपल ਦਿਸ ਇਜ਼ ਮਾਈ ਕੈਂਪੇਨ ਮੈਨੇਜਰ। ਆਪਾਂ ਕੈਂਪੇਨਸ ਨੂੰ ਆਪਣੇ ਕਿਸ ਤਰੀਕੇ ਨਾਲ ਬੈਟਰ ਮੈਨੇਜ ਕਰ ਸਕਦੇ ਹਾਂ ਪੋਰਟਫੋਲੀਓਜ਼ ਦੇ ਥਰੂ। ਸੋ ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਆਈ ਥਿੰਕ ਕਿ ਕਿਦਾਂ ਬਿਡਸ ਵਰਕ ਕਰਦੀਆਂ ਨੇ, ਕਿਦਾਂ ਐਡ ਗਰੁੱਪ ਵਰਕ ਕਰਦੇ ਆ, ਕਿਦਾਂ ਕੀਵਰਡ ਟਾਰਗੇਟਿੰਗ ਵਰਕ ਕਰਦੀ ਹੈ, ਕਿਸ ਤਰ੍ਹਾਂ ਦੇ ਕੀਵਰਡਸ ਹੁੰਦੇ ਨੇ। ਬਟ ਟੁਡੇ ਆਪਾਂ ਅੱਜ ਕੀ ਡਿਸਕਸ ਕਰਾਂਗੇ ਕਿ ਜਦੋਂ ਤੁਹਾਡੇ ਕੋਲ more than 50 60 70 ਪ੍ਰੋਡਕਟਸ ਹੁੰਦੇ ਨੇ ਐਂਡ ਸਪੈਸ਼ਲੀ ਵੈਨ ਯੂ ਕ੍ਰਾਸ 1000 ਪ੍ਰੋਡਕਟਸ, ਜਦੋਂ ਤੁਹਾਡੇ ਕੋਲ 1000 ਪਲੱਸ ਪ੍ਰੋਡਕਟਸ ਹੋ ਜਾਂਦੇ ਨੇ ਤਾਂ ਤੁਹਾਨੂੰ ਸਾਰਾ ਕੁਝ ਪੋਰਟਫੋਲੀਓ ਦੇ ਥਰੂ ਮੈਨੇਜ ਕਰਨਾ ਪੈਂਦਾ। ਯੂ ਕਾਂਟ ਜਸਟ ਕ੍ਰੀਏਟ 1 2 3 4 ਕੈਂਪੇਨਸ ਤੇ ਤੁਸੀਂ ਉਹਨਾਂ ਨੂੰ one by one ਮੈਨੇਜ ਕਰੋ। that's not possible। for example I'm spending $200 to $300 on ads every day। how I get to know, ਜਿੱਦਾਂ ਮੈਂ ਦੱਸਿਆ ਸੀ ਕਿ 3 ਤਰ੍ਹਾਂ ਦੀਆਂ ਐਡਸ ਹੁੰਦੀਆਂ ਨੇ। ਇੱਕ ਹੁੰਦੀ ਹੈ sponsored product, ਦੂਜੇ ਨੰਬਰ ਤੇ sponsored brand। I'll just show just for the sake of new students, ਜਿਹੜੇ new students ਨੇ ਉਹਨਾਂ ਦੇ ਲਈ ਕਿ 3 ਤਰ੍ਹਾਂ ਦੀਆਂ ਐਡਸ ਹੁੰਦੀਆਂ ਨੇ Amazon ਦੇ ਪਲੇਟਫਾਰਮ ਦੇ ਵਿੱਚ।
ਜਿਹੜੀ ਕਿ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ। one is sponsored products, second is sponsored brand, third is sponsored display। ਸੋ ਤੁਹਾਨੂੰ ਕਿਸ ਤਰੀਕੇ ਨਾਲ ਪਤਾ ਲੱਗੇਗਾ ਕਿ ਤੁਹਾਡੀ ਕਿਹੜੀ ਟਾਈਪ ਆਫ ਐਡ ਜਿਹੜੀ ਹੈ Amazon ਤੇ ਜ਼ਿਆਦਾ ਬੈਟਰ ਪਰਫਾਰਮ ਕਰ ਰਹੀ ਹੈ? ਉਹਦਾ ਜਿਹੜਾ ਸੋਲੂਸ਼ਨ ਹੁੰਦਾ ਉਹ ਹੁੰਦਾ ਪੋਰਟਫੋਲੀਓ। ਸੋ ਤੁਸੀਂ ਲੈਫਟ ਸਾਈਡ ਤੇ ਮੇਰੇ ਦੇਖ ਸਕਦੇ ਹੋ ਇੱਥੇ ਇੱਕ ਬਟਨ ਹੈ ਵਿਚ ਇਜ਼ ਕਾਲਡ ਪੋਰਟਫੋਲੀਓਸ। ਇਫ ਆਈ ਕਲਿੱਕ ਔਨ ਦੈਟ, ਜਿਹੜੇ ਤੁਹਾਨੂੰ ਉੱਥੇ ਮੇਰੇ ਕੈਂਪੇਨਸ ਦਿਖ ਰਹੇ ਸੀ ਬਹੁਤ ਜ਼ਿਆਦਾ, ਤਾਂ ਤੁਸੀਂ ਹੁਣ ਦੇਖੋ ਇੱਥੇ ਸਿਰਫ ਚਾਰ ਹੀ ਤੁਹਾਨੂੰ ਰੋਜ਼ ਦਿਖ ਰਹੀਆਂ ਨੇ, ਸੌਰੀ ਚਾਰ ਹੀ ਚਾਰ ਹੀ ਰੋਜ਼ ਦਿਖ ਰਹੀਆਂ ਨੇ, ਐਂਡ ਨਾਟ ਕਿ ਮੇਰੇ 100 200 ਕੈਂਪੇਨਸ। ਐਂਡ ਇਹਨਾਂ ਚਾਰਾਂ ਰੋਜ਼ ਦਾ ਜਿਹੜਾ ਟੋਟਲ ਮੇਰਾ ਇੱਥੇ ਤੁਹਾਨੂੰ ਦਿਖ ਰਿਹਾ ਲਾਸਟ 30 ਡੇਜ਼ ਦੇ ਵਿੱਚ, ਇਟਸ ਸ਼ੋਇੰਗ ਯੂ ਐਵਰੀਥਿੰਗ ਹੇਅਰ। ਬਟ ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਇਹਦਾ ਤੁਸੀਂ ਨਾਮ ਦੇਖੋ ਇੱਥੇ ਦਿੱਤਾ ਹੋਇਆ ਮੈਂ ਸਪਾਂਸਰਡ ਡਿਸਪਲੇ ਕੈਂਪੇਨ। ਸੋ ਇਹ ਜਿਹੜਾ ਮੇਰਾ ਪੋਰਟਫੋਲੀਓ ਹੈ, ਇਹਦੇ ਵਿੱਚ ਸਿਰਫ ਮੇਰੇ ਸਪਾਂਸਰਡ ਡਿਸਪਲੇ ਕੈਂਪੇਨਸ ਨੇ। ਜਿੱਦਾਂ ਮੈਂ ਦੱਸਿਆ ਸੀ ਤਿੰਨ ਤਰ੍ਹਾਂ ਦੇ ਕੈਂਪੇਨ ਹੁੰਦੇ ਨੇ। ਜਿਹੜਾ ਤੀਸਰੇ ਤਰ੍ਹਾਂ ਦਾ ਕੈਂਪੇਨ ਹੁੰਦਾ ਉਹ ਹੁੰਦਾ ਸਪਾਂਸਰਡ ਡਿਸਪਲੇ। ਜਿਹੜਾ ਪਹਿਲਾ ਸੀਗਾ ਉਹ ਸੀ ਸਪਾਂਸਰਡ ਪ੍ਰੋਡਕਟ, ਜੋ ਕਿ ਆਟੋ ਕੈਂਪੇਨਸ ਦੇ ਵਿੱਚ ਆ ਗਿਆ। ਆ ਜਿਹੜੇ ਆਟੋ ਕੈਂਪੇਨਸ ਤੁਸੀਂ ਦੇਖ ਰਹੇ ਹੋ ਇਹ ਹੈਗੇ ਆ ਸਪਾਂਸਰਡ ਪ੍ਰੋਡਕਟ ਕੈਂਪੇਨ। ਜਾਂ ਅਗਰ ਮੇਰੇ ਕੋਲ ਕੋਈ ਪ੍ਰੋਡਕਟ ਇਦਾਂ ਦਾ ਜਿਹਦੇ ਮੇਰੇ ਕੋਲ ਬਹੁਤ ਜ਼ਿਆਦਾ ਸਕਿਊਜ਼ ਨੇ, ਤਾਂ ਫੋਰ ਐਗਜ਼ਾਮਪਲ ਮੇਰੇ ਕੋਲ ਕਾਸਟਰ ਆਇਲ ਹੈ, ਤਾਂ ਮੈਂ ਕਾਸਟਰ ਆਇਲ ਦਾ ਇੱਕ ਅਲੱਗ ਪੋਰਟਫੋਲੀਓ ਬਣਾਇਆ ਕੈਂਪੇਨਸ ਦਾ, ਜਿਹੜਾ ਕਿ ਇੱਕ ਸੈਪਰੇਟ ਮੈਂ ਉਹਨੂੰ ਰੱਖਿਆ ਹੋਇਆ। ਐਂਡ ਦ ਥਰਡ ਟਾਈਪ ਆਫ ਜਿਹੜੀ ਐਡਸ ਨੇ ਉਹਨੇ ਸਪਾਂਸਰਡ ਬ੍ਰਾਂਡ ਐਡਸ, ਤਾਂ ਉਹਦਾ ਮੈਂ ਜਿਹੜਾ ਪੋਰਟਫੋਲੀਓ ਹੈ ਉਹ ਅਲੱਗ ਬਣਾਇਆ। ਹੁਣ ਇਫ ਆਈ ਗੋ ਟੂ ਲਾਸਟ 60 ਡੇਜ਼ ਫੋਰ ਐਗਜ਼ਾਮਪਲ, ਅਗਰ ਮੈਂ ਦੇਖਣਾ ਹੋਵੇ ਕਿ ਮੇਰੇ ਕਿਸ ਤਰ੍ਹਾਂ ਦੇ ਕੈਂਪੇਨ ਜਿਹੜੇ ਨੇ ਉਹ ਬੈਟਰ ਪਰਫਾਰਮ ਕਰ ਰਹੇ ਨੇ, ਤਾਂ ਹਾਊ ਆਈ ਵਿਲ ਚੈੱਕ। ਸੋ ਲੈਟਸ ਸੇ ਫਰਮ 1st of October to 27th of November, ਹਾਊ ਆਈ ਐਮ ਪਰਫਾਰਮਿੰਗ। ਸੋ ਇਹਦੇ ਵਿੱਚ ਕੀ ਇੱਥੇ ਮੈਨੂੰ ਸ਼ੋ ਕਰ ਰਿਹਾ ਕਿ $4,500 spent and $49,000 in sales। ਸੋ ਅਗਰ ਮੈਂ ਸਪਾਂਸਰਡ ਡਿਸਪਲੇ ਕੈਂਪੇਨਸ ਦੀ ਗੱਲ ਕਰਾਂ ਤਾਂ I spent $794 and I achieved $12,000 in sales and with a ROAS of 16। तो अगर ਤੁਸੀਂ ROAS ਚੈੱਕ ਕਰੋ ਤਾਂ ROAS ਸਭ ਤੋਂ ਬੈਸਟ ਜਿਹੜੀ ਆ ਉਹ ਮੇਰੀ ਸਪਾਂਸਰਡ ਡਿਸਪਲੇ ਕੈਂਪੇਨਸ ਦੀ ਹੈ। ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਪਾਂਸਰਡ ਡਿਸਪਲੇ ads tends to perform better। Second is auto campaign। auto campaign ਤੇ ਮੈਂ 651 ਸਪੈਂਡ ਕੀਤੇ ਨੇ। ਕਾਸਟਰ ਆਇਲ ਤੇ ਮੈਂ $3,000 ਸਪੈਂਡ ਕੀਤੇ ਨੇ ਐਡਸ ਤੇ and achieved $28,000 worth of sales। sponsored brand ads ਤੇ ਮੈਂ $24 ਸਪੈਂਡ ਕੀਤੇ ਨੇ and I only did $176 in sales। so which is the best ad for me? ਹੁਣ ਤੁਸੀਂ ਅਗਰ ਦੇਖੋਗੇ you will say that $28,000 ਜਿਹਦੇ ਚ ਤੁਹਾਨੂੰ ਸੇਲਸ ਅਚੀਵ ਹੋਈਆਂ, that's the best ad। but I would say I have sponsored display campaigns ads ਜਿਹੜੀਆਂ ਕਿ ਜ਼ਿਆਦਾ ਬੈਟਰ ਨੇ। the reason being ਉਹਦੀ ROAS ਜਿਹੜੀ ਹੈ ਉਹ 16 ਹੈ and ਜਿਹੜੀ castor oil ਦੀ ROAS ਹੈ ਉਹ 9 ਹੈ। so what's the meaning of that? so I have spent $794 and achieved $12,000 in sale, but castor oil ਤੇ ਮੈਂ 4 times ਜ਼ਿਆਦਾ spend ਕੀਤਾ, then I achieved $28,000। ਹੁਣ I can sense from here, if I 4x the ad spend on my sponsored display campaign, I will achieve around $37,000 in sales if I take the same figures rather than achieving 28,000। and sponsored display ਦੇ ਵਿੱਚ ਮੇਰੇ ਸਾਰੇ product ਨੇ, castor oil ਦੇ ਵਿੱਚ only castor oil ਹੈ। so if I increase my budget on sponsored display campaigns, that will increase presence on Amazon for all of my products, not just castor। so I will focus more on sponsored display। so that's how you make decision ਕਿ ਤੁਸੀਂ ਆਪਣੀ ਐਡਵਰਟਾਈਜ਼ਿੰਗ ਜਿਹੜੀ ਹੈ Amazon ਦੀ ਉਹ ਕਿਸ ਤਰੀਕੇ ਨਾਲ ਬੈਟਰ ਕਰਨੀ ਹੈ ਪੋਰਟਫੋਲੀਓ ਬਣਾ ਕੇ। ਹੁਣ if I click on sponsored display campaign, ਤਾਂ ਹੁਣ ਇੱਥੇ ਤੁਹਾਨੂੰ ਸਾਰੀ ਲਿਸਟ ਆਫ ਕੈਂਪੇਨ ਦਿਖ ਜਾਣਗੇ ਥੱਲੇ, ਜੋ ਕਿ ਕਰੰਟਲੀ ਮੈਂ ਇੱਕ ਹੀ ਕੈਂਪੇਨ ਰਨ ਕਰ ਰਿਹਾ ਸਪਾਂਸਰਡ ਡਿਸਪਲੇ ਦੇ ਵਿੱਚ। ਇਫ ਆਈ ਗੋ ਬੈਕ, ਅਗਰ ਮੈਂ ਤੁਹਾਨੂੰ ਆਟੋ ਕੈਂਪੇਨਸ ਦਿਖਾਵਾਂ, then you will see all the auto campaigns ਜਿਹੜੇ ਕਿ ਮੇਰੇ ਰਨ ਹੋ ਰਹੇ ਨੇ, ਜਿਹੜੇ ਆ 4 ਕੈਂਪੇਨ ਰਨ ਹੋ ਰਹੇ ਨੇ, ਤੇ ਉਹਨਾਂ ਦਾ ਜਿਹੜਾ ਪੂਰਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਐਵਰੇਜ, ਉਹ ਮੈਨੂੰ ਪੋਰਟਫੋਲੀਓ ਦੇ ਵਿੱਚ ਬਾਹਰ ਸ਼ੋ ਹੋ ਰਹੀ ਹੈ। so that's how you make decision in PPC, right? so that was the one thing। and then
Yeah, the other thing was, ਇੱਕ ਸਟੂਡੈਂਟ ਨੇ ਮੈਨੂੰ ਪੁੱਛਿਆ ਸੀਗਾ, ਉਹ ਯੂਐਸ ਦੇ ਵਿੱਚ ਸੈਲ ਕਰ ਰਹੇ ਸੀ। देयर इज a scheme ਕਹਿ ਸਕਦੇ ਹਾਂ, ਜਾਂ it's a initiative from the Australian government. I exactly don't remember the name, but ਕੀ ਹੁੰਦਾ ਕਿ ਅਗਰ ਤੁਸੀਂ ਆਸਟ੍ਰੇਲੀਆ ਤੋਂ Amazon US ਦੇ ਉੱਤੇ ਸੈਲ ਕਰ ਰਹੇ ਹੋ, then what you can get is कि for example अगर मैं last 30 days ਦੇ ਵਿੱਚ $10,000 ad spend ਕੀਤਾ, then you can get refunded $5,000 in ads from the Australian government. So ਉਹਦਾ ਨਾਮ ਹੁੰਦਾ ਹੈ, let me just remember, just give me 1 second. So it's called, I think, Export Grant Scheme or something. Yeah. So it's called Export Market Development Grant. So when I used to sell in US, I received this grant for the two to three years period. So what that mean is कि अगर तुसी ਜਿਹੜੇ ਪ੍ਰੋਡਕਟ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਕੋਈ ਬ੍ਰਾਂਡ ਨੂੰ ਯੂ ਸਟਾਰਟ ਅ ਬ੍ਰਾਂਡ ਜਾਂ ਕੋਈ ਪ੍ਰੋਡਕਟ ਜਿਹੜੇ ਆ ਤੁਸੀਂ ਤੁਹਾਡੀ it doesn't need to be ਕਿ ਤੁਹਾਡਾ ਉਹਦਾ ਪ੍ਰੋਡਕਟ ਦਾ ਪੇਟੈਂਟ ਹੋਣਾ ਚਾਹੀਦਾ ਹੈ, ਜਾਂ it needs to be altogether different. It's just that ਕਿ ਤੁਹਾਡੀ ਕੰਪਨੀ ਇੱਥੇ ਹੋਣੀ ਚਾਹੀਦੀ ਹੈ, ਤੁਹਾਡਾ ਲੋਗੋ ਇੱਥੇ ਡਿਜ਼ਾਈਨ ਹੋਇਆ ਹੋਣਾ ਚਾਹੀਦਾ, and your business name is registered here. Even then ਅਗਰ ਤੁਹਾਡੇ ਪ੍ਰੋਡਕਟ ਵੀ ਚਾਈਨਾ ਤੋਂ ਸ਼ਿਪ ਹੋ ਰਹੇ ਨੇ, what I used to have, ਅਗਰ ਉਹ ਸ਼ਿਪ ਵੀ ਹੋ ਰਹੇ ਨੇ, that's fine. So EMDG program is just for that student ਜਿਨ੍ਹਾਂ ਨੇ ask ਕੀਤਾ ਸੀ, is only for those ਜਿਹੜੇ Amazon US market sell ਕਰਦੇ ਨੇ, they can get 50% of their ad revenue back ਅਗਰ ਉਹ US ਦੇ ਵਿੱਚ ਸੈਲ ਕਰਦੇ ਨੇ, ਉਹਨਾਂ ਦੀ ਕੰਪਨੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਰਜਿਸਟਰ ਹੈ। ਸੋ whoever that student was, please see this recording, ਉਹ ਦੇਖ ਸਕਦੇ ਨੇ ਬਾਅਦ ਦੇ ਵਿੱਚ ਜਦੋਂ ਵੀ ਉਹਨਾਂ ਨੂੰ ਟਾਈਮ ਲੱਗਿਆ, and they can reach out to this EMDG program and then talk to them, or if you need help, just reach out to me. I can give you the contact of the agent ਜਿਹੜੇ ਇਹਨਾਂ ਨੂੰ ਕਰਦੇ ਨੇ, and they get their commissions and stuff. So that's it. That was the other thing. And the last thing I want to talk about, ਜਿਹੜੇ students ਨੇ already Christmas ਦੇ around launch ਕਰ ਲਿਆ ਹੋਇਆ, then ਇਹ ਛੋਟੀ ਜੀ exercise ਹੈ, I think it's beneficial ਅਗਰ ਤੁਸੀਂ ਕਰਦੇ ਹੋ ਆਪਣੀ listings ਦੇ ਲਈ, it makes sense. So ਕਰਨਾ ਕੀ ਹੈ, for example ਤੁਸੀਂ ਕੋਈ ਵੀ product sell ਕਰ ਰਹੇ ਹੋ, ਤੁਸੀਂ ਉਹਦੀ back end search terms ਦੇ ਵਿੱਚ ਜਾ ਕੇ ਕੀ ਕਰਨਾ ਹੈ, ਕਿਉਂਕਿ ਜਿਹੜਾ Christmas sales ਦਾ ਜਿਹੜਾ period ਹੈ ਉਹ ਸ਼ੁਰੂ ਹੋਣ ਵਾਲਾ ਹੈ, from 2nd of December to 20th of December the sales gonna be skyrocketing. So what you need to do, ਤੁਸੀਂ ਆਪਣੀ ਲਿਸਟਿੰਗ ਦੇ ਬੈਕ ਐਂਡ ਸਰਚ ਟਰਮ ਤੇ ਜਾਣਾ ਹੈ, ਜਿੰਨੀਆਂ ਵੀ ਤੁਹਾਡੇ ਕੋਲ ਲਿਸਟਿੰਗਸ ਨੇ। ਸੋ ਯੂ ਗੋ ਟੂ ਬੈਕ ਐਂਡ ਐਂਡ ਗੋ ਟੂ ਪ੍ਰੋਡਕਟ ਡੀਟੇਲਸ, ਐਂਡ ਸਰਚ ਟਰਮਸ ਦੇ ਵਿੱਚ ਤੁਸੀਂ ਕੀ ਕਰਨਾ ਹੈ, ਸਰਚ ਟਰਮਸ ਦੇ ਵਿੱਚ ਤੁਸੀਂ ਟਾਈਪ ਕਰਨਾ ਹੈ ਕ੍ਰਿਸਮਸ ਗਿਫਟ, you can also type deals, promos, sales, ਤੁਸੀਂ ਜਿਹੜੇ ਵੀ ਕ੍ਰਿਸਮਸ ਦੇ ਰਿਲੇਟਡ ਕੀਵਰਡ ਫਾਈਂਡ ਆਊਟ ਕਰ ਸਕਦੇ ਹੋ, ਉਹ ਕੀਵਰਡਸ ਤੁਸੀਂ ਆਪਣੀ ਲਿਸਟਿੰਗ ਦੇ ਵਿੱਚ ਜਾ ਕੇ ਪੁੱਟ ਕਰਨੇ ਨੇ। The reason being sometimes ਕੀ ਹੁੰਦਾ ਕਿ ਆਪਾਂ ਅਗਰ ਕ੍ਰਿਸਮਸ ਰਿਲੇਟਡ ਕੀਵਰਡਸ ਆਪਣੀ ਲਿਸਟਿੰਗ 'ਚ ਨਹੀਂ ਪਾਏ, we don't get traffic. In order to get the Christmas traffic on our listing, ਕਿਉਂਕਿ ਟ੍ਰੈਫਿਕ ਬਹੁਤ ਹਾਈ ਹੁੰਦਾ, we just need to put search terms in our backend ਜਿਹੜੇ ਕ੍ਰਿਸਮਸ ਦੇ ਰਿਲੇਟਡ ਨੇ, and then you start to get lot of traffic related to that, ਕਿਉਂਕਿ ਉਦੋਂ most of the sellers got stock out, ਉਹਨਾਂ ਕੋਲ ਸਟਾਕ ਨਹੀਂ ਹੁੰਦਾ, and ਜੇ ਤੁਹਾਡੇ ਕੋਲ ਸਟਾਕ ਹੈਗਾ ਕਿਸੇ ਵੀ ਪ੍ਰੋਡਕਟ ਦਾ, and even if it's little bit related to Christmas, you can put that keyword and save and finish, and that's it. You can get good traction and good sales in that period. So that's it. ਇਹ ਤਿੰਨ ਚੀਜ਼ਾਂ ਮੈਂ ਟਾਕ ਅੱਜ ਕਰਨੀਆਂ ਸੀ। Now we'll jump to Q&A. All the questions and answers ਜਿਨ੍ਹਾਂ ਦੇ ਵੀ ਜਿਹੜੇ ਹੈਗੇ ਨੇ, and then we'll go from there. Let's start it.
ਸਤਿ ਸ਼੍ਰੀ ਅਕਾਲ ਭਾਜੀ, ਤਨਵੀ ਗੱਲ ਕਰ ਰਹੀ ਹਾਂ। ਹਾਂਜੀ ਤਨਵੀ। ਭਾਜੀ ਜਿਹੜਾ ਤੁਸੀਂ ਹੁਣੇ ਦੱਸਿਆ ਕਿ ਸਰਚ ਟਰਮਸ 'ਚ ਕੀਵਰਡਸ ਪਾਣੇ ਕਿਸ ਕ੍ਰਿਸਮਸ ਦੇ ਰਿਲੇਟਡ ਤੁਸੀਂ ਪ੍ਰਾਈਵੇਟ ਲੇਬਲ ਵਾਲੀ ਲਿਸਟਿੰਗਸ ਵਾਸਤੇ ਹੀ ਦੱਸ ਰਹੇ ਹੋ? ਹਾਂਜੀ, this is for private label ਓਕੇ ਓਕੇ, because ਆਲ in ਗੁੱਡ। wholesale listing you don't ਆਈ control the listing. Yeah, so it's ਰਾਈਟ, for private label. ਓਕੇ ਓਕੇ। ਇੱਕ ਭਾਜੀ, ਆਈ ਕੈਨ ਸੈਂਡ ਯੂ ਦੀ ਸਕਰੀਨਸ਼ਾਟ ਆਫਟਰ ਦਿਸ ਕਾਲ। ਮੈਨੂੰ ਇੱਕ ਨੋਟੀਫਿਕੇਸ਼ਨ ਆਇਆ ਹੈ Amazon ਸੈਂਟਰਲ ਵੱਲੋਂ, ਉਹਨਾਂ ਨੇ ਕੁਝ ਸੀਰੀਅਲ ਨੰਬਰਸ ਕਰਕੇ ਕੁਝ ਮੰਗੇ ਹੈ। ਸੋ Okay. ਆਈ ਡਿਡ ਟਰਾਈ ਟੂ ਅੰਡਰਸਟੈਂਡ ਇਟ, ਬਟ ਉਹਦੇ ਕੁਝ ਐਵੇਂ ਹੈ ਕਿ ਹੋ ਸਕਦਾ ਜਿਵੇਂ ਮੇਰੀ ਹੋਲਸੇਲ ਦੀ ਲਿਸਟਿੰਗ ਹੈ ਤਾਂ Mhm. ਉੱਥੇ ਲਿਖਿਆ ਕਿ ਉਹਨਾਂ ਦੇ ਕੋਈ ਟਰਾਂਸਪੇਰੈਂਸੀ ਵਾਸਤੇ ਉਹਨਾਂ ਨੇ ਕੋਈ ਸੀਰੀਅਲ ਨੰਬਰ ਮੰਗਿਆ ਜਿਹੜਾ ਮੇਰੇ ਕੋਲ ਨਹੀਂ ਹੈ, ਤਾਂ ਉਹਨਾਂ ਨੇ It's ਕੁਝ a transparency code. So the ਓਕੇ problem with this is the only problem with wholesale is कि ਜਦੋਂ ਕਿਸੇ product ਦਾ ਕਿਸੇ seller ਨੇ as a brand register ਕੀਤਾ ਹੁੰਦਾ ਹੈ, then what they do is they apply for a transparency code. ਉਹ ਤੁਹਾਡੇ ਓਕੇ UPC barcode ਦੇ ਨਾਲ ਲਿੰਕ ਹੋ ਜਾਂਦਾ ਹੈ। ਓਕੇ। And then if someone else tries to sell on that listing, Amazon automatically ਉਹਨਾਂ ਨੂੰ notification ਭੇਜ ਦਿੰਦਾ ਹੈ ਕਿ ਅਗਰ ਤੁਹਾਡੇ ਕੋਲ ਅਗਰ ਤੁਸੀਂ original seller ਹੋ ਉਸ listing ਦੇ, then you share a transparency code with us ਜਿਹੜਾ ਕਿ ਉਸ UPC ਦੇ ਨਾਲ register ਹੈ। So unfortunately we will not be having that. So what we can do, we can create a new listing ਓਕੇ and get the stock back from that listing to your house, ਓਕੇ create a new listing and send the stock to that particular listing. Okay, so this can eventually be happen any time in between the sale, ਕਿਉਂਕਿ ਜਦ ਅਸੀਂ ਲਿਸਟਿੰਗ ਕੀਤੀ ਸੀ ਤਾਂ ਨਹੀਂ ਸੀਗਾ ਤੇ ਉਸ ਤੋਂ Yeah, ਬਾਅਦ this ਜਦ ਉਹ can. ਤੇ ਓਕੇ Yes. ਯੂਨਿਟ ਸੋਲਡ ਹੋਏ ਉਸ ਲਿਸਟਿੰਗ ਤੇ ਉਸ ਤੋਂ Yep. ਬਾਅਦ ਮੈਨੂੰ ਇਹ ਈਮੇਲ ਆਇਆ। So this happens with only one listing. ਇੱਕ ਨਾਲ ਹੀ ਹੋਇਆ ਤੁਹਾਡੀ? ਹਾਂਜੀ ਹਾਂਜੀ, ਇੱਕ ਦੇ ਨਾਲ ਹੀ ਹੋਇਆ। And how's your other sales going? Other sales are going okay so far. Last week ਦਾ ਜਿਹੜਾ ਇੱਕ 25th ਸੀਗਾ ਵਿੱਚ ਉਹਦੇ ਚ ਕੋਈ ਸੇਲ ਨਹੀਂ ਸੀਗੀ, 2 ਜਾਂ 3 ਯੂਨਿਟ ਸੀਗੇ ਕਿਉਂਕਿ ਅਸੀਂ ਮੈਂ ਆਪਣੇ ਕੈਂਪੇਨ ਪੌਜ਼ ਕੀਤੇ ਹੋਏ ਸੀ ਤਾਂ Yep. 2-3 ਦਿਨ ਸੇਲ ਹੋਈ ਉਸ ਤੋਂ ਬਾਅਦ। ਬਟ ਫਿਰ ਮੈਨੂੰ ਲੱਗਿਆ ਕਿ ਮੇਰੀ ਸੇਲ ਉੱਥੇ ਨਹੀਂ ਹੋ ਰਹੀ, ਫਿਰ ਮੈਂ ਉਹਨੂੰ ਕੈਂਪੇਨ ਨੂੰ ਰਨ ਕੀਤਾ ਸੀ ਇੱਕ ਦਿਨ ਲਈ। Yep. ਇੱਕ ਦਿਨ ਲਈ ਰਨ ਕੀਤਾ ਆਟੋ ਕੈਂਪੇਨ ਤਾਂ ਉਹਨੇ ਫਿਰ ਵਾਪਸ ਸੇਲਸ ਦੁਬਾਰਾ Okay, that's good. ਉਹੀ ਯੂਨਿਟਸ ਦੀ ਸ਼ੁਰੂ ਕਰਤੀ। ਹਾਂ, ਸੋ ਹੁਣ ਮਿਨੀਮਮ ਅੱਜ ਵੀ ਹੋਇਆ 26 ਯੂਨਿਟ ਸੋਲਡ ਇਨ ਅ ਡੇ। Oh, great, Tanvi. You shouldn't take it normal. It's a very big thing. ਪਰ ਪਿੱਛੇ ਹੋਈ ਨਹੀਂ ਸੀ ਤਾਂ ਮੈਂ ਕਿਹਾ ਸ਼ਾਇਦ No, ਹੁਣ no, no. ਨਹੀਂ It's a very ਹੋਈ। big thing. You're doing 26 units a day, and it's a very big achievement. ਥੈਂਕ ਯੂ ਸੋ ਮਚ। ਸੋ Yeah. ਹੁਣ ਮੈਂ ਪੌਜ਼ ਕੀਤਾ ਹੋਇਆ ਕੈਂਪੇਨ ਕਿਉਂਕਿ ਹਲੇ ਕੱਲ ਪੌਜ਼ ਕੀਤਾ ਸੀ ਕਿਉਂਕਿ ਕੱਲ ਹੀ ਰਨ ਕੀਤਾ ਸੀ। Mm-hmm. ਸੋ ਉਸ ਤੋਂ ਬਾਅਦ ਅੱਜ ਤਾਂ ਸੇਲਸ ਹਜੇ ਆ ਰਹੀ ਹੈ। ਸੋ ਆਈ ਐਮ ਜਸਟ ਟਰਾਈਂਗ ਐਂਡ ਅੰਡਰਸਟੈਂਡ ਕਿ ਜੇ ਅਸੀਂ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਆਲਰੇਡੀ ਟ੍ਰੈਫਿਕ ਹੈਗਾ, ਆਟੋ ਕੈਂਪੇਨ ਨਾਲ ਵੀ ਕੰਮ ਹੋ ਜਾਣਾ ਹੈ। ਸੋ Mm-hmm. ਆਈ ਐਮ ਜਸਟ ਟਰਾਈਂਗ ਟੂ ਰਨ ਅ ਡੇ ਐਂਡ ਦੈਨ ਇਫ ਆਈ ਪੌਜ਼ ਇਟ ਸੋ ਇਵੈਂਚੁਅਲੀ all the units are getting sold one on one। ਹੁਣ ਸ਼ੁਰੂ ਹੋ ਗਿਆ ਬਾਕੀ ਲਿਸਟਿੰਗਸ ਤੇ ਵੀ। Okay, that's good. We are closing up the high, the high sale period gonna start from 2nd of December. It hasn't started yet. From 2nd of December to 20th of December will be a huge traffic. ਜਿਹੜਾ main Christmas ਦਾ traffic ਹੁੰਦਾ, yes. So in that case, Paji, should I I'll be working on that, but should I if I stuck, should I get in touch with you? ਕਿਉਂਕਿ ਉੱਥੇ ਡੇਟ ਲਿਖੀ ਆ ਕਿ ਤੁਸੀਂ 15 ਤੱਕ ਸਾਨੂੰ ਜਿਹੜੇ ਟ੍ਰਾਂਸਪੇਰੈਂਸੀ ਕੋਡਸ ਹੈ ਦੇਣੇ ਆ। ਸੋ ਆਈ ਹੈਵ ਟੂ ਕ੍ਰੀਏਟ that as early as possible, ਹੈ ਨਾ, ਕਿਉਂਕਿ ਮੈਂ ਜਿੰਨਾ ਛੇਤੀ ਮੰਗਵਾਉਂਗੀ ਉਨਾ ਛੇਤੀ Yeah. ਮੈਂ ਭੇਜੂੰਗੀ ਵੀ ਵਾਪਸ। Yeah, get in touch with me. I'll let you know. Okay, all good, Paji. Thank you. No worries. हेलो Hello. हाँ जी, जतिन पाजी कैसे हो? प्रकाश बात कर रहा हूँ। जी प्रकाश जी। अच्छा पाजी, ये जो क्वेश्चन बैटरी वाला था वो मैंने ही पूछा था। अगर ये वीडियो मुझे पहले देखने को मिल गया होता तो रात को नींद आ जाती। मुझे कल पूरी रात नींद ही नहीं आई क्योंकि चलिए अब पाजी आ मैंने जाएगी मेरे रात को। पांच सप्लायर की जो रिलेटेड प्रोडक्ट है बैटरी वाले, मैंने 5 सप्लायर को कम से कम 3,000 करीबन पे कर दिए। मेरी 5 प्रोडक्ट है ये कैटेगरी में। तो वो लोग जस्ट रीत को वो सोर्सिंग कोड वालों को प्रोडक्ट रेडी करके वो शिप करने के लिए भेज रहे थे। तब कल रात को मैंने कोई वीडियो देखा कि भाई बैटरी वाला, ये तो 2 दिन से मैं ऐसे क्वेश्चन ग्रुप में पूछ रहा हूँ। बट जिस तरह से आपने बोला है तो मेरी प्रोडक्ट तो फिर मैंने सारे ऑर्डर कैंसिल कर दिए, राइट, और रिफंड मंगवा लिया क्योंकि मुझे पता नहीं था कि अब
अप्रूव होगा कि नहीं, कि वो क्या होगा ना, एक बार शिप कर दे उसके बाद। तो एक प्रोडक्ट उन्होंने कैंसिल नहीं कर पाए क्योंकि वो ऑलरेडी शिप कर दिया था दूसरे सप्लायर से। तो वो मे बी टुडे और टुमारो द सोर्सिंग स्क्वाड विल गेट देम। बट बाकी जो आप कह रहे हो उस तरह से अगर ये चीज फॉलो करे, उसके बाद भी हमें कोई सर्टिफिकेशन वगैरह चाहिए होगा कि ये जो गूगल शीट या जो भी शीट है, राइट, वो बैटरी एग्जाम शीट डालने के बाद वो अप्रूव हो जाएगा? नहीं, वो अप्रूव हो जाएगा, देयर शुडंट बी एनी इशू। ओके, कोई हजार्ड केमिकल या ऐसा कुछ नहीं है, जस्ट बैटरी वाले टॉयज है जिसमें काफी के अंदर बैटरी इंक्लूड है, काफी के अंदर कस्टमर खुद बैटरी डालता है। तो यही सारा सबसे बड़ा पंगा था, क्योंकि मेरी सारी प्रोडक्ट उसी कैटेगरी में है। ओके ओके, ना दैट्स फाइन, इट शुड गेट रिजॉल्व अगर आप ये प्रोसेस फॉलो करते हो। ओके ओके। और दूसरी चीज पाजी यही सर्टिफिकेट के रिलेटेड है कि जो काफी सप्लायर से जो मेन कोई भी चीज, कोई भी कैटेगरी का प्रोडक्ट हो, तो उसके लिए कोई एक ऐसा पर्टिकुलर सर्टिफिकेशन है कि जो अमेजोन मांगता ही मांगता है? जैसे सप्लायर से कहते हैं कि भाई आपके पास कौन सा सर्टिफिकेट है, तो काफी लोग तो पता भी नहीं होता, हो सकता है उन्होंने उतना बिजनेस ना करा हो, वट एवर रीजन, छोटे सप्लायर हो या कुछ भी, तो वो कहते हैं कि भाई हमारे पास सीपीसी सर्टिफिकेट है या ऐसा कुछ ओनली सी सर्टिफिकेट है। तो कोई प्रॉपर वे है कि भाई कौन से कैटेगरी के लिए कौन सा सर्टिफिकेट चाहिए? वो आपको Amazon का मैं लिंक शेयर कर देता हूँ। आई जस्ट वांट टू बी क्विक सो दैट एवरी आंसर्स सबके आंसर्स हो जाएं। मैं आपको लिंक शेयर करता हूँ जहाँ पर प्रोडक्ट कैटेगरीज की रिक्वायरमेंट्स होती हैं, तो वो आप वहां से चेक कर सकते हो, क्योंकि एवरी कैटेगरी इज डिफरेंट, एवरी प्रोडक्ट हैज अ डिफरेंट रिक्वायरमेंट। बट मोस्ट ऑफ द टाइम्स, जैसे मैंने बोला कि आप अगर एग्जाम्पशन शीट अपलोड करो तो वो कोई प्रॉब्लम नहीं आती, बट अब स्टिल हैव अ लुक ऑन दैट, उस लिंक पे, ताकि आपको पहले पता हो कि क्या चाहिए आपको। ओके 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 ओके। हाँ, ये सर्टिफिकेट वाला, क्योंकि काफी सप्लायर कह रहे हैं कि भाई हमारे पास सी सर्टिफिकेट है, काफी लोग कह रहे हैं कि भाई हमारे पास एसएस है जो आई थिंक ऑस्ट्रेलिया के लिए है वो है, और एफसीसी, तो पता नहीं एग्जैक्टली कोई कौन सी चीज के लिए कौन सा चाहिए, तो Yeah, ऑर्डर CE करने से for पहले। electronics, FCC is for electronics and food। तो ये वहाँ पे सिंपल बेसिक डेफिनेशंस में लिखा हुआ है, आप चेक कर सकते हो। ओके। और हर प्रोडक्ट का एक सेफ्टी डेटा शीट तो होना ही चाहिए, दैट्स मस्ट। या सेफ्टी डेटा शीट पर अगर आप ले लो तो दैट्स गुड, यस। ओके ओके ओके, नो वरीज पाजी, थैंक यू सो मच। नो वरीज, लेट्स जंप टू नेक्स्ट क्वेश्चन। ਹੈਲੋ हेलो। ਹੈਲੋ ਹਾਂਜੀ ਵੀਰੇ, ਰਮਨ ਗੱਲ ਕਰ ਰਿਹਾ ਮੈਂ। हाँ जी रमन जी, की हाल चाल है? ਵਧੀਆ, ਸੌਰੀ ਮੈਂ ਥੋੜਾ ਲੇਟ ਹੋ ਗਿਆ, ਮੈਂ ਜੌਬ ਲੇਟ ਫਿਨਿਸ਼ ਕੀਤੀ ਸੀਗੀ। हाँ जी, नहीं नो वरीज। ਅੱਜ ਮੇਰੀ ਕਲਾਸ ਵੀ ਫਸਟ ਹੀ ਹੈ, ਮੈਂ ਪਹਿਲੀ ਵਾਰ ਅਟੈਂਡ ਕਰ ਰਿਹਾ। नहीं ठीक है जी, कोई गल नहीं। हाँ ਮੇਰਾ जी ਕੁਐਸਚਨ ਵੀਰੇ ਇਹੀ ਸੀਗਾ ਕਿ ਆਪਾਂ ਡਿਲੀਵਰੀ ਮੇਰੀ ਸ਼ਿਪਿੰਗ ਪਲਾਨ ਬਣਾਇਆ ਸੀ ਜਦੋਂ, ਤੇ ਹਾਂਜੀ ਉਹਦੇ ਵਿੱਚ ਕੀ ਸੀਗਾ ਕਿ ਮਤਲਬ ਇੱਕ ਦਾ ਬਣ ਨਹੀਂ ਰਿਹਾ ਸੀ, ਇੱਕ ਪ੍ਰੋਡਕਟ ਦਾ ਆਪਾਂ ਅਲੱਗ ਤੋਂ ਬਣਾਇਆ ਸੀਗਾ ਉਹ, हाँ ਤੇ जी ਉਹਦੀ ਜਿਹੜੇ ਸਾਰੇ ਪ੍ਰੋਡਕਟਸ ਆ ਉਹਦੀ ਡਿਲੀਵਰੀ ਜਿੱਦਾਂ ਆਸਟ੍ਰੇਲੀਆ ਦੇ ਵਿੱਚ 28th ਨੂੰ ਆ ਰਹੀ ਆ, ਤੇ ਬਟ ਜੋ ਇੱਕ ਸੀਗਾ ਉਹਦੇ ਜਿਵੇਂ 13 ਕਾਰਟਨਸ ਉਹ ਕੱਲ ਹੋ ਗਈ, ਜਿਵੇਂ 24th ਨੂੰ ਉਹਨੇ ਹੋ ਗਈ ਸੀਗੀ ਉਹ। हाँ जी ਪਰ ਮੈਂ ਜਿੱਦਾਂ ਮੇਰਾ ਕੁਐਸਚਨ ਇਹ ਹੈ ਵੀ ਆਪਾਂ ਐਡਵਰਟਾਈਜ਼ਮੈਂਟ ਜਦੋਂ ਕੈਂਪੇਨ ਬਣਾਉਣਾ ਹੈਗਾ, ਆਪਾਂ ਕੰਪੇਨ ਬਣਾਉਣਾ, ਕੰਪੇਨ ਸਟਰਕਚਰ, ਤੇ ਉਹਦੇ ਵਿੱਚ ਜਿੱਦਾਂ ਮੈਂ ਜੋ ਕੋਰਸ ਦੇ ਵਿੱਚ ਵੀਡੀਓ ਸੀ ਮੈਂ ਉਹ ਦੇਖੀ ਸੀਗੀ, ਆਪਾਂ ਜਿੱਦਾਂ ਵੀ ਸਾਰੇ ਦਿਨ ਦਾ ਆਪਾਂ $10 ਤੱਕ ਆਪਾਂ ਬਜਟ ਰੱਖਣਾ ਹੁੰਦਾ ਜਾਂ ਕੁਛ, हाँ जी। ਤੇ ਜੇ ਮੇਰਾ ਇੱਕ ਪ੍ਰੋਡਕਟ ਮਤਲਬ ਪਹਿਲਾਂ ਆ ਜਾਂਦਾ ਤੇ ਉਹ ਮੈਂ ਕਿਵੇਂ ਸਟਰਕਚਰ ਉਹਨੂੰ ਕਿੱਦਾਂ ਬਣਾਉਂਗਾ, ਇਹ ਮੇਰਾ ਇੱਕ ਸਿੰਪਲ ਜਿਹਾ ਕੁਐਸਚਨ ਆ ਬਸ। ਤੁਸੀਂ ਸਾਰੇ ਦੇ ਸਾਰੇ ਪ੍ਰੋਡਕਟਸ ਇਨਕਲੂਡ ਕਰਕੇ ਕੈਂਪੇਨਸ ਚਲਾ ਦੇਣੇ ਆ। ਓਕੇ ਐਡ ਸਿਰਫ ਉਹਨਾਂ ਪ੍ਰੋਡਕਟਸ ਤੇ ਰਨ ਹੋਣਗੀਆਂ ਜਿਨ੍ਹਾਂ ਤੇ ਸਟਾਕ ਹੋਏਗਾ, ਜਿਨ੍ਹਾਂ ਤੇ ਸਟਾਕ ਨਹੀਂ ਹੋਏਗਾ ਉਹਨਾਂ ਤੇ ਐਡਸ ਨਹੀਂ ਰਨ ਹੋਣਗੀਆਂ ਤੁਹਾਡੀਆਂ। ਓਕੇ ਇਹ ਤੇ ਆਟੋਮੈਟਿਕ ਹੁੰਦਾ ਵੀ ਜਦੋਂ ਸਟਾਕ ਆ ਜਾਏਗਾ ਉਹਨਾਂ ਪ੍ਰੋਡਕਟਸ ਤੇ, ਤਾਂ ਫਿਰ ਉਹ ਪ੍ਰੋਡਕਟ ਵੀ ਐਡਸ ਦੇ ਥਰੂ ਚੱਲਣੇ ਸ਼ੁਰੂ ਹੋ ਜਾਣਗੇ। ਓਕੇ ਐਂਡ ਆਪਾਂ ਜਿੱਦਾਂ ਮੇਰੇ ਹਜੇ ਉੱਥੇ ਫੁੱਲਫਿਲ ਸੈਂਟਰ 'ਚ ਤਾਂ ਪ੍ਰੋਡਕਟਸ ਪਹੁੰਚੇ ਨਹੀਂ ਹੈਗੇ, ਆਪਾਂ ਪਹਿਲਾਂ ਮਤਲਬ ਬਣਾ ਸਕਦੇ ਹਾਂ ਆਪਾਂ ਕੈਂਪੇਨ ਜੀ ਸਟਰਕਚਰ? ਬਣਾ ਸਕਦੇ ਤੁਸੀਂ, ਉਹ ਐਡ ਸਪੈਂਡ ਨਹੀਂ ਹੋਊਗੀ, ਮਤਲਬ ਉਹਦੇ ਤੇ ਤੁਹਾਡਾ ਮਨੀ ਸਪੈਂਡ ਨਹੀਂ ਹੋਊਗੀ, ਬਟ ਉਹ ਤੁਹਾਡੇ ਐਕਟਿਵ ਰਹਿਣਗੇ। ਜਦੋਂ ਸਟਾਕ ਆਏਗਾ ਸਟ੍ਰੇਟ ਅਵੇ ਆਟੋਮੈਟਿਕਲੀ, ਈਵਨ ਇਫ ਯੂ ਆਰ ਸਲੀਪਿੰਗ ਐਟ ਨਾਈਟ, ਤਾਂ ਤੁਹਾਡੀ ਐਡ ਜਿਹੜੀ ਆ ਰਨ ਹੋਣੀ ਸ਼ੁਰੂ ਹੋ ਜੂਗੀ। ਓਕੇ ਐਂਡ ਆਪਾਂ ਉਹਦਾ ਨੇਮ ਆਪਾਂ ਕੋਈ ਵੀ ਰੱਖ ਸਕਦੇ ਹਾਂ, ਤੇ ਉਹਦੇ ਜੋ ਸਾਰੇ ਪ੍ਰੋਡਕਟਸ ਹੈਗੇ ਆ ਸਾਰਿਆਂ ਦੇ ਕੀਵਰਡਸ ਆਪਾਂ ਵਿੱਚ ਪਾ ਦੇਣੇ ਹੈਗੇ ਇੱਕ ਦੇ ਵਿੱਚ ਹੀ, ਕਿ ਕਿੱਦਾਂ ਹੁੰਦਾ ਹੈਗਾ ਉਹ? ਹਾਂਜੀ, ਜਿਹੜੇ ਆਟੋ ਕੈਂਪੇਨਸ ਨੇ ਉਹਨਾਂ ਵਿੱਚ ਤਾਂ ਤੁਹਾਨੂੰ ਕੀਵਰਡਸ ਪਾਣੇ ਨਹੀਂ ਹੁੰਦੇ। ਨਹੀਂ ਜਿਵੇਂ ਮੈਂ ਤਾਂ ਮੈਨੂਅਲ ਵਾਲੀ ਦੇਖੀ, ਜਿਵੇਂ ਤੁਸੀਂ ਉਹਦੇ ਵਿੱਚ ਮੈਂਸ਼ਨ ਕੀਤਾ ਸੀ ਮੈਨੂਅਲ, ਆਪਾਂ ਮਤਲਬ ਮੈਨੂਅਲ ਸਿਲੈਕਟ ਕਰਦੇ ਹਾਂ ਜਦੋਂ ਆਪਾਂ। ਹਾਂਜੀ, ਜਦੋਂ ਜਿਹੜੇ ਮੈਨੂਅਲ ਵਾਲੇ ਨੇ ਉਹਨਾਂ ਵਿੱਚ ਤੁਹਾਨੂੰ ਹਰ ਜਿਹੜਾ ਪ੍ਰੋਡਕਟ ਰਿਲੇਟਡ ਹੈ ਉਹਦੇ ਰਿਲੇਟਡ ਹੀ ਕੀਵਰਡਸ ਪਾਣੇ ਪੈਣਗੇ, ਉਹਨਾਂ ਦੇ ਕੈਂਪੇਨਸ ਅਲੱਗ ਹੋਣਗੇ। ਓਕੇ
हाँ जी, ਫੋਰ ਐਗਜ਼ਾਮਪਲ ਜਿੱਦਾਂ ਦੋ ਵੈਸੇ ਆਈ ਥਿੰਕ ਜਿਹੜੇ ਤੁਹਾਡੇ ਪ੍ਰੋਡਕਟ ਨੇ ਲੈਟਸ ਸੇ ਅਗਰ 2 ਤੋਂ 3 ਤਰ੍ਹਾਂ ਦੇ ਪ੍ਰੋਡਕਟ ਸਿਮਿਲਰ ਨੇ ਤਾਂ ਤੁਸੀਂ ਉਹਨਾਂ ਦੇ ਉੱਤੇ ਸੇਮ ਮਤਲਬ ਸੇਮ ਕੀਵਰਡ ਟੈਸਟ ਕਰ ਸਕਦੇ ਹੋ 2 ਜਾਂ 3 ਪ੍ਰੋਡਕਟਸ ਤੇ, ਬਟ ਉਸ ਤੋਂ ਇਲਾਵਾ ਅਗਰ ਕੋਈ ਪ੍ਰੋਡਕਟ ਲੈਟਸ ਸੇ ਟਰੇ ਦੇ ਨਾਲ ਹੈ ਤਾਂ ਟਰੇ ਦੇ ਰਿਲੇਟਡ ਕੀਵਰਡ ਤੁਸੀਂ ਇੱਕ ਅਲੱਗ ਕੈਂਪੇਨ ਦੇ ਵਿੱਚ ਪਾ ਦਿਓ। ਬਜਟ ਤੁਸੀਂ $5 ਹੀ ਰੱਖ ਸਕਦੇ ਹੋ। ਓਕੇ, ਜਿੱਦਾਂ ਮੇਰੇ ਤਾਂ ਮਤਲਬ ਪ੍ਰੋਡਕਟਸ ਤੁਹਾਨੂੰ ਪਤਾ ਹੀ ਹੈ, ਜਿਵੇਂ ਡਿਕੈਂਟਰ ਸੈੱਟ ਹੋ ਗਏ ਜਾਂ ਇੱਕ ਦੋ ਹੋਰ ਬਗ ਜ਼ੈਪਰ ਹੋ ਗਿਆ, ਜਾਂ ਮਤਲਬ ਟੋਟਲ 11 ਪ੍ਰੋਡਕਟਸ ਆ ਸਾਰੇ। ਹਾਂਜੀ ਹਾਂਜੀ ਤੇ ਮਤਲਬ ਇਹਦਾ ਮਤਲਬ ਪਹਿਲਾਂ ਹੀ ਬਣਾ ਸਕਦੇ ਹੈਗੇ ਆਪਾਂ, ਹਨਾ, ਜਦੋਂ ਹਾਂਜੀ, ਉੱਥੇ। ਤੁਸੀਂ ਪਹਿਲਾਂ ਬਣਾ ਕੇ ਰੱਖ ਸਕਦੇ ਹੋ। ਓਕੇ 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 ਓਕੇ, ਮੈਂ ਸਿਰਫ ਜੋ ਮੈਂ ਵੀਡੀਓ ਦੇਖੀ ਸੀਗੀ, ਸੌਰੀ ਮੈਂ ਥੋੜਾ ਟਾਈਮ ਜ਼ਿਆਦਾ ਲੈ ਰਿਹਾ, ਉਹਦੇ ਵਿੱਚ ਤੁਸੀਂ ਮਤਲਬ ਇੰਨਾ ਹੀ ਸੀਗਾ, ਮੈਨੂੰ ਲੱਗਦਾ ਹੋਰ ਸ਼ਾਇਦ ਵੀਡੀਓ ਪਈ ਹੋਣੀ ਜਾਂ ਮੈਨੂੰ ਦਿਖੀ ਨਹੀਂ ਹੋਣੀਗੀ, ਉਹਦੇ ਵਿੱਚ ਸਿਰਫ ਇੰਨਾ ਹੀ ਸੀਗਾ ਵੀ ਤੁਸੀਂ ਇੱਕ ਦਾ ਬਣਾ ਰਹੇ ਸੀਗੇ ਤੇ ਬਸ ਕੀਵਰਡਸ ਦੱਸ ਰਹੇ ਸੀਗੇ ਵੀ ਇਹਦੇ ਵਿੱਚ ਤੁਸੀਂ ਆਹ ਐਡ ਕਰਕੇ ਤੇ ਇਦਾਂ ਬਣ ਸਕਦਾ ਹੈਗੀ ਚੀਜ਼। ਤੁਸੀਂ ਲਾਸਟ ਵੀਕ ਨੂੰ ਛੱਡ ਦਿਓ, ਉਸ ਤੋਂ ਪਹਿਲੀਆਂ 2 ਵੀਡੀਓਜ਼ ਦੇ ਵਿੱਚ ਮੈਂ ਪੀਪੀਸੀ ਦੀ ਕਲਾਸਿਸ ਕੀਤੀਆਂ ਨੇ, ਅਗਰ ਤੁਸੀਂ ਓਕੇ ਉਹਦੇ 'ਚ ਚੈੱਕ ਕਰੋ ਤਾਂ ਤੁਹਾਨੂੰ ਈਜ਼ੀਲੀ ਮਿਲ ਜਾਏਗਾ। ਓਕੇ, ਉਹ ਆਪਣੇ ਫੇਸਬੁੱਕ ਪੇਜ ਤੇ ਹੋਊਗਾ ਕਿ YouTube ਨਹੀਂ, ਚੈਨਲ? ਉਹ ਆਪਣੇ ਕੋਰਸ ਦੇ ਵਿੱਚ ਅਪਲੋਡਡ ਹੈ। ਉਸ ਦੇ ਵਿੱਚ ਓਕੇ ਜੀ, ਓਕੇ 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 ਓਕੇ, ਚਲੋ ਕੋਈ ਨਹੀਂ, ਥੈਂਕ ਯੂ ਵੀਰੇ, ਫਿਰ ਮੈਨੂੰ ਕੋਈ ਪ੍ਰੋਬਲਮ ਲੱਗੀ ਤਾਂ ਚਲੋ ਆਪਾਂ ਵਿਲ ਡਿਸਕਸ, ਹੈ ਨਾ। ਹਾਂਜੀ ਹਾਂਜੀ, ਨੋ ਵਰੀਜ਼। ਹਾਂਜੀ, ਓਕੇ, ਥੈਂਕ ਯੂ। ओके। I just had a quick question, Ashlyn here. Yep. ये Helium 10 क्या है? इसमें अकाउंट क्रिएट करना पड़ेगा? जी, हीलियम 10 एक सॉफ्टवेयर है जिसके थ्रू हम लोग प्रोडक्ट रिसर्च करते हैं। Okay. फॉर एग्जांपल आपको प्रोडक्ट रिसर्च करना है कि कौन सा आपको सेल करना है अमेजोन पे, तो वो आपको हीलियम 10 बताएगा, और प्रोडक्ट को लिस्टिंग को ऑप्टिमाइज कैसे करना है वो सारा कुछ आपको वहीं से उसी सॉफ्टवेयर से पता चलता है। तो आई थिंक यू जस्ट ज्वाइन टुडे, सो आई विल सेंड यू द एक्सेस ऑफ कोर्स ऑन योर ईमेल. You just send me your email, right? So once you will watch all the videos of the course, then you will understand how Helium 10 works, how to create the listing, how to run the ads, everything you will understand. So right now I don't have to sign up for it, right? No, ये मैं sign. not yet. Okay. Yeah. No. और ये sorry, किसी ने अभी बोला था कोर्स कहाँ पे मिलेगा? Like, is there a page where you upload all your videos or something? Yeah, I will send you the access on your email, as I said. Okay. So I'll send you the No. access. Yeah. After the class, I'll send you the access. No. Yeah. ਭਾਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਵੇਂ ਹੁਣ ਤੁਸੀਂ ਕਿਹਾ ਕਿ ਬੈਟਰੀ ਵਾਲੇ ਪ੍ਰੋਡਕਟਸ ਨੇ, ਇਹਨਾਂ ਨੂੰ ਸੈਲ ਕਰਨ ਲਈ ਆਪਾਂ ਨੂੰ ਇਹ ਕੁਝ ਫੰਕਸ਼ਨਾਂ ਕਰਵਾਉਣੀ ਪੈਂਦੀ, ਜਿਵੇਂ ਹੁਣ ਵੁਡਨ ਪ੍ਰੋਡਕਟਸ ਨੇ, ਉਹਨਾਂ ਲਈ ਵੀ ਐਗਜ਼ੈਂਪਸ਼ਨ ਚਾਹੀਦੀ ਹੁੰਦੀ ਹੈ ਆਪਾਂ ਨੂੰ ਆਸਟ੍ਰੇਲੀਆ 'ਚ ਇੰਪੋਰਟ ਕਰਨ ਲਈ? ਨਹੀਂ ਜੀ, ਉਹਦੇ ਲਈ ਤੁਹਾਨੂੰ ਨਹੀਂ ਚਾਹੀਦਾ ਹੁੰਦਾ ਕੁਝ ਵੀ, ਉਹਦੇ ਲਈ ਐਗਜ਼ੈਂਪਸ਼ਨ ਨਹੀਂ ਚਾਹੀਦੀ। ਜਦੋਂ ਤੁਸੀਂ DDP ਸ਼ਿਪਿੰਗ ਕਰਵਾਉਂਦੇ ਹੋ, ਇੱਕ ਸਰਟੀਫਿਕੇਟ ਚਾਹੀਦਾ ਹੁੰਦਾ ਉਹਨੂੰ, ਮੈਨੂੰ ਉਹਦਾ ਨਾਮ ਭੁੱਲ ਜਾਂਦਾ, ਉਹਨੂੰ ਇੱਕ ਸਪੈਸੀਫਿਕ ਹੁੰਦਾ, ਬਟ ਅਗਰ ਤੁਸੀਂ DDP ਸ਼ਿਪਿੰਗ ਕਰਵਾਉਂਦੇ ਹੋ ਤਾਂ ਤੁਹਾਡਾ ਸ਼ਿਪਿੰਗ ਏਜੰਟ ਉਹਦੇ ਟੇਕ ਕੇਅਰ ਕਰਦਾ ਹੈ, ਸੋ ਵੁਡਨ ਦੇ ਰਿਲੇਟਡ ਤੁਹਾਨੂੰ ਕੋਈ ਇਸ਼ੂ ਨਹੀਂ ਹੁੰਦਾ। ਓਕੇ। ਹਾਂਜੀ। ਤੇ ਭਾਜੀ ਬਸ ਲਾਈਕ ਹੁਣ ਜਿਹੜੇ ਆ ਬੈਟਰੀ ਵਾਲੇ ਪ੍ਰੋਡਕਟਸ ਨੇ, ਇਹਦੇ ਵਾਸਤੇ ਸੀ ਸਰਟੀਫਿਕੇਟ ਇਨਫ ਨਹੀਂ ਹੈਗਾ ਆਸਟ੍ਰੇਲੀਆ 'ਚ ਸੇਲ ਕਰਨ ਵਾਸਤੇ? ਕਿਉਂਕਿ ਐਮਾਜ਼ੋਨ ਦੇ ਵਿੱਚ ਬਹੁਤ ਜਿਹੇ ਸੇਲਰ ਸੇਲ ਕਰ ਰਹੇ ਆ ਜਿਹੜੇ ਆਈ ਪ੍ਰੋਡਕਟ ਥਿੰਕ ਹੁੰਦਾ, ਦੇਖੋ ਸਮਟਾਈਮਸ ਯੂ ਗੈਟ ਥਰੂ, ਸਾਡੇ ਕੋਲ ਇਦਾਂ ਦੇ ਵੀ ਕਈ ਪ੍ਰੋਡਕਟ ਨੇ ਜਿਹੜੇ ਅਸੀਂ 3-4 ਸਾਲ ਤੋਂ ਸੈਲ ਕਰ ਰਹੇ ਹਾਂ, ਐਮਾਜ਼ੋਨ ਨੇ ਕਦੀ ਕੋਈ ਸਰਟੀਫਿਕੇਟ ਹੀ ਨਹੀਂ ਮੰਗਿਆ, ਸੋ ਦੇ ਹੈਵ ਨੈਵਰ ਆਸਕਡ ਫॉर ਇਟ। ਬਟ ਜਿਹੜੀ ਮੈਂ ਤੁਹਾਨੂੰ ਐਗਜ਼ੈਂਪਸ਼ਨ ਸ਼ੀਟ ਦੱਸੀ, ਉਹ ਇੱਕ ਤੁਹਾਡਾ ਸੇਫਟੀ ਨੈਟ ਹੈ ਕਿ ਤੁਸੀਂ ਪਹਿਲਾਂ ਹੀ ਅਪਲੋਡ ਕਰ ਦਿਓ ਕਿ ਐਮਾਜ਼ੋਨ ਵਿਲ then not ask you after ਕਿ ਕੋਈ ਕਸਟਮਰ ਕੰਪਲੇਨ ਕਰਦਾ, then they will not shut down the listing. ਉਹ ਤੁਹਾਨੂੰ ਸਿਰਫ ਇੱਕ ਈਮੇਲ ਕਹਿ ਦੇਣਗੇ ਵੀ ਪਲੀਜ਼ ਇੰਪਰੂਵ ਯੋਰ ਪ੍ਰੋਡਕਟ ਕੁਆਲਿਟੀ, ਬਟ ਤੁਹਾਡੀ ਲਿਸਟਿੰਗ ਨੂੰ ਸ਼ਟ ਡਾਊਨ ਨਹੀਂ ਕਰਨਗੇ ਵੀ, ਤੁਹਾਨੂੰ ਉਦੋਂ ਨਹੀਂ ਕਹਿਣਗੇ ਕਿ ਤੁਸੀਂ ਆਪਣਾ ਸੇਫਟੀ ਡੇਟਾ ਸ਼ੀਟ ਹੁਣ ਅਪਲੋਡ ਕਰੋ। ਮਤਲਬ ਕਿ ਅਪਲੋਡ ਕਰ ਹੀ ਰਹੀ ਜਿਹੜੀ ਐਗਜ਼ੈਂਪਸ਼ਨ ਸ਼ੀਟ ਹੈ, ਮਤਲਬ ਨਾ ਹੀ ਕਰਨ। ਹਾਂਜੀ ਜੀ। ਹਾਂਜੀ, ਓਕੇ, ਥੈਂਕ ਯੂ ਭਾਜੀ, ਥੈਂਕ ਯੂ। ਨੋ ਵਰੀਜ਼। ਭਾਜੀ ਜਿਹੜੀ ਪ੍ਰਕਾਸ਼ ਜੀ ਨੇ ਤੁਹਾਡੇ ਤੋਂ ਇੱਕ ਲਿੰਕ ਮੰਗਿਆ ਸੀਗਾ ਸਰਟੀਫਿਕੇਸ਼ਨ ਦਾ, ਉਹ ਪਲੀਜ਼ ਉਹਦੇ ਤੇ ਸੈਂਡ ਕਰ ਦੋਗੇ? ਮਤਲਬ ਮੈਨੂੰ ਵੀ ਸੈਂਡ ਕਰ ਸਕਦੇ ਹੋ ਤੁਸੀਂ ਪਲੀਜ਼? ਹਾਂਜੀ, ਮੈਂ ਚੈਟ ਦੇ ਵਿੱਚ ਹੀ ਤੁਹਾਨੂੰ ਸ਼ੇਅਰ ਕਰ ਦਿੰਦਾ, ਆਈ ਥਿੰਕ ਦੈਟ ਵਿਲ ਬੀ ਈਜ਼ੀ। ਹਾਂਜੀ, ਉਹਦੇ ਚੈਟ ਦੇ ਵਿੱਚ ਕਰ ਦਿਓ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਹੜੀ ਚੀਜ਼ ਵਾਸਤੇ ਕਿਹੜੀ ਸਰਟੀਫਿਕੇਸ਼ਨਸ ਚਾਹੀਦੀ ਹੈ ਇਹਨਾਂ ਨੂੰ। ਹਾਂਜੀ, ਥੈਂਕ ਯੂ ਭਾਜੀ, ਥੈਂਕ ਯੂ। no worries. पाजी प्रकाश अगेन, जस्ट रिलेटेड टू दैट सर्टिफिकेशन। तो ये जो
EN 71 सर्टिफिकेट, क्योंकि ये पता नहीं उनके पास ये CPC या EN 71 ये दो ही सर्टिफिकेट्स होते हैं किनके पास? जो सप्लायर से हम जब मांगते हैं कि भाई डू यू हैव लाइक सर्टिफिकेट, लाइक तो कहते हैं किस तरह के सर्टिफिकेट, बट जैसे एज अ न्यू सेलर हमें भी नहीं पता, अमेजोन में क्लियरली पता नहीं चलता जब तक प्रोडक्ट लिस्ट ना करे तब तक। तो जो वो कहते हैं कि भाई हमारे पास CPC सर्टिफिकेट है या EN 71 सर्टिफिकेट है, तो दोज आर दी सेम एज अ सेफ्टी डेटा शीट और टेस्ट सर्टिफिकेट और सेफ्टी सर्टिफिकेट, और दे आर डिफरेंट? नहीं, दे डिफरेंट। सर्टिफिकेट तो हजारों तरह के होते हैं, इट्स नॉट कि 2-3 तरह के होते हैं। एवरी कंट्री हैज डिफरेंट लॉज। पर सेफ्टी डेटा शीट एक लीगल डॉक्यूमेंट होता है कि जिसपे सिर्फ उन्होंने ये लिखा होता है कि यस इट्स अप्रूव टू सेल, कि ये किसी के लिए डेंजरस नहीं है। सो सेफ्टी डेटा इज लाइक अ मेजर वेपन। अगर वो आपको सप्लायर से मिलता है, वो आप अपलोड कर दो, तो उसके अलावा आपको कोई इशू नहीं आता। ओके ओके, गॉट इट बॉस, थैंक यू। ਸਤਿ ਸ਼੍ਰੀ ਅਕਾਲ ਭਾਜੀ, ਜਸਵਿੰਦਰ ਬੋਲ ਰਹੀ ਹਾਂ। ਹਾਂਜੀ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਭਾਜੀ ਹਾਲੇ ਵੀ ਆਪਾਂ ਉੱਥੇ ਸਟਕ ਹੈਗੇ ਆ, ਮੋਰ ਦੈਨ ਮੰਥ ਹੋ ਗਿਆ ਕੈਟਾਲੌਗ ਅਪਰੂਵਲ ਲਈ। ਅੱਛਾ ਜੀ। ਹਾਂਜੀ, ਐਲੈਕਸ ਨੇ ਹਾਲੇ ਤੱਕ ਮਤਲਬ ਕਿ ਇਨਫੋਰਮੇਸ਼ਨ ਦਿੱਤੀ ਨੀ ਗੀ ਕੋਈ ਨਾ, ਕਿ ਲੋਗੋ ਪ੍ਰਿੰਟ ਕਰਨ ਦੇ ਚਾਰजेस ਹੈਗੇ ਨੇ ਜਾਂ ਉਹ ਕਰ ਦੇਣਗੇ ਜਾਂ ਕਿੱਦਾਂ ਨਹੀਂ, ਕਿਉਂਕਿ ਉਹਨੇ ਮੈਨੂੰ ਕਿਹਾ ਸੀਗਾ ਕਿ ਬਹੁਤ ਐਕਸਪੈਂਸਿਵ ਹੈ, ਪਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਕਿ ਆਪਾਂ ਨੂੰ ਕਰਾਉਣਾ ਹੀ ਪੈਣਾ ਨਾ। ਓਕੇ। ਹਾਂਜੀ, ਤੇ ਹਾਲੇ ਕੋਈ ਇਨਫੋਰਮੇਸ਼ਨ ਮੈਨੂੰ ਮਿਲੀ ਨਹੀਂ ਹੈ। ਤੇ ਵੈਸੇ ਤਾਂ ਹਾਂਜੀ ਹਾਂਜੀ ਪਲੀਜ਼ ਦੱਸੋ ਤੁਸੀਂ। ਅਗਰ ਸਪੋਜ਼ ਵੈਸੇ ਤਾਂ ਚਾਹੇ ਕਿੰਨਾ ਵੀ ਐਕਸਪੈਂਸਿਵ ਹੋਵੇ ਆਪਾਂ ਕਰਾਵਾਂਗੇ ਹੀ, ਠੀਕ ਹੈ। ਓਕੇ। ਅਗਰ ਸਪੋਜ਼ ਆਪਾਂ ਬ੍ਰਾਂਡ ਨੇਮ ਚੇਂਜ ਕਰਦੇ ਆ, ਫਿਰ ਆਪਣੇ ਜਿਹੜੇ ਆਪਣੇ ਬਾਰਕੋਡ ਆਪਣਾ ਆਲਰੇਡੀ ਆਪਾਂ ਐਕਟਿਵ ਕਰ ਲਿੱਤੇ ਨੇ, ਉਹ ਆਪਾਂ ਨੂੰ ਉਹ ਆਪਣੇ ਵੇਸਟ ਹੋ ਗਏ ਜਾਂ ਫਿਰ ਉਹ ਹੋ ਜਾਣਗੇ ਯੂਜ਼? ਨਹੀਂ, ਬਾਰਕੋਡ ਹੋ ਜਾਣਗੇ ਤੁਹਾਡੇ ਯੂਜ਼, ਕਿਉਂਕਿ ਤੁਸੀਂ ਕਿੰਨੇ ਬਾਰਕੋਡਸ ਬਾਈ ਕੀਤੇ ਸੀ? ਭਾਜੀ 100 ਕੀਤੇ ਮੈਂ। ਓਕੇ, ਦੈਨ ਯੂ ਸਟਿਲ ਹੈਵ ਅ ਲੋਟ। ਆਈ ਰეკਮੈਂਡ ਜਸਵਿੰਦਰ ਜੀ, ਤੁਸੀਂ ਇੱਕ ਬਾਕਸ ਨਵਾਂ ਬਣਾਓ ਵਿਦ ਅ ਨਿਊ ਬ੍ਰਾਂਡ ਨੇਮ, ਬਿਕੋਜ਼ ਇਟਸ ਬੀਨ ਲੌਂਗ ਟਾਈਮ। ਚਾਹੇ ਸਿਲਕ ਰੂਟ ਯੂਜ਼ ਕਰ ਲਓ, ਚਾਹੇ ਸੋਰਸਿੰਗ ਸਕੁਐਡ ਵਾਲਿਆਂ ਨੂੰ ਮੇਬੀ ਟਰਾਈ ਸੋਰਸਿੰਗ ਸਕੁਐਡ, ਉਹਨਾਂ ਤੋਂ ਨਵਾਂ ਬਾਕਸ ਬਣਾ ਕੇ। ਤੁਸੀਂ ਲਾਸਟ ਟਾਈਮ ਕਿਹੜੇ ਪ੍ਰੋਡਕਟ ਦੇ ਨਾਲ ਕੈਟਾਲੌਗ ਆਥੋਰਾਈਜੇਸ਼ਨ ਲਈ ਸੀ? ਪੋਰਟੇਬਲ AC। ਇਸ ਵਾਰੀ ਤੁਸੀਂ ਪ੍ਰੋਡਕਟ ਡਿਫਰੈਂਟ ਕੋਈ ਕਿਸੇ ਹੋਰ ਪ੍ਰੋਡਕਟ ਦੇ ਨਾਲ ਤੁਸੀਂ ਲਓ। ਆਈ ਮੀਨ ਟਰਾਈ ਅ ਨਿਊ ਪ੍ਰੋਡਕਟ ਜਿਹਦੇ ਨਾਲ ਤੁਸੀਂ ਕੈਟਾਲੌਗ ਆਥੋਰਾਈਜੇਸ਼ਨ ਲੈ ਸਕੋ। ਐਂਡ ਜਿਹੜਾ ਬਾਰਕੋਡ ਹੈ ਉਹ ਵੀ ਤੁਸੀਂ ਇੱਕ ਨਿਊ ਬਾਰਕੋਡ ਕ੍ਰੀਏਟ ਕਰਕੇ ਉਸ ਬਾਰਕੋਡ ਦੇ ਉੱਤੇ ਕੈਟਾਲੌਗ ਆਥੋਰਾਈਜੇਸ਼ਨ ਅਪਲਾਈ ਕਰੋ। ਠੀਕ ਹੈ, ਔਰ ਬ੍ਰਾਂਡ ਨੇਮ ਚੇਂਜ ਕਰ ਲਈਏ ਕਿ ਉਹੀ ਰੱਖੀਏ? ਨਹੀਂ, ਤੁਸੀਂ ਚੇਂਜ ਕਰ ਦਿਓ, ਬਿਕੋਜ਼ ਯੂ ਬੀਨ ਸਟਰਗਲਿੰਗ ਫॉर ਅ ਵਾਈਲ। ਸੋ ਤੁਸੀਂ ਉਹਨੂੰ ਚੇਂਜ ਕਰਕੇ ਦੁਬਾਰਾ ਬਣਾਓ। ਆਈ ਥਿੰਕ ਯੂ ਸ਼ੁੱਡ ਗੈਟ ਥਰੂ। ਠੀਕ ਹੈ, ਫਿਰ ਇਸ ਵਾਰੀ ਮੈਂ ਇਸ ਤਰ੍ਹਾਂ ਕਰਦੀ ਹਾਂ ਕਿ ਬ੍ਰਾਂਡ ਨੇਮ ਆਪਾਂ, ਕਿਉਂਕਿ ਮੈਂ ਲਾਸਟ ਟਾਈਮ ਹੁਣ ਪੂਰਾ 3 ਈਅਰ ਦਾ ਹੀ ਲੈ ਲਿਆ ਸੀਗਾ, ਤੇ ਇਸ ਵਾਰੀ ਆਪਾਂ 1 ਈਅਰ ਦਾ ਕਰ ਲੈਂਦੇ ਆ। ਹਾਂਜੀ 1 ਈਅਰ ਦਾ ਲੈ ਲਓ। ਆਈ ਥਿੰਕ $30 ਦਾ ਹੁੰਦਾ, ਉਹ $35 ਦਾ। ਹਾਂਜੀ ਹਾਂ, ਮੈਨੂੰ ਸੀਗਾ ਕਿ ਮਿਲ ਹੀ ਜਾਣੀ ਹੈ ਤੇ ਚਲੋ 3 ਸਾਲ ਦਾ ਹੀ ਲੈ ਲੈਂਦੇ ਆ। ਹਾਂਜੀ, ਪਰ ਤੇ ਤੁਸੀਂ ਨਿਊ ਬ੍ਰਾਂਡ ਨੇਮ ਨਾਲ ਟਰਾਈ ਕਰੋ ਐਂਡ ਦੈਨ ਲੈਟ ਮੀ ਨੋ ਹਾਊ ਯੂ ਗੋ। ਐਂਡ ਬਾਰਕੋਡ ਜ਼ਰੂਰ ਤੁਸੀਂ ਨਵਾਂ ਬਣਾਉਣਾ। ਅੱਛਾ, ਤੇ ਬਾਰਕੋਡ ਭਾਜੀ ਫਿਰ ਹੁਣ ਮੈਂ ਇੱਕ ਹੀ ਬਣਾਉਣਾ ਪਊਗਾ ਕਿ ਸਾਰੇ ਪ੍ਰੋਡਕਟਸ ਤੇ ਬਣਾਉਣਾ ਪਏ? ਇੱਕੋ ਹੀ ਬਾਰਕੋਡ। ਇੱਕੋ ਹੀ ਬਾਰਕੋਡ ਬਣਾਉਣਾ ਪਏਗਾ। ਹਾਂਜੀ ਚਲੋ ਠੀਕ ਹੈ ਭਾਜੀ, ਫਿਰ ਮੈਂ ਬ੍ਰਾਂਡ ਨੇਮ ਚੂਜ਼ ਕਰਕੇ ਨਾ ਮੈਂ ਗਰੁੱਪ ਚ ਪਾਉਂਦੀ ਹਾਂ, ਤੇ ਥੋੜਾ ਉਹਦੇ ਵਿੱਚ ਰਿਵਿਊ ਕਰ ਦੇਣਾ ਕਿ ਕਿਹੜਾ ਠੀਕ ਹੈ। ਠੀਕ ਹੈ ਜੀ, ਨੋ ਵਰੀਜ਼ ਨੋ ਵਰੀਜ਼। ਹਾਂਜੀ, ਤੇ ਲੋਗੋ ਭਾਜੀ ਫਿਰ ਐਲੈਕਸ ਨੂੰ ਹੀ ਕਹਿ ਦਈਏ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਵਾਪਸ ਫਿਰ ਦੁਬਾਰਾ ਉਹ ਆਪਾਂ ਇੰਡੀਆ ਜਾਂ ਪਾਕਿਸਤਾਨ ਤੋਂ ਕਰਾਈਏ। ਤੁਸੀਂ आई थिंक गो फॉर सोर्सिंग स्क्वाड, दे विल बी क्विक फॉर यू। पाजी सोर्सिंग स्क्वाड वालों ने मुझे $45 बोला अगर प्रोडक्ट पे लोगो करवाना है तो। मुझे पता नहीं एलेक्स का क्या है, बट अगर आप ट्राई कर सकते हो सोर्सिंग स्क्वाड, उन्होंने $45 मुझे बोला। इट्स चीप, 45 प्रोडक्ट पे लोगो के लिए। या इट्स वेरी चीप। हाँ ਹਾਂਜੀ, ਭਾਜੀ ਉਹਨਾਂ ਨੇ ਵੀ 45 ਹੀ ਲਿੱਤੇ ਨੇ ਮੇਰੇ ਕੋਲੋਂ, ਜਿਹੜੇ ਦੂਸਰੇ ਭਾਜੀ ਨੇ ਪਾਕਿਸਤਾਨ ਤੋਂ ਲੋਗੋ ਬਣਾਉਣ ਦੇ $45 ਲਏ ਉਹਨਾਂ ਨੇ। नहीं ये तो प्रोडक्ट पे लोगो की बात कर। ਨਹੀਂ, ਉਹਨਾਂ ਨੇ ਇਕੱਲੇ ਲੋਗੋ ਬਣਾਉਣ ਦੇ 45 ਲਏ ਨੇ। ਨਹੀਂ ਇਹ ਤਾਂ ਜੀ ਪ੍ਰੋਡਕਟ, ਜਸਵਿੰਦਰ ਜੀ ਪ੍ਰੋਡਕਟ ਦੇ ਉੱਤੇ ਲੋਗੋ ਪ੍ਰਿੰਟ ਕਰਨ ਦੀ ਕਾਸਟ ਦੱਸ ਰਿਹਾ ਪ੍ਰਕਾਸ਼। ਓਕੇ, ਤਾਂ ਫਿਰ ਬੜਾ ਹੀ ਰੀਜ਼ਨੇਬਲ ਜਿਹਾ ਹੀ ਆ ਫਿਰ ਤਾਂ। ਮੈਂ ਤਾਂ ਐਕਸਪੈਕਟ ਕਰ ਰਹੀ ਸੀ, ਪਤਾ ਨਹੀਂ ਕਿੰਨਾ ਕੁ ਐਕਸਪੈਂਸਿव ਹੋਣਾ ਆ। क्योंकि नहीं डिजाइन बॉक्स के 40 एंड लोगो प्रोडक्ट पे 45, तो $85 में आपका टोटल काम हो जाएगा। मेरा अभी उन्हीं के साथ काम चल रहा है।
ਠੀਕ ਹੈ ਤੇ ਇੱਕ ਕੁਐਸਚਨ ਭਾਜੀ ਮੇਰਾ ਹੋਰ ਸੀਗਾ ਕਿ ਹੁਣ ਇਸ ਵਾਰ ਤਾਂ ਚਲੋ ਮੈਂ ਇਮੇजेस ਦੇ ਇੱਕ ਸਾਈਡ ਤੇ ਹੁਣ ਆਪਾਂ ਅਟਕ ਹੀ ਗਏ ਆ ਕਿਉਂਕਿ ਮੈਂ ਉਹਨਾਂ ਨੂੰ 550 ਪੇ ਕੀਤਾ ਆ ਹਾਂਜੀ ਤੇ ਜਿਸ ਤਰ੍ਹਾਂ ਅਗਰ ਆਪਾਂ ਨੈਕਸਟ ਟਾਈਮ ਨਵੇਂ ਪ੍ਰੋਡਕਟਸ ਹੁੰਦੇ ਨੇ ਤੇ ਫਿਰ ਆਪਾਂ ਇਹਨਾਂ ਕੋਲੋਂ ਹੀ ਕਰਵਾ ਸਕਦੇ ਆ ਕੰਪਨੀਆਂ ਕੋਲੋਂ ਹੀ ਨਾ ਜਿੰਕ ਸੋਰਸਿਸ ਹੋ ਗਿਆ ਜਾਂ ਫਿਰ ਐਲੈਕਸ ਤੋਂ ਵੀ ਤੁਸੀਂ ਇਹ ਇਮੇजेस ਵੀ ਕ੍ਰੀਏਟ ਕਰਵਾ ਕੇ ਦੇ ਨਹੀਂ ਦਿੰਦੇ ਨੇ ਨਹੀਂ ਇਮੇजेस ਨਹੀਂ ਕ੍ਰੀਏਟ ਕਰਦੇ ਇਹ ਤੁਸੀਂ ਇਮੇजेस ਫਾਈਵਰ ਤੋਂ ਹੀ ਕ੍ਰੀਏਟ ਕਰਵਾਓ is someone else using anyone ਅਗਰ ਕੋਈ ਸ਼ੇਅਰ ਕਰਨਾ ਚਾਹੁੰਦਾ ਹੈ ਜਸਵਿੰਦਰ ਜੀ ਨਾ ਫਾਈਬਰ ਦਾ ਕੋਈ anyone using फाइबर तो कोई पर्सन यूज कर रहा है इमेजेस ਦੇ ਲਈ जी जी पाजी मेरी अभी एक बंदे से बल्क में बात चल रही है तो उन्होंने मुझे कहा कि लाइक 5 इमेज के क्योंकि मैंने 10-15 प्रोडक्ट का बोला है तो जो एक पूरी लिस्टिंग जो 7 इमेज का होता है उनके उन्होंने मुझे 50 बोले और 5 इमेज चाहिए तो 35 बोले तो लाइक आई कैन डू अ लिटिल बिट प्ले अराउंड विद द कैनवा सो मैं 5 इमेज के साथ $35 वालों में जाऊंगा और उनकी इमेज में से जो रो इमेज होती है सप्लायर से मिलती है उसको कैनवा में डाल के 2-3 क्रिएटिव इमेज तो हम भी कर सकते हैं तो आई थिंक 5 इमेज फॉर $35 नॉट बैड ओके आप शेयर कर दोगे जसविंदर जी ਤੁਸੀਂ ਪ੍ਰਕਾਸ਼ ਤੋਂ ਕੰਟੈਕਟ ਲੈ ਸਕਦੇ ਹੋ ਹਾਂਜੀ बिल्कुल ਠੀਕ ਹੈ बिल्कुल भाजी ਇੱਕ ਭਾਜੀ ਲਾਸਟ ਕੁਐਸਚਨ ਇੱਕ ਹੋਰ ਐਕਚੁਅਲੀ ਮੈਂ ਇੱਕ ਦਿਨ ਗਰੁੱਪ ਦੇ ਵਿੱਚ ਮੈਸੇਜ ਦੇਖਿਆ ਸੀਗਾ ਕਿ ਸ਼ਾਇਦ ਅਗਰ ਆਪਣੀਆਂ ਇਮੇजेस ਕਲੈਸ਼ ਕਰਦੀਆਂ ਹੋਣਗੀਆਂ ਕਿਸੇ ਹੋਰ ਕੰਪਨੀ ਦੇ ਨਾਲ ਕਿ ਉਹ ਸਾਨੂੰ ਮਤਲਬ ਕਿ ਕੰਪਲੇਨ ਕਰ ਸਕਦੇ ਨੇ ਅਗਰ ਉਸ ਉਹਨਾਂ ਇਮੇजेस ਦੇ ਉੱਤੇ ਕੋਈ ਲੋਗੋ ਨਹੀਂ ਹੈ ਕੋਈ ਉਸ ਬ੍ਰਾਂਡ ਦਾ ਕੋਈ ਸਾਈਨ ਨਹੀਂ ਹੈ then there is no issue ਕਿਉਂਕਿ ਮੇਰਾ ਇੱਕ ਪ੍ਰੋਡਕਟ ਹੈਗਾ ਕਿ ਜਿਹੜੀ ਕਿ ਸੇਮ ਹੀ ਇਮੇਜ ਬਹੁਤ ਸਾਰੇ ਸਪਲਾਇਰ ਯੂਜ਼ ਕਰਦੇ ਪਏ ਨੇ ਤੇ ਔਰ ਜਿਹੜੀਆਂ ਮੈਨੂੰ ਇਮੇजेस ਆਈਆਂ ਨੇ ਉਸ ਪ੍ਰੋਡਕਟਸ ਦੀਆਂ ਉਹਨਾਂ ਨੇ ਉਹ ਵੀ ਉਹੀ ਡਿਜ਼ਾਈਨ ਕਰਕੇ ਦੇ ਦਿੱਤੀ ਹੈ ਤੇ ਇਸ ਲਈ ਮੈਂ ਥੋੜਾ ਵਰਡ ਸੀਗੀ ਕਿ ਆਪਾਂ ਚੇਂਜ ਕਰ ਲਈਏ ਨਹੀਂ no issues at all images ਅਗਰ ਲੋਗੋ ਨਹੀਂ ਹੈ ਅਗਰ ਕਿਸੇ ਕੰਪਨੀ ਦਾ ਬ੍ਰਾਂਡ ਨੇਮ ਨਹੀਂ ਹੈ ਤਾਂ there is no issue ਹਾਂ ਨਹੀਂ ਲੋਗੋ ਨਹੀਂ ਹੈ ਉਹ ਇੱਕ ਕਾਮਨ ਜੀ ਫੋਟੋ ਹੈ ਜਿਹਨੂੰ ਕਿ ਸਾਰੇ ਯੂਜ਼ ਕਰਦੇ ਪਏ ਨੇ ਇੱਕ ਹਾਂਜੀ there is no issue ਹਾਂਜੀ ਚਲੋ ਠੀਕ ਹੈ ਭਾਜੀ ਥੈਂਕ ਯੂ ਹਾਂਜੀ थैंक यू पाजी शालीन दिस साइड हाँ जी शालीन क्या हाल है बस बढ़िया स्टिल स्टक है पाजी मैं ये सोच रहा था मतलब अपना हमारी मतलब क्या मैं भी कैटलॉग ऑथराइजेशन के साथ जैसे स्टक हूँ काफी टाइम हो गया तो मतलब क्या गलती रही होगी मैं तो वही सोच रहा हूँ कि मतलब कहाँ गलत कर दिया हमने आई डोंट नो कि एग्जैक्टली क्या है बट आपके ब्रांड का नाम क्या था इफ यू वुड लाइक टू शेयर एनीवो था और मैंने लाइक जो टैगलाइन होती है ना वो लिखा था एलिवेट लाइफ किसी और ब्रांड की तो नहीं थी वो कोई बड़ा ब्रांड नहीं कोई एलिवेट इज अ बिग ब्रांड पाजी एलिवेट लाइफ वो तो मेरा वो था ना लाइक जैसे क्या बोलते हैं उसे टैगलाइन हाँ तो मत नहीं फिर वही हो गया ना आपने गूगल पे उसको डाल के देखा ये प्रकाश कौन से ब्रांड की आप बात कर रहे हो बहुत बड़ा ब्रांड है पाजी एलिवेट तो लड़कियों की लाइक प्रेगनेंसी रिलेटेड टैबलेट के लिए होता है इट्स अ वेरी बिग ब्रांड और एलिवेट आई एम नॉट एलिवेट आपका कौन सा था शालीन मेरा जो ब्रांड नेम है वो है एनीवो ENIVO ठीक है टैगलाइन है एलिवेट लाइफ वो एलिवेट आई थिंक एलिवेट नाम में इश्यू है पाजी लुक्स लाइक दैट्स एन तो इशू मैं एक्चुअली पाजी मैं ये सोच रहा हूँ कि सिर्फ ये टैगलाइन ही हटा दूं सिर्फ लाइक ब्रांड नेम के साथ ही अप्लाई करूं मैं भी मेरे को ये लग रहा है कि बाकी सबने सिर्फ ब्रांड नेम ही यूज किया है आई वांट टू नो कि किसी ने टैगलाइन भी यूज की है या नहीं किया है प्रकाश जी आपने की है क्या नहीं सिर्फ जो ब्रांड नेम जैसे रजिस्टर कराया सिर्फ उसी से ना ओनली ब्रांड नेम हाँ I think 90 most of the student have used only brand and we like हम लोग भी कोई भी ब्रांड बनाते हैं we never use tagline क्योंकि उसमें कुछ ना कुछ ऐसा निकल आता है कि आप स्टक हो जाते हो आई थिंक मेरा वही स्टक होगा बट मैंने जो प्रिंटिंग के लिए दिया हुआ है उसमें सिर्फ ब्रांड नेम ही लगाया है कोई टैगलाइन वगैरह नहीं है प्रोडक्ट प्रिंटिंग सो आई एम जस्ट वेटिंग ऑन दैट अच्छा दूसरा पाजी मैं ये पूछ रहा था जैसे अब जब मैं अप्लाई करूंगा तो वहां पे वो टाइटल और प्रोडक्ट डिस्क्रिप्शन के बारे में पूछ रहा है सेलिंग एप्लीकेशन में ना ऑथराइजेशन फॉर सेलिंग एप्लीकेशन तो उस टाइटल और डिस्क्रिप्शन में लाइक एग्जैक्टली क्या क्या चीजें जानी चाहिए उसमें उसी प्रोडक्ट का टाइटल जो आपने लिस्ट किया है और उसी की डिस्क्रिप्शन होनी चाहिए जो मैं एक्चुअल अपनी लिस्टिंग में डालूंगा एग्जैक्टली सेम थिंग वो चाहिए यस ओके ठीक है मतलब उसमें तो मोस्टली कीवर्ड्स ही होंगे हाँ कीवर्ड्स होंगे या जो भी आप पुट करोगे वही हाँ
ठीक है, और डिस्क्रिप्शन जो बुलेट पॉइंट्स थे अपने वही सारे जाएंगे? बिल्कुल, यस। ठीक है, होपफुली इस बार ही हो जाए, नहीं तो फिर मेरा लास्ट ट्राई है, नहीं तो फिर आई विल चेंज द ब्रांड नेम अल्टीमेटली। गिव इट अ ट्राई, लेट अस नो। या थोड़ा सा हासिल करना ठीक रहेगा ना, क्योंकि इसके लिए 3-3 साल का वो ले लिया था अप्रूवल मैंने भी, एंड वेबसाइट का लिंक भी ले लिया था 5 साल का, तो फिर वो मैं एक ट्राई आई थिंक यू शुड गेट इट थ्रू। या आई होपफुली यस। नो वरीज। कैटलॉग जी कंटिन्यू। हाँ जी भैया, एक लास्ट क्वेश्चन मेरा ਹੋਰ ਸੀਗਾ ਹਾਂਜੀ ਕਿ ਲਾਸਟ ਟਾਈਮ ਆਪਾਂ ਗੱਲ ਕਰ ਰਹੇ ਸੀਗੇ ਨਾ, ਸ਼ਾਲੀਨ ਭਈਆ ਵੀ ਕਹਿ ਰਹੇ ਸੀਗੇ ਕਿ ਅਕਾਊਂਟ ਦਾ ਜੋ ਵੀ ਸੀਗਾ ਨਾ ਕਿ ਪ੍ਰੋਫੈਸ਼ਨਲ ਹੈਗਾ ਕਿ ਨਹੀਂ ਹੈਗਾ ਨਾ, ਤੇ ਫਿਰ ਮੈਂ ਵੀ ਚੈੱਕ ਕੀਤਾ, ਮੇਰਾ ਜੋ ਸਟੇਟਸ ਉਹਦੇ ਤੇ ਦਿਖ ਰਿਹਾ ਉਹ ਤਾਂ ਪ੍ਰੋਫੈਸ਼ਨਲ ਦਿਖਦਾ ਪਿਆ, ਬਟ ਗੱਲ ਇਹ ਹੈ ਕਿ ਮੈਂ ਹੁਣ ਆਪਣਾ ਅਕਾਊਂਟ ਚੈੱਕ ਕੀਤਾ, ਕਿਉਂਕਿ ਮੈਂ ਯੂਜੂਅਲੀ ਕਰਦੀ ਨਹੀਂ, ਕਿਉਂਕਿ ਬੜੀਆਂ ਸਾਰੀਆਂ ਪੇਮੈਂਟਸ ਜਾਂਦੀਆਂ ਸਾਡੀਆਂ ਬਿਜ਼ਨਸ ਦੀਆਂ, ਕਿ ਇਹਨਾਂ ਦੇ ਪੈਸੇ ਕੱਟ ਨਹੀਂ ਰਹੇ ਸਾਡੇ ਮੰਥਲੀ ਨਾ। ਦੈਨ ਤੁਸੀਂ ਇੰਡੀਵਿਜੂਅਲ ਚੋਂ ਫਿਰ ਅਗਰ ਬਟ ਭਾਜੀ ਮੈਂ ਉੱਥੇ ਪ੍ਰੋਫਾਈਲ ਵਾਰ-ਵਾਰ ਖੋਲ ਕੇ ਚੈੱਕ ਕੀਤਾ, ਉੱਥੇ ਪ੍ਰੋਫੈਸ਼ਨਲ ਹੀ ਦਿਖਦਾ ਪਿਆ ਆ, ਔਰ ਜੇ ਮੈਂ ਪ੍ਰੋਡਕਟ ਐਡ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤੇ ਉਹ ਵੀ ਆਪਸ਼ਨ ਮਿਲਦੀ ਪਈ ਹੈ ਕਿ ਆਪਾਂ ਐਡ ਕਰ ਸਕਦੇ ਹਾਂ। ਨਹੀਂ ਪ੍ਰੋਡਕਟ ਤੁਸੀਂ ਐਡ ਕਰ ਸਕਦੇ ਹੋ, ਉਹਦੇ 'ਚ ਕੋਈ ਇਸ਼ੂ ਨਹੀਂ ਹੈ। ਹਾਂਜੀ, ਪ੍ਰੋਡਕਟ ਐਡ ਕਰਨ 'ਚ ਕੋਈ ਇਸ਼ੂ ਨਹੀਂ ਹੈ, ਮੈਂ ਤੁਹਾਨੂੰ ਇੱਕ ਵਾਰੀ ਦਿਖਾਣਾ। ਔਰ ਮੈਂ ਪੇਮੈਂਟ ਦਾ ਵੀ ਜਾ ਕੇ ਦੇਖਿਆ ਕਿ ਮੇਰਾ ਸਭ ਕੁਝ ਹੀ ਉੱਥੇ ਬੈਂਕ ਡਿਟੇਲਸ ਵਗੈਰਾ ਸਭ ਅਪ ਟੂ ਡੇਟ ਹੈਗੀਆਂ ਨੇ ਨਾ। ਹਾਂਜੀ ਇੱਕ ਸੈਕਿੰਡ ਮੈਂ ਤੁਹਾਨੂੰ ਦਿਖਾਣਾ ਕਿ ਐਗਜ਼ੈਕਟਲੀ ਪ੍ਰੋਫੈਸ਼ਨਲ ਅਕਾਊਂਟ ਹੁੰਦਾ ਕੀ ਹੈ। ਸਿਰਫ ਲਾਸਟ ਮੇਰੀ ਪੇਮੈਂਟ ਉਦੋਂ ਕੱਟੀ ਹੈ ਜਦੋਂ ਮੈਂ ਇੱਕ ਆਪਣਾ ਆਰਡਰ ਰਿਮੂਵ ਕਰਵਾਇਆ ਸੀਗਾ, ਸਿਰਫ ਉਹਨਾਂ ਨੇ ਉਹਦੀ ਪੇਮੈਂਟ ਲਿੱਤੀ ਹੈ ਸ਼ਿਪਿੰਗ ਦੀ, ਬਸ ਪੋਸਟ ਵਾਸਤੇ। ਦਿਸ ਇਜ਼ ਮਾਈ ਅਨਦਰ ਸੈਲਰ ਅਕਾਊਂਟ। ਸੋ ਮੈਂ ਤੁਹਾਨੂੰ ਇੱਥੇ ਦਿਖਾਉਣਾ ਵੀ ਇਹਦੇ ਵਿੱਚ ਜਦੋਂ ਤੁਸੀਂ ਬਿਜ਼ਨਸ ਇਨਫੋਰਮੇਸ਼ਨ ਤੇ ਜਾਂਦੇ ਹੋ, ਥਿੰਕ ਅਕਾਊਂਟ ਓਵਰਵਿਊ, ਹਾਂਜੀ ਆ ਰਿਹਾ ਮੈਨੇਜ ਯੋਰ ਸਰਵਿਸਿਜ਼ ਦੇ ਜਦੋਂ ਤੁਸੀਂ ਜਾਂਦੇ ਹੋ ਤਾਂ ਪ੍ਰੋਫੈਸ਼ਨਲ ਰਜਿਸਟਰਡ ਇਨ 2 ਕੰਟਰੀਜ਼। ਸੋ ਆਈ ਥਿੰਕ ਇਹਨਾਂ ਨੇ ਰੀਸੈਂਟਲੀ ਚੇਂਜ ਕਰਤਾ, ਮੈਂ ਜਦੋਂ ਇੱਥੇ ਆਇਆ ਸੀ ਉਦੋਂ ਤਾਂ ਆਈ ਥਿੰਕ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਜਾ ਕੇ ਚੈੱਕ ਕਰਨਾ ਕਿ ਇੱਥੇ ਤੁਹਾਡੇ ਕੀ ਸ਼ੋ ਹੋ ਰਿਹਾ ਮੈਨੇਜ ਯੋਰ ਸਰਵਿਸਿਜ਼ ਦੇ ਵਿੱਚ। ਹਾਂਜੀ ਭਾਜੀ, ਉੱਥੇ ਤਾਂ ਕਾਫੀ ਸਾਰੀ ਕੰਟਰੀਜ਼ ਉਹਨਾਂ ਨੇ ਐਕਟਿਵ ਕੀਤੀਆਂ ਹੋਈਆਂ ਨੇ। ਇੱਕ ਸੈਕਿੰਡ ਮੈਂ ਇਸ ਤਰ੍ਹਾਂ ਇਹ ਸਾਰਾ ਕੁਝ ਖੋਲ ਕੇ ਦੇਖਿਆ ਸੀ ਜਿੱਦਾਂ ਤੁਸੀਂ ਦੇਖ ਰਹੇ ਹੋ ਨਾ। ਹਾਂਜੀ ਆ ਦੇਖੋ ਮੇਰਾ ਆਸਟ੍ਰੇਲੀਆ ਦਾ ਪ੍ਰੋਫੈਸ਼ਨਲ ਹੈ, ਬਟ ਯੂਐਸ ਦਾ ਇਸ ਅਕਾਊਂਟ ਦੇ ਵਿੱਚ ਯੂਐਸ ਦਾ ਇੰਡੀਵਿਜੂਅਲ ਹੈ, ਦੇਖ ਰਹੇ ਹੋ ਤੁਸੀਂ। ਹਾਂਜੀ ਠੀਕ ਹੈ, ਇਹ ਤੁਹਾਡਾ ਪ੍ਰੋਫੈਸ਼ਨਲ ਸ਼ੋ ਹੋ ਰਿਹਾ ਉੱਥੇ। ਹਾਂਜੀ ਪ੍ਰੋਫੈਸ਼ਨਲ ਸ਼ੋ ਹੋ ਰਿਹਾ ਮੇਰਾ ਆਸਟ੍ਰੇਲੀਆ 'ਚ ਨਾ। ਪਰ ਤੁਹਾਡੇ ਪੈਸੇ ਜ਼ਰੂਰ ਘੱਟ ਹੋਣੇ ਚਾਹੀਦੇ ਆ, ਜਾਂ ਫਿਰ ਤੁਸੀਂ ਕੋਈ ਹੋਰ ਆਪਣਾ ਬੈਂਕ ਅਕਾਊਂਟ ਯੂਜ਼ ਕਰ ਰਹੇ ਹੋ ਜਿਹਦੇ 'ਚੋਂ ਟ੍ਰਾਂਜੈਕਸ਼ਨ ਜਾ ਰਹੀ ਹੈ। ਮੈਂ ਆਪਣਾ ਬੈਂਕ ਅਕਾਊਂਟ ਚੈੱਕ ਕਰਦੀ ਹਾਂ ਕਿ ਮੈਂ ਕਿਹੜਾ ਦਿੱਤਾ, ਕਿਉਂਕਿ ਮੈਂ ਆਪਣਾ ਬਿਜ਼ਨਸ ਅਕਾਊਂਟ ਦੇਖਿਆ ਤਾਂ ਉਹਦੇ 'ਚ ਆ ਨਹੀਂ ਰਹੀ। ਹਾਂਜੀ इनवॉइसेस का ऑप्शन है, इनवॉइसेस का एक ऑप्शन है, उसमें चेक करो, उसमें आपको इनवॉइसेस दिख जाएंगे। अगर पैसे कटे तो इनवॉइस इश्यू हुआ होगा। I actually want to go to more questions. I don't want to waste more time on these. ठीक है, thank you. Jatinder ji, just send me ਤੁਸੀਂ ਇੱਕ ਵਾਰੀ ਇਨਵੌਇਸਸ ਚੈੱਕ ਕਰੋ, if it doesn't go through ਤੁਸੀਂ ਸੈਲਰ ਸੈਂਟਰਲ ਨਾਲ ਕੇਸ ਕ੍ਰੀਏਟ ਕਰਕੇ ਪੁੱਛੋ ਉਹਨਾਂ ਨੂੰ ਕਿ ਤੁਹਾਡਾ ਅਕਾਊਂਟ ਜਿਹੜਾ ਪ੍ਰੋਫੈਸ਼ਨਲ ਹੈ ਕਿ ਇੰਡੀਵਿਜੂਅਲ ਹੈ। ਹਾਂਜੀ ਠੀਕ ਹੈ ਭਾਜੀ, ਥੈਂਕ ਯੂ। ਸੌਰੀ ਵੀਰੇ, ਗੁਰਬਾਜ ਬੋਲ ਰਿਹਾ ਵੀਰੇ, ਆ ਮਾੜਾ ਇੱਕ ਵਾਰ ਫਿਰ ਦੱਸ ਸਕਦੇ ਮੈਨੇਜ ਯੋਰ ਸਰਵਿਸ ਵਾਲੀ ਸਕਰੀਨ ਤੁਸੀਂ ਕਿੱਥੋਂ ਕੱਢੀ ਸੀ? ਹਾਂਜੀ ਮੈਂ ਵੀ ਸੇਮ ਇਸ਼ੂ ਆ ਰਿਹਾ। ਹਾਂਜੀ ਹਾਂਜੀ ਤੁਸੀਂ ਕੀ ਕਰਨਾ ਹੈ, ਜਿਹੜੀ ਤੁਹਾਡੇ ਰਾਈਟ ਸਾਈਡ ਤੇ ਸੈਟਿੰਗਸ ਹੁੰਦੀਆਂ ਨੇ, ਸੈਟਿੰਗਸ ਦੇ ਵਿੱਚ ਤੁਸੀਂ ਅਕਾਊਂਟ ਇਨਫੋ ਦੇ ਵਿੱਚ ਜਾਣਾ। ਜਦੋਂ ਤੁਸੀਂ ਅਕਾਊਂਟ ਇਨਫੋ 'ਚ ਗਏ ਤਾਂ ਆ ਅਕਾਊਂਟ ਇੱਧਰ ਲੈਫਟ ਸਾਈਡ ਤੇ ਮੈਨੂ ਹੈ ਇਹਨਾਂ ਦਾ, ਅਕਾਊਂਟ ਓਵਰਵਿਊ ਦੇ ਵਿੱਚ ਜਾ ਕੇ ਇੱਥੇ ਲਿਖਿਆ ਮੈਨੇਜ ਯੋਰ ਸਰਵਿਸਿਜ਼। ਮੈਨੇਜ ਯੋਰ ਸਰਵਿਸਿਜ਼ ਦੇ ਵਿੱਚ ਇੱਥੇ ਹੈਗਾ ਸੈਲਿੰਗ ਔਨ ਐਮਾਜ਼ੋਨ, ਤੇ ਇਹਦੇ ਤੇ ਮੈਂ ਕਲਿੱਕ ਕੀਤਾ ਤਾਂ ਨਵੀਂ ਵਿੰਡੋ ਖੁੱਲ ਗਈ। ਨਹੀਂ ਵੀਰੇ, ਮੇਰੇ ਥੋੜਾ ਡਿਫਰੈਂਟ ਆ ਰਿਹਾ ਜਦੋਂ ਆਪਾਂ ਸੈਟਿੰਗਸ ਦੇ ਵਿੱਚ ਜਾਈਏ ਤੇ ਗਲੋਬਲ ਅਕਾਊਂਟ ਸੀਗਾ ਸੀ। ਹਾਂਜੀ ਕਿਵੇਂ? ਸੈਟਿੰਗਸ ਦੇ ਵਿੱਚ ਜਾ ਕੇ ਅਕਾਊਂਟ ਇਨਫੋ, ਹਾਂਜੀ ਅਕਾਊਂਟ ਓਵਰਵਿਊ ਦੇ ਵਿੱਚ, ਹਾਂਜੀ ਤੁਸੀਂ ਮੈਨੂੰ ਸਕਰੀਨ ਦਿਖਾ ਦਿਓ। ਜਿਹੜੀ ਤੁਹਾਡੀ ਲੈਫਟ ਹੈਂਡ ਸਾਈਡ ਤੇ ਮੇਰਾ ਲੈਪਟਾਪ ਤੇ ਚਲਾਇਆ ਵੀਰੇ ਮੇਰਾ। ਤੁਸੀਂ ਆਪਣੀ ਸਕਰੀਨ ਸ਼ੇਅਰ ਕਰ ਸਕਦੇ ਹੋ।
ਵੀਰੇ ਮੇਰਾ ਨਾ ਲੈਪਟਾਪ ਤੇ ਚਲਾਇਆ ਹੋਇਆ, ਮੇਰਾ ਉਦਾਂ ਜਿਹੜਾ ਕਾਲ ਆ ਗਈ ਮੇਰੇ ਹੈੱਡਫੋਨਸ ਲੱਗਿਆ ਫੋਨ ਤੇ ਆਏ। ਜਾਂ ਇਹ ਮੇਰਾ ਟੀਵੀ ਤੇ ਕੀਤਾ ਦਾ ਸੀਗਾ। ਕਹਿੰਦਾ ਤੁਸੀਂ WhatsApp ਗਰੁੱਪ ਦੇ ਵਿੱਚ ਪਾ ਦਿਓ, ਮੈਂ ਤੁਹਾਨੂੰ ਉੱਥੇ ਰਿਪਲਾਈ ਕਰ ਦਿੰਦਾ। ਠੀਕ ਹੈ ਵੀਰੇ। ਜਿਹੜੀ ਤੁਹਾਡੀ ਲੈਫਟ ਸਾਈਡ ਸਕਰੀਨ ਸੀ ਨਾ ਵੀਰੇ, ਜਿੱਥੇ ਤੁਸੀਂ ਸਿਲੈਕਟ ਕੀਤਾ ਸੀ, ਉਹ ਮੇਰੇ ਕੁਛ ਵੀ ਨਹੀਂਗਾ। ਆਈ ਥਿੰਕ ਤੁਹਾਡੇ ਪ੍ਰੀਵੀਅਸ ਸ਼ੋ ਹੋ ਰਹੀ, ਜਿਹੜੀ ਪਹਿਲਾਂ ਵਿੰਡੋ ਸ਼ੋ ਹੁੰਦੀ ਸੀ ਨਾ, ਆਈ ਥਿੰਕ ਤੁਹਾਡੇ ਉਹ ਵਾਲਾ ਸ਼ੋ ਹੋ ਰਿਹਾ, ਜਿੱਥੇ ਤੱਕ ਮੈਨੂੰ ਲੱਗ ਰਿਹਾ। ਤੁਸੀਂ ਦੇਖਣਾ ਅਕਾਊਂਟ ਇਨਫੋ ਆ ਜੀ, ਕਿ ਵੈਲਕਮ ਮੇਰੀ ਉਹ ਕੰਪਨੀ ਦਾ ਨਾਮ ਹੈਗਾ, ਲਿਸਟਿੰਗ ਸਟੇਟਸ, ਯੋਰ ਸਰਵਿਸ, ਸ਼ਿਪਿੰਗ ਰਿਟਰਨ, ਬਿਜ਼ਨਸ ਇਨਫੋਰਮੇਸ਼ਨ, ਪੇਮੈਂਟ ਇਨਫੋਰਮੇਸ਼ਨ। ਤੁਸੀਂ ਪਤਾ ਕੀ ਕਰਨਾ ਚਾਹੁੰਦੇ ਹੋ ਉਹਦੇ ਚ? ਆਹੀ ਵੀਰੇ ਕਿ ਆਪਣਾ ਅਕਾਊਂਟ ਕਿਹੜਾ ਗਾ ਜੀ, ਪੇਮੈਂਟਸ ਮੇਰੀ ਵੀ ਨਹੀਂ ਚਾਹੀ ਜਾਂਦੀ। ਮੈਂ ਤੁਹਾਨੂੰ ਲਾਸਟ ਟਾਈਮ ਤੁਹਾਨੂੰ ਯਾਦ ਹੋਊਗਾ ਮੈਂ ਕਾਰਡ ਅਪਗ੍ਰੇਡ ਕੀਤਾ ਸੀਗਾ ਅਗੇਨ, ਬਟ ਪੇਮੈਂਟ ਫਿਰ ਵੀ ਨਹੀਂ ਗਈ। ਹਾਂਜੀ ਓਕੇ, ਤੁਸੀਂ ਸਕਰੀਨਸ਼ਾਟ ਇਹਦਾ ਸ਼ੇਅਰ ਕਰਿਓ ਪਲੀਜ਼ ਗਰੁੱਪ ਦੇ ਵਿੱਚ, ਦੈਨ ਉੱਥੋਂ ਆਪਾਂ ਦੇਖ ਲੈਂਦੇ। ਹਾਂਜੀ ਮੈਂ ਨਹੀਂ ਕਰਨਾ, ਥੈਂਕ ਯੂ। ਨੋ ਵਰੀਜ਼। ਸਤਿ ਸ਼੍ਰੀ ਅਕਾਲ ਭਾਈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬ్రో ਸੌਰੀ, ਮੇਰੇ 2-3 ਕੁਐਸਚਨ ਹੈ ਬਿਕੋਜ਼ ਅੱਜ ਮੇਰਾ ਫਸਟ ਡੇ ਹੈ ਲਾਈਵ ਸੈਸ਼ਨ ਚ, ਤੇ ਮੈਂ ਆਲਰੇਡੀ ਮੇਰੇ USA ਚ ਚੱਲ ਰਿਹਾ ਵਾ। ਮੈਂ ਹਲੇ ਫਸਟ ਹਾਫ ਦਾ ਲਾਂਚ ਕੀਤਾ। ਹਾਂਜੀ। ਤੇ ਹਲੇ ਵੀ ਉਹ ਆਪਣੇ ਸ਼ਿਪਿੰਗ ਚ ਹੀ ਹੈ, ਤੇ ਸ਼ਾਇਦ ਮੇਬੀ 2 ਵੀਕ ਲੱਗਣਗੇ। ਤਾਂ ਮੈਂ ਰਹਿੰਦਾ ਮੈਂ ਨਿਊਜ਼ੀਲੈਂਡ ਆ। ਹਾਂਜੀ ਭਾਜੀ। ਤੇ ਮੈਨੂੰ ਇਹ ਹੈ ਵੀ ਆਸਟ੍ਰੇਲੀਆ ਮੈਂ ਜੰਪ ਇਨ ਕਰਨਾ ਚਾਹੁੰਦਾ ਵੀ ਕਿੱਦਾਂ ਸਾਰਾ ਪ੍ਰੋਸੈਸ ਹੈ, ਜਾਂ ਕੰਪਨੀ ਕਿੱਦਾਂ ਫਾਰਮ ਹੁੰਦੀ ਹੈ, ਜਾਂ ਆਲਮੋਸਟ ਸੇਮ ਹੈ ਕੰਪਨੀ ਦਾ ਵੀ ਜਿੱਦਾਂ ਆਪਾਂ ਉੱਥੇ LLC ਕ੍ਰੀਏਟ ਕਰੀਦੀ ਹੈ। ਤੁਹਾਨੂੰ ਅਗਰ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਹੋ ਤਾਂ ਤੁਹਾਨੂੰ ਕੰਪਨੀ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਟ੍ਰੇਟ ਅਵੇ ਆਪਣਾ ਅਕਾਊਂਟ ਬਣਾ ਸਕਦੇ ਹੋ ਐਮਾਜ਼ੋਨ ਆਸਟ੍ਰੇਲੀਆ ਤੇ। ਤੁਸੀਂ ਆਪਣਾ ਨਿਊਜ਼ੀਲੈਂਡ ਦਾ ਐਡਰੈਸ, ਜਸਟ ਤੁਹਾਨੂੰ ਇੱਕ ਫੋਨ ਨੰਬਰ ਚਾਹੀਦਾ ਹੁੰਦਾ ਜਿਹੜਾ ਕੋਈ ਆਸਟ੍ਰੇਲੀਅਨ ਹੋਵੇ, ਜਿੱਥੇ ਤੁਹਾਨੂੰ ਫਸਟ ਟਾਈਮ OTP ਚਾਹੀਦਾ ਹੁੰਦਾ। ਤੇ ਮੈਂ ਤੁਹਾਨੂੰ ਪ੍ਰਾਈਵੇਟ ਗਰੁੱਪ ਦੇ ਵਿੱਚ ਐਡ ਕਰ ਲੈਣਾ। ਉੱਥੇ ਤੁਹਾਨੂੰ ਹੈਰੀ ਨਿਊਜ਼ੀਲੈਂਡ ਤੋਂ ਨੇ ਜਿਹੜੇ ਸੈਲ ਕਰ ਰਹੇ ਨੇ ਆਸਟ੍ਰੇਲੀਆ 'ਚ, ਤਾਂ ਮੈਂ ਉਹਨਾਂ ਦਾ ਨੰਬਰ ਸ਼ੇਅਰ ਕਰ ਦਿੰਦਾ। ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਉਹ ਤੁਹਾਨੂੰ ਬਹੁਤ ਈਜ਼ੀਲੀ ਦੱਸ ਦੇਣਗੇ ਕਿ ਕਿੱਦਾਂ ਫਿਕਸ ਕਰਨਾ। ਹਾਂਜੀ ਥੈਂਕ ਯੂ ਭਾਈ, ਪਲੀਜ਼ ਆਹ ਵਾਲਾ ਕਰ ਦਿਓ ਤਾਂ ਕਿ ਫਿਰ ਮੈਂ ਜੰਪ ਇਨ ਕਰ ਸਕਾਂ ਨਾ ਜੀ ਮੈਂ ਆਸਟ੍ਰੇਲੀਆ, ਕਿਉਂਕਿ ਇਹ ਈਜ਼ੀਲੀ ਆ। ਉੱਥੇ USA 'ਚ ਥੋੜਾ ਜਿਹਾ ਹਾਰਡ ਹੈ ਉੱਥੇ। ਜੀ ਡੈਫੀਨੇਟਲੀ ਇਟਸ ਵੈਰੀ ਹਾਰਡ, ਥੋੜਾ ਹਾਰਡ ਨਹੀਂ ਕਾਫੀ ਹਾਰਡ। ਹਾਂਜੀ, ਤੇ ਇੱਕ ਜਿਹੜਾ ਮੈਂ ਫਸਟ ਹਾਫ ਦਾ ਪ੍ਰੋਡਕਟ ਉੱਥੇ ਲਾਂਚ ਕੀਤਾ, ਉਹਦੇ ਵਿੱਚ ਉਹ ਹੋਲਸੇਲ ਜਿੱਦਾਂ ਉਹਦੇ ਵਿੱਚ ਮੈਂ PPC ਚਲਾ ਸਕਦਾ, ਆਲਰੇਡੀ ਬ੍ਰਾਂਡਡ ਪ੍ਰੋਡਕਟ ਹੈ, ਬਟ ਉਹਦੇ ਵਿੱਚ Amazon ਜੰਪ ਕਰ ਗਿਆ ਤੇ ਉਹਨਾਂ ਨੇ ਪ੍ਰਾਈਸ ਨੀਅਰ ਬਾਈ 80% ਡ੍ਰੌਪ ਕਰਤਾ। ਰਿਪੀਟ ਕਰਿਓ ਪਲੀਜ਼ ਤੁਸੀਂ ਦੁਬਾਰਾ। ਜਿਹੜਾ ਮੈਂ ਇੱਕ ਪ੍ਰੋਡਕਟ ਜਿਹੜਾ ਮੈਂ ਉੱਥੇ ਲਾਂਚ ਕੀਤਾ ਵਾ, ਉਹਦੇ ਵਿੱਚ Amazon ਵੀ ਐਂਟਰ ਹੋ ਗਿਆ ਤੇ Amazon ਨੇ ਆਂਦੇ ਹੀ ਉਹਨਾਂ ਨੇ 80% ਪ੍ਰਾਈਸ ਡਾਊਨ ਕਰਤਾ। ਫੋਰ ਐਗਜ਼ਾਮਪਲ ਜਿੱਦਾਂ ਮੇਰਾ ਹਾਂਜੀ ਮੈਂ ਸਮਝ ਗਿਆ ਜੀ, ਮੈਂ ਸਮਝ ਗਿਆ। ਸਾਡੇ ਵੀ ਹੈਗੀਆਂ ਲਿਸਟਿੰਗਸ, ਬਟ ਉਹਦਾ ਕੋਈ ਸੋਲੂਸ਼ਨ ਨਹੀਂ ਹੈ ਅੰਟਿਲ ਤੁਸੀਂ Amazon ਤੋਂ ਵੀ ਪ੍ਰਾਈਸ ਰਿਡਿਊਸ ਕਰੋ। ਦੈਟਸ ਦੀ ਓਨਲੀ ਵੇ। ਉਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੋਰ ਵੇ ਨਹੀਂ ਹੈ। ਤੁਸੀਂ PPC ਨਹੀਂ ਚਲਾ ਸਕਦੇ ਆਪਾਂ ਹੋਲਸੇਲ ਦੀ? ਨਹੀਂ ਜੀ ਨਹੀਂ, ਤੁਸੀਂ PPC ਤਾਂ ਹੀ ਚਲਾ ਸਕਦੇ ਹੋ ਅਗਰ ਤੁਸੀਂ ਬਾਏ ਬਾਕਸ ਹੈਗਾ ਤੁਹਾਡੇ ਕੋਲ। ਓਕੇ, PPC ਤਾਂ ਹੀ ਚੱਲ ਸਕਦੀ ਹੈ। ਹਾਂਜੀ, ਅਗਰ ਬਾਏ ਬਾਕਸ ਨਹੀਂ ਹੈਗਾ ਤਾਂ ਤੁਸੀਂ ਨਹੀਂ ਕਰ ਸਕਦੇ PPC। ਓਕੇ ਹਾਂਜੀ, ਨਹੀਂ ਠੀਕ ਹੈ ਜੀ, ਥੈਂਕ ਯੂ ਸੋ ਮਚ। ਮੇਨ ਤਾਂ ਆਹੀ ਹੈ ਜੀ, ਇੱਕ ਵਾਰੀ ਮੈਨੂੰ ਥੋੜਾ ਜਿਹਾ ਪਤਾ ਲੱਗ ਜੇ ਵੀ ਆਸਟ੍ਰੇਲੀਆ ਕਿੱਦਾਂ ਜੰਪ ਕਰਨਾ। ਮੈਂ ਤੁਹਾਨੂੰ ਟੈਗ ਕਰਤਾ ਜੀ ਗਰੁੱਪ ਦੇ ਵਿੱਚ। ਹਾਂਜੀ ਨੰਬਰ ਵੀ ਸ਼ੇਅਰ ਕਰਤਾ ਹੈ, ਹੈਰੀ ਨਾਲ ਤੁਸੀਂ ਕਰ ਸਕਦੇ ਹੋ ਮੈਸੇਜ ਤੇ ਗੱਲ। ਠੀਕ ਹੈ ਜੀ, ਥੈਂਕ ਯੂ ਸੋ ਮਚ ਭਾਈ। ਨੋ ਵਰੀਜ਼, ਥੈਂਕ ਯੂ, ਬਾਏ। Any other question? पाजी प्रकाश अगेन, वो बेसिक क्वेश्चन नहीं है मेरा अगेन। तो पाजी मैंने एक ब्रांड तो ऑलरेडी कर दिया है, उसका कैटलॉग अप्रूवल, ये कैटलॉग ऑथराइजेशन वगैरह ये वो हो गया है। पर दूसरा एक ब्रांड मैं सोच रहा हूँ जो कम्प्लीटली डिफरेंट कैटेगरी है उसके लिए। तो कैटलॉग ऑथराइजेशन के लिए कंपलसरी प्रोडक्ट पे लोगो चाहिए होगा कि मैं सिर्फ पैकेजिंग बॉक्स के साथ पहले ट्राई करूँ? दोनों पे करवा लो, दैट्स बेटर। मुझे लग रहा है कि अभी प्रॉब्लम्स आना शुरू हुआ है स्टूडेंट्स को, तो दोनों पे करवा लो। ओके ओके, चलो कोई नहीं, फिर मैं रीत को बोल देता हूँ कि वो प्रोडक्ट पे भी कर दे। ऑल गुड पाजी, ओके जी, थैंक यू। ਈਵਨ ਬ్రో ਜਿਹੜਾ ਬਾਕਸ ਦੇ ਉੱਪਰ ਵੀ ਨੇਮ ਲਿਖਿਆ ਹੁੰਦਾ ਤੇ ਟਾਈਟਲ ਨੇਮ ਆ, ਉਹ ਵੀ ਸੇਮ ਹੀ ਮੰਗਦੇ ਆ। ਇਹ ਵੀ ਪ੍ਰੋਬਲਮ ਆਈ ਮੈਨੂੰ, ਬਿਲਕੁਲ ਡਿਟੋ ਹੀ ਸੇਮ ਮੰਗਦੇ ਆ। ਨਹੀਂ ਪੁਆਇੰਟ ਕਰ ਲੈਂਦੇ, ਕਹਿੰਦੇ ਕਿ ਸੇਮ ਨਹੀਂ ਹੈ। That's a good point. You can note down Prakash, that'll be helpful for you. जी जी भाई, 100%, thank you brother.
ਭਾਜੀ ਜਿਵੇਂ ਲਿਸਟਿੰਗ ਸੀਗੀਆਂ ਮੇਰੀ 7 ਲਿਸਟਿੰਗ ਸੀਗੀਆਂ ਉਹਦੇ ਤੋਂ ਜਿਵੇਂ ਇੱਕ ਲਿਸਟਿੰਗ ਤੇ 60 ਯੂਨਿਟ ਸੀਗੇ ਤਾਂ ਉੱਥੇ ਹੁਣ ਸ਼ੋ ਕਰ ਰਿਹਾ ਓਨਲੀ 16 ਲੈਫਟ ਹਾਂਜੀ ਤਾਂ ਹੁਣ ਉਹ ਲਿਸਟਿੰਗ ਆਲਰੇਡੀ ਜਿਵੇਂ ਸੈਲਰ ਰੈਂਕ ਉਹਦੇ ਤੇ ਆਇਆ ਹੋਇਆ ਤਾਂ ਉਹ ਸੈਲ ਹੋ ਰਹੀ ਹੈ ਸੋ ਹੁਣ ਉਹ ਲਿਸਟਿੰਗ ਇਸ ਤੋਂ ਪਹਿਲਾਂ ਉਹ 0 ਤੇ ਆ ਜਾਏ ਮੈਨੂੰ ਉਹ ਜਿਹੜਾ ਆਪਣਾ ਦੂਜੀ ਲਿਸਟਿੰਗ ਦਾ ਯੂਨਿਟਸ ਕੈਂਸਲ ਕਰਕੇ ਆਰਡਰ ਮੰਗਵਾਣੇ ਆ ਉਸੇ ਲਿਸਟਿੰਗ ਤੇ ਪਾ ਸਕਦੇ ਆ ਨਾ ਤੁਸੀਂ ਪਾ ਸਕਦੇ ਹੋ ਦ ਥਿੰਗ ਇਜ਼ ਕਿ 16 ਯੂਨਿਟਸ ਰਹਿ ਗਏ ਨੇ ਤਾਂ ਆਈ ਥਿੰਕ ਕਿਉਂਕਿ ਤੁਹਾਨੂੰ ਉਹਨੂੰ ਰਿਮੂਵਲ ਆਰਡਰ ਕਹਿੰਦੇ ਨੇ ਤੁਸੀਂ ਰਿਮੂਵਲ ਆਰਡਰ ਪਾਓਗੇ ਤਾਂ ਆਈ ਥਿੰਕ ਤੁਹਾਨੂੰ 4 to 5 ਬਿਜ਼ਨਸ ਡੇਜ਼ ਲੱਗਣਗੇ 1.5 ਵੀਕ ਤੁਹਾਨੂੰ ਘਰੇ ਰਿਸੀਵ ਕਰਨ ਦੇ ਲਈ ਐਂਡ ਦੈਨ ਫਿਰ ਤੁਸੀਂ ਉਹਨਾਂ ਨੂੰ ਆਪਣੇ ਨਿਊ ਜਿਹੜਾ ਵੀ ਜਿੱਤੇ 16 ਯੂਨਿਟਸ ਨੇ ਤੁਸੀਂ ਉਹਦੇ ਤੇ ਸਟਾਕ ਸੈਂਡ ਕਰੋਗੇ ਸੋ ਤੁਸੀਂ ਰਿਮੂਵਲ ਆਰਡਰ ਪਲੇਸ ਕਰ ਦਿਓ ਬਟ ਆਈ ਰეკਮੈਂਡ ਕਿ ਜਿਸ ਤਰੀਕੇ ਨਾਲ ਤੁਹਾਡੀ ਸੇਲ ਵੱਧ ਰਹੀ ਹੈ ਦ ਵੇ ਯੂ ਆਰ ਗਰੋਇੰਗ you should start to reorder the stuff ਓਕੇ ਸੋ ਇਹ ਤੁਸੀਂ ਮੈਨੂੰ ਮਤਲਬ ਇਹ ਕਮਿੰਗ ਐਸੀ ਕੁਆਟਰ ਵਾਸਤੇ ਕਹਿ ਰਹੇ ਹੋ ਕਿਉਂਕਿ ਮੈਂ ਜਿਵੇਂ ਹੋਰ ਵੀ ਪ੍ਰੋਡਕਟਸ ਐਡ ਕਰਨੇ ਸੀਗੇ ਨਾਲ ਸੋ should I just like give some time and order all these together or ਜਾਂ ਇਹ ਵਾਲੇ ਪ੍ਰੋਡਕਟਸ ਮੈਂ ਪਹਿਲਾਂ ਮੰਗਵਾ ਲਾਂ ਕਿਉਂਕਿ ਇਹਨਾਂ ਦੀ ਤਾਂ ਚੱਲ ਹੀ ਹਾਂਜੀ ਇਹ ਤਾਂ ਚੱਲ ਹੀ ਰਹੀਆਂ ਨੇ ਦੈਟਸ ਵਾਈ ਆਮ ਸੇਇੰਗ ਕਿ ਇਹ ਤੁਹਾਡੇ ਪ੍ਰੋਡਕਟ ਚੱਲ ਰਹੇ ਨੇ ਸੋ ਇਹਨਾਂ ਨੂੰ ਤੁਸੀਂ even if you see ਅਗਰ ਤੁਹਾਡਾ ਕ੍ਰਿਸਮਸ ਟਾਈਮ ਪੀਰੀਅਡ ਖਤਮ ਹੁੰਦਾ ਹੈ ਰਾਈਟ ਉਸ ਤੋਂ ਬਾਅਦ ਇਹ ਪ੍ਰੋਡਕਟ even if they do like 2-3 units a day you got 7 listings you got a full business ਤੁਹਾਡੇ ਕੋਲ full business ਹੈ ਇਹਨੂੰ ਤੁਸੀਂ ਚੱਲਦੇ ਰੱਖੋ you keep on earning money from it and then ਤੁਸੀਂ slowly private label ਨਾਲ new products add ਕਰਦੇ ਰਹੋ but I don't think so if you're selling 20 units a day I think it's a very big thing so keep this one going keep more like ਤੁਸੀਂ ਇਸ product ਨੂੰ ਹਮੇਸ਼ਾ ਹੀ air freight ਰੱਖੋ ਕਿਉਂਕਿ I think ਤੁਸੀਂ calculations ਕੀਤੀਆਂ ਸੀ you still are you making more than 20% then yes I am you should keep it going with the 20% net profit with air freight and then ਇਹਦੇ ਨਾਲ ਤੁਸੀਂ ਬਾਕੀ products slowly add ਕਰੋ but ਇਹਨੂੰ ਤੁਸੀਂ continue ਰੱਖੋ All right. So rather than making more delay, I should just order it because वो listing जल्दी sold out हो जानी है, जिड़ी सिर्फ 16 रह गई है. So as you said कि inventory नु zero ना करो. So 15 दिन लग जाने आन च भी. Yeah, that's right. Yeah. So फिर उन ਤਾਂ ਜਿਵੇਂ ਮੇਰੇ ਕੋਲ already ਪੁਰਾਣਾ ਕੋਟ ਪਿਆ ਹੀ ਹੈ sourcing squad ਦਾ ਤੇ ਮੈਂ ਉਹਨਾਂ ਨੂੰ directly ਜਾ ਕਹਾਂਗੀ ਤਾਂ ਉਹਨਾਂ ਨੇ immediately ਕਰ ਦੇਣਾ ਜਾਂ ਫਿਰ they will take some time? Yeah, no, they will do it immediately. Go with them. Send them a message today ki I want to repeat the quote and then they will do it straight away. All good. ठीक है पाजी. Okay जी, no worries. ਤੇ ਭਾਜੀ ਇੱਕ ਲਾਈਕ ਹੁਣ ਆ ਜਿਹੜਾ ਟ੍ਰਾਂਸਪੇਰੈਂਸੀ ਕੋਡ ਇਹਨਾਂ ਮੰਗਿਆ ਆ ਇਹ ਸਾਰੀਆਂ ਲਿਸਟਿੰਗ ਦਾ ਹੁੰਦਾ ਆ ਜਿਹੜਾ ਹੋਲਸੇਲ ਤੇ ਕਰਦੇ ਆ ਨਹੀਂ ਜੀ Tanvi is doing 7 listings and ਉਹਨਾਂ ਨੂੰ ਇੱਕੋ ਲਿਸਟਿੰਗ 'ਚ ਪ੍ਰੋਬਲਮ ਆਈ ਹੈ so and even we are doing it sometimes ਕੀ ਹੁੰਦਾ ਕਿ ਉਹ ਕਦੇ ਮੰਗਦੇ ਹੀ ਨਹੀਂ ਪਰ ਜੇ ਕਦੇ ਮੰਗ ਲੈਂਦੇ ਤਾਂ ਇੱਕ ਲਿਸਟਿੰਗ ਤੇ ਮੰਗ ਲੈਂਦੇ ਨੇ ਮੈਂ I already informed everyone ਕਿ ਹੋਲਸੇਲ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ sometimes it gets blocked but ਪ੍ਰਾਈਵੇਟ ਲੇਬਲ ਕਰਨ ਦਾ ਨਾਲ ਇਹੀ ਫਾਇਦਾ ਹੁੰਦਾ ਕਿ ਤੁਹਾਡੇ ਕੋਲ ਕੈਟਲੌਗ ਆਥੋਰਾਈਜੇਸ਼ਨ ਹੈਗੀ ਹੈ ਇੱਕ ਬ੍ਰਾਂਡ ਦੀ ਤਾਂ ਜੇ ਤੁਹਾਡੀ ਲਿਸਟਿੰਗ ਬੰਦ ਵੀ ਹੁੰਦੀ ਹੈ ਤਾਂ ਤੁਸੀਂ ਸਟਾਕ ਘਰੇ ਮੰਗਾ ਕੇ ਨਵੀਂ ਲਿਸਟਿੰਗ ਕ੍ਰੀਏਟ ਕਰਕੇ ਉਹਦੇ ਤੇ ਸਟਾਕ ਭੇਜ ਸਕਦੇ ਹੋ ਆਪਣੇ ਬ੍ਰਾਂਡ ਦੇ ਅੰਡਰ ਐਡ ਕਰ ਲਓ ਉਹਨੂੰ ਆਪਣੇ ਬ੍ਰਾਂਡ ਦੇ ਅੰਡਰ ਐਡ ਕਰ ਲਓ ਦੈਟਸ ਦ ਈਜ਼ੀਐਸਟ ਵੇ ਟੂ ਵਿਨ ਔਨ Amazon ਯਾ ਥੈਂਕ ਯੂ ਭਾਜੀ हेलो पाजी हाँ जी सरोज जी हाँ वो मेरा वो कैंपेन था ना अपनी कैंपेन करना चाहिए था जी जी हाँ तो मैंने कैंपेन कर दिया वो डेली बजट कितना रखने का है वो आपको $10 रखना है हर कैंपेन का हाँ वो $10 रख दिया वो पूरा का पूरा दिन नहीं चलता है क्योंकि अब आज ऑलमोस्ट 7:50 हो चुका है तो मेरा 5 बजे तक वो आउट ऑफ बजट हो चुका था वो उसका बिड रिड्यूस करो आप उसकी बिडिंग घटा दो जे अगर आपने उसकी 60-70 बिड लगाई है उसको 50 सेंड कर दो अगर स्टिल नहीं होता फिर 40 कर दो फिर 30 कर दो बिड को रिड्यूस करते रहो ओके तो इतना आपका कैसे चल रहा है सेल अभी हाँ उसके बाद तो लाइक डेली लाइक ऑलमोस्ट 3 डेज हो चुका है लाइक अराउंड 15 यूनिट सेल हो रहा है डेली अरे वाह और आपने शेयर नहीं किया ग्रुप में यू आर द साइलेंट गाय इन द ग्रुप यू आर सेलिंग 15 यूनिट्स अ डे हाँ अभी वो 2 दिन हुआ मैंने वो बिजी था तो यस्टरडे चेक किया तो मैंने देखा को वो लाइक अराउंड $400 सेल हुआ था यस्टरडे you got a big business Saroj good on you
Yeah, okay. Good of- I'll share it. No, don't worry. share in the group. It's a very Yeah. big motivation for all of our students. Tanvi, Saroj, everyone is doing great results. $400, $500 a day with 20% net profit is a very good business. So 20-30% profit, you are earning close to your, if like, even if you're supplementing it with your job income, it's a very good thing. Okay, Paji. Okay, I'll do it. I'll do it. Yeah. Thank you And so just much. remember, जो मैंने तन्वी को बोला कि अगर आप if you do the same thing for next 1-2 weeks, अगर एक ही वीक चलता है तो आप भी अपना ऑर्डर रिपीट कर दो within next 3 to 4 days with sourcing squad, कि आपको और स्टॉक मंगाना होगा अगर आप 20 यूनिट्स 15 यूनिट्स सेल कर रहे हो एवरी डे। ओके, अब मैं देखूंगा अब 1-2 दिन में कितना सेल होगा जी। तो I'll be contact the sourcing squad. Okay Saroj, congratulations. Okay, no, thank you so much. No worries. Okay. पाजी एक क्लास क्वेश्चन है मेरा. It might be I'm not sure if that's a good question to ask, but ਜਿਵੇਂ ਜਦ ਅਸੀਂ ਨਵੀਂ ਲਿਸਟਿੰਗ ਸਟਾਰਟ ਕਰਦੇ ਹਾਂ we always try to have the buy box. This is what I tried. ਫਿਰ ਉਸ ਤੋਂ ਬਾਅਦ buy box ਤੋਂ ਬਾਅਦ let's say ਕਿ ਉਹਦੇ ਤੇ 25 units sold ਹੋ ਗਏ. So what we did is कि I increased the price and I left the buy box. Then eventually you still get the sales on that same listing, right? Because once if you have got that seller rank jada tusi das rahe si, then eventually we can make more profit on the same listing even if we don't have the buy box. Yes, that's right. Yep. Okay, all right. That's Because good. this is I what mean, I'm you trying need to find a follow. balance. Tanvi, that's a really good thing कि तुसी discuss ਕੀਤਾ कि if you got 7 listings, 3 listings are selling for $22, $23, and you got another 2 listing that is for $30 and it's doing 3-4 units a day, but see your profit has gone up. So so do like 10 units a day on the other 2 products and do 3, 4, 5 units a day on a profit level, so your overall profit stay at a higher level. At a higher level, because the listings are very competitive. I keep on scrolling like if I try see every hour, I've seen people jede 1 cent less karke buy box lende hai. Yeah, they are all Chinese sellers from China, I know. Yeah. Right. So even if you're on 19, I've seen people getting on directly on 16. So $10 एकदम घटाना, but for a meantime एक बार buy box लेके जी मैं उधर ते 10 यूनिट या 1800 यूनिट सेल कर देनी है, and then I increase it directly to 22. So तावी sales आ रही हैं, but slow आ रही हैं. So I should keep doing that. What I'm doing, right? जिਵੇਂ plus minus करके. Yes, you're doing it right. Yes. Okay. All good, Paji. Thank you. No worries. All right, ठीक है जी. हाँ जी bro, sorry. Any other question? Yes. Sorry bro, मैं already हैरी ਵੀਰੇ ਨੂੰ ਕਰਤਾ ਵਾ ਮੈਸੇਜ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵਾਸਤੇ, ਬਟ ਮੈਨੂੰ ਥੋੜਾ ਜਿਹਾ ਦੱਸੋ, ਜਿੱਦਾਂ ਮੈਂ ਉੱਥੇ ਜੰਗਲ ਸਕਾਊਟ ਯੂਜ਼ ਕਰਦਾ USA ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਜੰਗਲ ਸਕਾਊਟ ਦੀ ਮੈਂ ਨਹੀਂ ਕਰਦਾ ਜੀ work. ਹੀਲੀਅਮ ਨਹੀਂ, ਹੀਲੀਅਮ 10 ਹੀ ਤੁਹਾਨੂੰ ਕਰਨਾ ਪਏਗਾ. ਹੀਲੀਅਮ 10 ਤੁਹਾਨੂੰ ਮੈਂ ਜਸਟ ਐਡ ਕੀਤਾ ਤਾਂ ਆਈ ਥਿੰਕ ਆਸ਼ਿਤਾ ਤੁਹਾਨੂੰ ਬਸ ਮੈਸੇਜ ਭੇਜ ਦੇਗੀ. ਹੀਲੀਅਮ 10 ਦਾ ਡਿਸਕਾਊਂਟ ਕੋਡ ਹੁੰਦਾ, ਤੁਸੀਂ ਉਹ ਯੂਜ਼ ਕਰਕੇ ਹੀਲੀਅਮ 10 ਨੂੰ ਸਾਈਨ ਅਪ ਕਰ ਸਕਦੇ ਹੋ. ਠੀਕ ਹੈ ਜੀ. ਹੀਲੀਅਮ 10 ਦੀ ਇਹ ਸਾਰੀ ਕੁਆਂਟੀਟੀ ਮਤਲਬ ਜੋ ਹੁੰਦਾ ਇਹ ਐਕੂਰੇਸੀ ਸਹੀ ਹੁੰਦੀ ਜੰਗਲ ਸਕਾਊਟ ਨਾਲੋਂ ਵੀ? ਹਾਂਜੀ, ਮੈਂ ਜਸਟ ਮੈਸੇਜ ਕੀਤਾ, ਤੁਸੀਂ ਇਸ ਲਿੰਕ ਦੇ ਥਰੂ ਕਰ ਸਕਦੇ ਹੋ. ਠੀਕ ਹੈ ਜੀ, ਥੈਂਕ ਯੂ ਸੋ ਮਚ. ਨੋ ਵਰੀਜ਼. ਓਕੇ. ਵੀਰੇ ਮੈਂ ਆਪਣੀ ਸਕਰੀਨ ਦਾ ਵੀ ਸਕਰੀਨਸ਼ਾਟ ਪਾਦਾ ਸੀਗਾ WhatsApp ਤੇ, ਉਹ ਵੀ ਦੇਖ ਲੈਣਾ. ਇੱਕ ਸੈਕਿੰਡ ਜੀ, ਤੁਸੀਂ ਪਾਤਾ ਜੀ? ਇੱਕ ਮਿੰਟ, ਆਲ ਜਸਟ ਹਾਂਜੀ ਪਾਤਾ ਸੀ. ਹਾਂਜੀ, ਤੁਹਾਡਾ ਪ੍ਰੋਫੈਸ਼ਨਲ ਆ ਉਹ ਦੇਖੋ ਤੁਸੀਂ, your services ਦੇ ਵਿੱਚ selling on Amazon professional ਲਿਖਿਆ ਹੋਇਆ. ਹਾਂਜੀ. ਇਹ ਤੁਹਾਡਾ ਪ੍ਰੋਫੈਸ਼ਨਲ ਆ, ਨਹੀਂ ਤਾਂ ਇੱਥੇ ਇੰਡੀਵਿਜੂਅਲ ਲਿਖਿਆ ਹੋਣਾ ਸੀ ਉਹਨਾਂ ਨੇ. ਓਕੇ ਠੀਕ ਹੈ ਜੀ, ਠੀਕ ਹੈ. ਤੇ ਬਸ ਮੇਕ ਸ਼ੋਰ ਕਰੋ ਕਿ ਤੁਸੀਂ ਵੀਰੇ ਕਿ ਜਦੋਂ ਤੱਕ ਆਪਾਂ ਪ੍ਰੋਡਕਟ ਆਪਾਂ ਨਹੀਂ ਐਡ ਕਰਦੇ ਕੋਈ ਨਹੀਂ ਜੀ, ਮੰਥਲੀ ਪੇਮੈਂਟ ਤਾਂ ਜਾਣੀ ਚਾਹੀਦੀ ਹੈ, ਬਟ ਇਟਸ ਪੋਸੀਬਲ ਕਿ ਤੁਸੀਂ ਕੋਈ ਹੋਰ ਅਕਾਊਂਟ ਨਾ ਯੂਜ਼ ਕਰ ਲਿਆ ਹੋਵੇ. ਜਦੋਂ ਕਾਰਡ ਤੁਹਾਡਾ ਨਹੀਂ ਐਡ ਹੋ ਰਿਹਾ ਸੀ, ਤੁਸੀਂ ਕੋਈ ਹੋਰ ਕਾਰਡ ਐਡ ਕੀਤਾ ਹੋਵੇ, ਉਹਦੇ ਚੋਂ ਡਿਡਕਟ ਹੋ ਰਿਹਾ ਹੋਵੇ. ਨਹੀਂ ਭਾਜੀ, ਇਹ ਸੇਮ ਸ਼ਾਇਦ ਇਸ਼ੂ ਆ ਰਿਹਾ, ਕਿਉਂਕਿ मैं भी हीलियम 10 ਦੇ ਕੱਟੇ ਜਾ ਰਹੇ ਆ, बट Amazon ਦੇ नहीं कटे जा रहे. बाकी मेरे अकाउंट भी मैं देखा है. पाजी उसमें क्या होता है, जब तक आपके पास कोई एक्टिव लिस्टिंग ना होना तब तक वो चार्ज शायद नहीं हो सकता है. ਹਾਂਜੀ ਸਹੀ ਹੈ ਜੀ, ਮੈਂ ਵੀ that's the reason. ये फर्स्ट टाइम पहली बार ही करता है, एक बार उस तो बाद पहली बार करता है, उसके बाद जब तक आपका कोई एक्टिव लिस्टिंग ना होना
तब तक वो नहीं करता। Yeah, हाँ जी बिल्कुल सही। Prakash is the guy थैंक यू। if you get stuck. हाँ जी पाजी मैं सही गल है। बेसिक में पाजी मैं अगेन भी आई एम प्राइवेट टेलिंग यू मैसेज लाइव किया आई जी एम उन्होंने। मेकिंग जतेंद्र पाजी मैंने लाइक कल आपका वो स्क्रिबल वाला वीडियो देखा, दैट्स द वन ऑफ द बेस्ट गोल्डन नगेट दैट आई हैव सीन एवर, राइट। मेरे क्वेश्चंस अभी जो है वो डम क्वेश्चंस है, क्योंकि मैं आपको पता है मैं पहले लाइक अफिलिएट डिजिटल मार्केटिंग कर चुका हूँ, तो मेरी शुरुआत हर जगह स्लो होती है। आई एम मेकिंग अ बिग अनाउंसमेंट, गिव मी अ 6 month, आई विल शेयर माय रिजल्ट इन दिस ग्रुप। तो मेरे क्योंकि मैं बेसिक से स्टार्ट कर रहा हूँ, तो सारी चीजें मैं कोई भी चीज आगे जाके वापस नहीं आना चाहता कि ये चीज मुझे पहले देखनी चाहिए थी। तो मेरे क्वेश्चन तभी ये बेसिक वाले हैं। मेरा अभी कोई भी क्वेश्चन पीपीसी रिलेटेड नहीं है, कोई भी क्वेश्चन उतना डीप वाला नहीं है। पहले मुझे जो फंडामेंटल है वही उतने स्ट्रॉन्ग पिलर डालने हैं कि बाद में जाके बिजनेस यहाँ वहां ना हो। तभी बेसिक वाले क्वेश्चन मेरे सारे क्लियर है। Yeah, that's good. That's good. You will get there. Definitely, you will be there. जी 100% पाजी, 100% नो डाउट। ਭਾਜੀ ਮੈਂ ਗੈਰੀ ਬੋਲਦਾ, ਇੱਕ ਕੁਐਸਚਨ ਪੁੱਛਣਾ ਸੀ ਜੀ। ਹਾਂਜੀ ਗੈਰੀ ਜੀ। ਭਾਜੀ ਮੇਰੇ ਪ੍ਰਾਈਵੇਟ ਲੈਵਲ ਦੇ ਜਿੱਦਾਂ ਪ੍ਰੋਡਕਟ ਆ 2, ਤੇ ਉਹਨਾਂ ਦੇ ਮੈਂ ਪ੍ਰਾਈਸ ਨੂੰ ਲੈ ਕੇ ਕਨਫਿਊਜ਼ ਆ ਕਿ ਜਿੱਦਾਂ ਕਿ ਪ੍ਰਾਈਸ ਮੈਨੂੰ 42 ਦਾ ਸਾਰੀ ਫੀਸ ਇਨਕਲੂਡ ਕਰਕੇ ਪੈ ਰਿਹਾ, ਤੇ ਜਿਹੜਾ ਕੰਪੀਟੀਟਰ ਹੈ ਉਹ ਬਹੁਤ ਵਧੀਆ ਮਤਲਬ 1200 ਰਿਵਿਊ ਨਾ ਉਹ 39 ਦਾ ਵੇਚ ਰਿਹਾ, ਤੇ ਮੈਂ ਕਿਸ ਤਰ੍ਹਾਂ ਕਰਾਂ ਪ੍ਰਾਈਸ ਨੂੰ? ਡੋਂਟ ਵਰੀ ਤੁਹਾਡਾ ਕਿਹੜਾ ਪ੍ਰੋਡਕਟ ਹੈ? ਇਹ ਬਾਥਰੂਮ ਐਕਸੈਸਰੀਜ਼ ਹੈ, ਜਿੱਦਾਂ ਕਿ ਡਿਸਪੈਂਸਰ ਸੈੱਟ ਆ। ਓਕੇ, ਇਹ ਹੋਲਸੇਲ, ਅੱਛਾ ਪ੍ਰਾਈਵੇਟ ਲੇਬਲ ਹੈ ਤੁਹਾਡਾ? ਹਾਂਜੀ ਓਕੇ, ਜੇ ਤੁਸੀਂ ਆਪਣੇ ਮੈਂ ਪ੍ਰਾਈਸ ਪ੍ਰੋਫਿਟ ਰੱਖੋ, ਤੁਸੀਂ ਪ੍ਰੋਫਿਟੇਬਲੀ ਕਰੋ। ਤੁਹਾਡਾ ਸਟਾਕ ਰਿਸੀਵ ਹੋ ਗਿਆ? ਹਾਂਜੀ ਹੋ ਗਿਆ, ਤੇ ਜਦੋਂ ਮੈਂ ਪ੍ਰਾਈਸ ਬਤਾ ਦਿੰਦਾ ਤੇ ਉੱਤੇ ਨਾ ਤਾਂ ਇੰਪ੍ਰੈਸ਼ਨ ਆਉਂਦੇ, ਕਲਿੱਕ ਨਹੀਂ ਆਉਂਦੇ, ਤੇ ਉਹ ਫਿਰ ਮਤਲਬ ਜੇ ਘਟਾ ਦਿੰਦਾ ਤੇ ਫਿਰ ਕਲਿੱਕ ਆਉਂਦੇ ਆ, ਤੇ ਫਿਰ ਪੈਸੇ ਬੰਨ ਹੁੰਦੇ ਆ, ਫਿਰ ਸੇਲ ਨਹੀਂ ਆਉਂਦੀ। ਤੇ ਤੁਹਾਡੇ ਕੋਲ ਕਿੰਨੇ ਪ੍ਰੋਡਕਟ ਨੇ ਟੋਟਲ? ਫਿਲਹਾਲ ਤਾਂ ਜਿੱਦਾਂ 6 ਐਕਟਿਵ ਹੋਇਆ, ਤੇ 5 ਜੇ ਇੱਥੇ ਕਾਫੀ ਲੇਟ ਹੋ ਰਿਹਾ ਪੋਰਟ ਤੇ, ਪਰਥ ਪੋਰਟ ਤੇ ਹੈਗੇ ਆ, ਜਿਹੜੇ ਐਲੈਕਸ ਤੋਂ ਕਰਾਈ ਸੀ 5 ਪ੍ਰੋਡਕਟ, ਉਹ ਜਿਹੜੇ ਵਿਸਕੀ ਡਿਕੈਂਟਰ ਜਿਹੜੇ ਤੁਸੀਂ ਕਰਾਏ ਆ। ਤੁਸੀਂ ਪ੍ਰਾਈਸ ਨਹੀਂ ਰਿਡਿਊਸ ਕਰਨਾ ਆਪਣਾ, ਲੈਟ ਦੀ ਅਦਰ 5 ਪ੍ਰੋਡਕਟ ਕਮ, ਤਾਂ ਤੁਹਾਡਾ ਐਜ਼ ਅ ਬਿਜ਼ਨਸ ਰੈਵਨਿਊ ਜਿੰਨਾ ਹੋਏਗਾ ਆਪਾਂ ਉਹ ਦੇਖਣਾ। ਕਿੰਨੇ ਯੂਨਿਟ ਨੇ ਤੁਹਾਡੇ ਕੋਲ ਉਸ ਪ੍ਰੋਡਕਟ ਦੇ? ਹਾਂਜੀ 48। ਓਕੇ, ਲੀਵ ਇਟ। ਤੁਸੀਂ ਆਪਣਾ ਪ੍ਰੋਫਿਟ ਰੱਖੋ ਐਟਲੀਸਟ 20% ਉਹਦੇ ਵਿੱਚ, ਲੀਵ ਇਟ ਲਾਈਕ ਇਟ। ਪੀਪੀਸੀ ਸਟਾਪ ਕਰ ਦਿਓ, ਰਿਵਿਊ 5 ਸਟਾਰ ਆਰਗੇਨਾਈਜ਼ ਕਰਵਾ ਕੇ ਛੱਡ ਦਿਓ। ਕ੍ਰਿਸਮਸ ਦੇ ਵਿੱਚ ਦੇਖੋ ਕਿੱਦਾਂ ਪਰਫਾਰਮ ਕਰਦਾ ਉਹਨੂੰ। ਉਹਦੀ ਅਗਰ ਪੀਪੀਸੀ ਔਨ ਰੱਖਣੀ ਹੈ ਤਾਂ ਤੁਸੀਂ ਉਹਨੂੰ ਬਹੁਤ ਲੋਅਰ ਬਿਡ ਦੇ ਉੱਤੇ ਔਨ ਕਰਕੇ ਛੱਡ ਦਿਓ, ਲਾਈਕ 5 ਸੈਂਟ ਔਰ 3 ਸੈਂਟ ਦੀ ਬਿਡ ਲਗਾ ਕੇ, ਤਾਂ ਕਿ ਉਹਨੂੰ ਐਟਲੀਸਟ ਟ੍ਰੈਫਿਕ ਆਉਂਦਾ ਰਹੇ। ਕ੍ਰਿਸਮਸ ਦੇ ਵਿੱਚ ਡੈਫੀਨੇਟਲੀ ਇਟ ਵਿਲ ਗੈਟ ਸੇਲਸ, ਕਿਉਂਕਿ ਟ੍ਰੈਫਿਕ ਬਹੁਤ ਹਾਈ ਹੁੰਦਾ ਫਰੋਮ 2 December to 20 December। ਉਹਦੇ ਵਿੱਚ ਤੁਹਾਨੂੰ ਕਪਲ ਆਫ ਸੇਲਸ ਆਈਆਂ, 10 15 20 ਯੂਨਿਟ ਅਗਰ ਸੈਲ ਹੁੰਦੇ ਨੇ, ਦੈਟਸ ਗੁੱਡ। ਅਦਰਵਾਈਜ਼ ਤੁਹਾਡੇ ਬਾਕੀ ਪ੍ਰੋਡਕਟਸ ਆ ਲੈਣ ਦਿਓ। ਸੀ ਦ ਬਿਜ਼ਨਸ ਐਜ਼ ਹੋਲ, ਨੋਟ ਜਸਟ ਵਨ ਪ੍ਰੋਡਕਟ। ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਆਪਾਂ 10 ਤੋਂ 11 ਪ੍ਰੋਡਕਟ ਆਪਣੇ ਆਲ ਟੂਗੇਦਰ ਆਪਾਂ ਨੂੰ ਕੀ ਸੇਲ ਦਿੰਦੇ ਇੱਕ ਦਿਨ 'ਚ, ਆਪਾਂ ਉਹ ਦੇਖਣਾ ਰਾਦਰ ਦੈਨ ਫੋਕਸਿੰਗ ਔਨ ਵਨ ਪ੍ਰੋਡਕਟ। ਓਕੇ, ਉਹਦਾ ਮੈਂ ਰਿਵਿਊ ਤਾਂ ਸਭ ਤੇ ਅਰੇਂਜ ਕਰਾ ਲਿਆ, 5 6 ਜਿੰਨੇ ਹੈਗੇ ਸਾਰੇ ਆਈਟਮ। ਹਾਂਜੀ, ਤੇ ਹੁਣ ਮੈਂ ਚਲੋ ਦੇਖਦਾ ਬਿਡ ਘਟਾ ਕੇ, ਕੋਈ ਬਿਡ ਅੱਛੀ ਮੇਰੇ $300-350 ਲੱਗ ਗਿਆ ਹੁਣ ਤੀਕਰ, ਤੇ ਸੇਲ ਨਹੀਂ ਆ ਰਹੀ। ਨਹੀਂ ਇੰਨੀ ਪੀਪੀਸੀ ਬਰਨ ਨਾ ਕਰੋ ਤੁਸੀਂ ਪਲੀਜ਼, ਉਹਨੂੰ ਬੰਦ ਕਰ ਦਿਓ। ਯੂ ਆਰ ਸਪੈਂਡਿੰਗ ਅ ਲੋਟ, ਉਹਨੂੰ ਪੀਪੀਸੀ ਨੂੰ ਸਟਾਪ ਕਰ ਦਿਓ। ਓਕੇ ਥੈਂਕ ਯੂ। ਹਾਂਜੀ, ਐਂਡ ਜਸਟ ਅਨਦਰ ਰਿਮਾਈਂਡਰ ਫॉर एवरीवन, ਜਿੰਨੇ ਵੀ ਸਟੂਡੈਂਟ ਪ੍ਰਾਈਵੇਟ ਲੇਬਲ ਕਰ ਰਹੇ ਆ, ਇਫ ਯੂ ਆਰ ਐਕਸਪੈਕਟਿੰਗ ਰਿਜ਼ਲਟਸ ਵਿਦਆਊਟ ਅ 5 ਸਟਾਰ ਰਿਵਿਊ, ਇਟ ਵਿਲ ਨਾਟ ਹੈਪਨ। ਅਗਰ ਤੁਸੀਂ ਪ੍ਰਾਈਵੇਟ ਲੇਬਲ ਪ੍ਰੋਡਕਟ ਲਾਂਚ ਕੀਤੇ ਨੇ ਤਾਂ ਤੁਹਾਨੂੰ 5 ਸਟਾਰ ਰਿਵਿਊ ਚਾਹੀਦਾ ਹੈ। ਟਰਾਈ ਇਟ ਬਿਫੋਰ ਪੀਪੀਸੀ। ਅਗਰ ਪੀਪੀਸੀ ਟਰਨ ਔਨ ਕਰਨ ਤੋਂ ਬਾਅਦ ਕਰਦੇ ਹੋ ਤਾਂ ਵਿਦ ਇਨ ਅ ਵੀਕ 5 ਸਟਾਰ ਰਿਵਿਊ ਆਰਗੇਨਾਈਜ਼ ਕਰੋ, ਤਾਂ ਹੀ ਤੁਹਾਡੀ ਸੇਲਸ ਆਉਣਗੀਆਂ, ਅਦਰਵਾਈਜ਼ ਇਟ ਵਿਲ ਨਾਟ ਹੈਪਨ। बिल्कुल पाजी। हाँ पाजी, एक मैं वीडियो देख रहा था कोर्स में, तो कहीं पे कोई वीडियो के अंदर आपने मेंशन करा था कि आप वो रिव्यू सीट कैसे मैनेज करते हैं, वो कहीं पे सुना था मैंने कोर्स में कहीं पे। वो आपको हेल्प नहीं करेगा प्रकाश अभी। अच्छा ओके। वो आपको हेल्प इसलिए नहीं करेगा, इफ यू हैव 500-600 प्रोडक्ट्स, देन यू ट्रैक कि आपने किसको कितने पैसे दिए हैं प्रोडक्ट बाय करने के लिए। अभी आपके पास अगर 10 प्रोडक्ट है तो उनको आप मैनुअली अकाउंट में पैसा डाल दो, वो बाय कर ले और रिव्यू छोड़ दे, दैट्स इट। अगर ओके इट्स अ वेरी लॉन्ग गेम टू गो। अगर आपके पास 100 कॉन्टैक्ट्स हैं और एक ग्रुप बना दिया आपने उनको आप मैसेज में छोड़ दिया कि दिस इज अ फ्री प्रोडक्ट एंड लीव अ रिव्यू, देन इट वर्क्स। इट डजंट वर्क राइट नाउ। ओके नो वरीज पाजी, ऑल गुड। ਹਾਂਜੀ ਭਾਜੀ, ਜਿਹੜਾ ਮੈਂ ਆਪਣਾ ਰਿਟਰਨ ਪਾਣਾ ਹੈ, ਸੋ ਜਦ ਮੈਂ ਸ਼ਿਪਮੈਂਟ ਪਲਾਨ ਬਣਾਇਆ ਸੀ, ਉਹ ਸਿਡਨੀ ਦਾ ਵੇਅਰ ਹਾਊਸ ਸੀਗਾ ਜਦ ਫੁਲਫਿਲਮੈਂਟ ਸੈਂਟਰ ਪਹੁੰਚਿਆ ਸੀ। ਹਜੇ ਮੈਂ ਕੀਤਾ ਨਹੀਂ। ਆਫਟਰ ਦਿਸ ਕਾਲ ਆਈ ਵਿਲ ਸਿਟ ਬੈਕ ਐਂਡ ਆਈ ਵਿਲ ਪੁੱਟ ਦੈਟ।
ਸੋ ਅਸੀਂ ਉੱਥੇ ਹੀ ਭੇਜਣਾ ਹੁੰਦਾ ਹੈ ਜਾਂ ਅਸੀਂ ਜਿਵੇਂ ਐਡੀਲੇਡ ਦਾ ਜਿਹੜਾ ਨੀਅਰੈਸਟ ਵੇਅਰਹਾਊਸ ਹੈ ਉੱਥੇ ਵੀ ਭੇਜ ਸਕਦੇ ਹਾਂ ਨਹੀਂ, ਸਟਾਕ? ਤੁਸੀਂ ਕੀ ਕਰਨਾ ਹੈ, ਤੁਸੀਂ ਆਪਣੀ ਲਿਸਟਿੰਗ ਤੇ ਜਾਣਾ ਹੈ, ਲਾਈਕ ਮੈਂ ਤੁਹਾਨੂੰ ਸ਼ੋਅ ਕਰ ਰਿਹਾ ਸਕਰੀਨ ਤੇ। ਫॉर एग्जांपल ਤੁਸੀਂ ਆਪਣਾ ਆਹ ਵਾਲਾ ਪ੍ਰੋਡਕਟ ਅਗਰ ਰਿਟਰਨ ਕਰਾਣਾ, ਫॉर एग्जांपल ਲੈਟਸ ਟੇਕ ਐਨ ਐਗਜ਼ਾਮਪਲ ਆਫ ਦਿਸ ਪੋਰਟੇਬਲ ਏਸੀ। ਪੋਰਟੇਬਲ ਏਸੀ ਨੂੰ ਅਗਰ ਕਰਨਾ ਤਾਂ ਇੱਥੇ ਰਾਈਟ ਸਾਈਡ ਤੇ ਹੁੰਦਾ ਕ੍ਰੀਏਟ ਰਿਮੂਵਲ ਆਰਡਰ। ਹਾਂਜੀ, ਕ੍ਰੀਏਟ ਰਿਮੂਵਲ ਆਰਡਰ ਤੇ ਮੈਂ ਕਲਿੱਕ ਕੀਤਾ ਤਾਂ ਤੁਹਾਨੂੰ ਉਹ ਤੁਹਾਡਾ ਐਡਰੈਸ ਮੰਗੇਗਾ ਕਿ ਕਿਹੜੇ ਐਡਰੈਸ ਦੇ ਉੱਤੇ ਅਸੀਂ ਤੁਹਾਨੂੰ ਸਟਾਕ ਭੇਜੀਏ। ਤੁਸੀਂ ਆਪਣੇ ਘਰ ਦਾ ਐਡਰੈਸ ਪਾ ਦੇਣਾ ਤੇ ਜਿੰਨੀ ਕੁਆਂਟੀਟੀ ਤੁਸੀਂ ਰਿਮੂਵ ਕਰਨੀ ਹੈ ਓਨੀ ਇੱਥੇ ਆ ਦੇਖੋ ਮੇਰੇ ਕੋਲ 383 ਯੂਨਿਟਸ ਨੇ ਇਹਦੇ, ਤਾਂ ਮੈਂ ਇੱਥੇ ਜਿੰਨੀ ਕੁਆਂਟੀਟੀ ਵਾਪਸ ਮੰਗਵਾਣੀ ਹੈ ਓਨੀ ਇੱਥੇ ਪਾਉਂਗਾ, ਰਿਵਿਊ ਕਰੂੰਗਾ, ਕਨਫਰਮ ਐਂਡ ਦੈਟਸ ਇਟ। okay, that's what you need to do so this will come directly to my place, right? to your place, yes. Right, but after that I will generate a new listing ਤੇ ਉਹਦੇ ਤੇ ਫਿਰ ਉਹ ਜਿਹੜਾ ਸਾਡਾ SKU ਜਾਂ AC ਨੇ ਉਹ ਦੁਬਾਰਾ ਲੇਬਲਸ ਮੈਨੂੰ ਫਿਰ ਆਪ ਲਾ ਕੇ ਭੇਜਣੇ ਆ? ਹਾਂਜੀ, ਉਹ ਤੁਹਾਨੂੰ ਆਪ ਲਾ ਕੇ ਭੇਜਣੇ ਆ। ਓਕੇ, ਸੋ ਹੁਣ ਜਿਹੜੇ ਉਹ ਭੇਜਣੇ ਆ ਤਾਂ ਉਹ ਜਿਹੜਾ ਐਡਰੈਸ ਹੈ ਉਹ ਆਪਣੇ ਮੈਂ ਲੋਕਲ ਨੀਅਰ ਵੇਅਰ ਹਾਊਸ ਤੇ ਭੇਜ ਸਕਦੀ ਹਾਂ ਜਾਂ ਅਗੇਨ? ਤੁਸੀਂ ਜਦੋਂ ਸ਼ਿਪਿੰਗ ਪਲਾਨ ਬਣਾਓਗੇ ਉਹ ਤੁਹਾਨੂੰ ਦੱਸੇਗਾ ਕਿੱਥੇ। ਓਕੇ, ਇਟ ਵਿਲ ਟੈਲ ਮੀ। ਓਕੇ, ਠੀਕ ਹੈ, ਆਲ ਗੁੱਡ, ਥੈਂਕ ਯੂ ਭਾਜੀ। No worries. All right, ठीक है जी, thank you so much everyone for joining in and keep pushing. We are getting great results. अपने students, they are doing really great. Thanks. Keep pushing, get your new products live, and then I'll see you next week. Thank you, Paji. Thank you.